So sorry, last week class nahi ho saki. This bad cough, but I'm done with that now. So before we start, I'm going to summarize again Japji diyan pehliyan sat paudhiyan, but anybody has any questions on any particular one we discussed last time before we move forward? Otherwise, I'll continue to discuss the pehliyan ਜਿਹੜੀਆਂ ਪੌੜੀਆਂ ਜਿਹੜੀਆਂ ਆਈਆਂ ਹੈ 7 ਜਿਹੜੀਆਂ ਡਿਸਕਸ ਕਰ ਚੁੱਕੇ ਹਾਂ ਕਿਉਂਕਿ 8ਵੀਂ ਤੋਂ ਹੁਣ ਸੁਣਿਆਂ ਦੀ ਇੱਕ ਲੜੀ ਸ਼ੁਰੂ ਹੋਏਗੀ ਜਿਹੜੀਆਂ 4 ਪੌੜੀਆਂ ਐਕਸਟੈਂਡ ਕਰੇਗੀ ਉਸਨੂੰ ਉਸ ਤੋਂ ਬਾਅਦ ਫਿਰ ਮੰਨਣੇ ਵਾਲੀ ਅਵਸਥਾ ਆਏਗੀ ਜਿਹੜੀਆਂ 4 ਹੋਰ ਪੌੜੀਆਂ ਐਕਸਟੈਂਡ ਕਰੇਗੀ ਸੋ 8 ਐਡ ਹੋ ਜਾਣਗੀਆਂ ਟੂ ਦ 7 15 ਤੱਕ ਪਹੁੰਚ ਜਾਏਗਾ ਕਾਊਂਟ ਟੋਟਲ ਜਿਹੜਾ ਬਟ anybody who has questions on or any questions on or concerns on the first few podis, otherwise I'll try to, let me try to do a small review of the first 7 podis though. मेरी एक suggestion है, जे ते long term सिखना चाहता है कोई, वो है कि इना 7 पौड़ियां दा सार जेड़ा essence कह लो या intrinsic जड़ी चीज जड़ी अंदरली है वो या किधरे लिख ले बंदा बगैर लिखे हुए मुश्किल है ते जे लिख नहीं सकदा ते फिर बड़े ध्यान नाल सुने ते शायद याद रह जाए पर मैनू मेरे एक्सपीरियंस दे हिसाब दे नाल याद करना कई बारी मुश्किल हो जाता है because human being especially with the उम्र वधदी है ते memory नहीं sharp रहंदी नहीं बंदे दी. So it will be good. And then if you revise it many times, maybe in 6 months' time or a year's time, you will see कि जब ਜਦੋਂ ਤੁਸੀਂ ਪੜੋਗੇ ਤੇ ਇੱਕ ਅਲੱਗ ਆਨੰਦ ਦੀ ਤੁਹਾਨੂੰ ਮਹਿਸੂਸ ਹੋਏਗਾ ਜਿਹੜਾ ਪਹਿਲੇ ਕਦੀ ਨਹੀਂ ਹੋਇਆ. Because suddenly you will be able to connect the dots. You will be able to see ਵੀ ਕਿੱਥੇ ਜਾ ਰਹੀ ਹੈ discussion. You will be able to get emotionally involved in that. I think you will see that there is a big difference when you recite or hear Japji. So, ਤੇ ਜਿਹੜੇ ਨਹੀਂ ਲਿਖ ਸਕਦੇ ਕਈਆਂ ਨੂੰ ਮੁਸ਼ਕਿਲ ਹੈ that's fine ਤੁਸੀਂ ਫਿਰ ਸਮਝਣ ਦੀ ਕੋਸ਼ਿਸ਼ ਕਰੋ ਲੇਕਿਨ probability ਜ਼ਿਆਦਾ ਹੈ ਅਗਰ ਤੁਸੀਂ ਲਿਖ ਲਵੋਗੇ ਕਿਧਰੇ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਜੋ ਬੋਲ ਰਿਹਾ ਹਾਂ ਉਹ ਲਿਖ ਲਓ ਕਿਸੇ ਬੁੱਕ ਤੋਂ ਪੜ੍ਹ ਕੇ ਲਿਖ ਲਓ doesn't matter I'm not saying ਕਿ I'm right or something. But you will see that it will benefit you a lot because ਤੁਸੀਂ ਰੋਜ਼ ਪੜ੍ਹਦੇ ਹੋ ਸਵੇਰੇ ਤੇ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ encouragement ਹੈ ਪੜ੍ਹਨ ਦੀ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਬਹੁਤ it will make a difference when you recite though it will make a huge difference. It will make a night and day difference. ਕਿਉਂਕਿ suddenly ਤੁਹਾਨੂੰ ਫਿਰ ਯਾਦ ਆ ਜਾਏਗਾ ਕਿ ਹਾਂ ਇਹ ਡਿਸਕਸ਼ਨ ਤੇ ਹੁਕਮ ਰਜਾਈ ਚੱਲਣੇ ਤੋਂ ਸ਼ੁਰੂ ਹੋਈ ਸੀ. ਫਿਰ ਦੂਸਰੀ ਗੱਲ ਜਿਹੜੀ ਕਹੀ ਨੇ ਕਿ ਉਹ ਹੋਮੇ ਕੀ ਹੈ ਇਸ ਵਾਸਤੇ ਡਿਫਰੈਂਸ਼ੀਏਟ ਕੀਤਾ ਨੇ ਹੁਕਮ ਤੇ ਹੋਮੇ ਵਿੱਚ. ਹਾਂਜੀ ਤੀਸਰੀ ਗੱਲ ਇਹ ਕਹੀ ਸੀ ਕਿ ਗਾਉਂਦੇ ਤੇ ਸਾਰੇ ਹਨ ਉਸਨੂੰ ਪਰ ਆਪਣੇ ਮਤਲਬ ਵਾਸਤੇ ਗਾ ਰਹੇ ਹਨ ਜਿਹੜੇ ਆਪਣੇ ਮਤਲਬ ਵਾਸਤੇ ਨਹੀਂ ਗਾਉਂਦੇ ਉਹ ਉੱਚੇ ਹਨ ਲੇਕਿਨ ਤਾਂ ਵੀ ਉਹ ਦੇਣਾ ਨਹੀਂ ਛੋੜਦਾ. ਸੋ ਇਹੋ ਜਿਹੀ ਜਦੋਂ ਥਾਟ ਪ੍ਰੋਸੈਸ ਤੁਹਾਡੇ ਅੰਦਰ ਡਿਵੈਲਪ ਹੋਏਗੀ ਜਦੋਂ ਉਹਨਾਂ ਇਸ ਮਹਾਨ ਬਾਣੀ ਦੇ ਜਿਹੜੇ ਅੰਤਰੀਲੀ ਭਾਵ ਜਦੋਂ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ suddenly you will notice though ਕਿ ਬੜੇ ਜਿਹੜੀ ਲਾਈਫ ਦੇ ਰੈਗੂਲਰ ਚੀਜ਼ ਜਿਹੜੀਆਂ ਰੈਗੂਲਰ ਡਿਸੀਜਨ ਤੁਸੀਂ ਲਵੋਗੇ ਨਾ ਆਪਣੀ ਲਾਈਫ ਦੇ ਆਮ ਡਿਸੀਜਨ ਜਿਹੜੇ ਲਵੋਗੇ suddenly ਤੁਸੀਂ ਨੋਟਿਸ ਕਰੋਗੇ ਕਿ ਜਪਜੀ ਦੀਆਂ ਪੌੜੀਆਂ ਅੱਗੇ ਆ ਜਾਣਗੀਆਂ ਤੁਹਾਡੇ. suddenly ਤੁਸੀਂ ਨੋਟਿਸ ਕਰੋਗੇ ਕਿ ਜਪਜੀ ਦੀ ਰੋਸ਼ਨੀ ਤੁਹਾਨੂੰ ਜਪਜੀ ਦੀ ਰੋਸ਼ਨੀ ਵਿੱਚ ਉਹ ਵਾਲੇ ਡਿਸੀਜਨ ਹੋਣਗੇ ਸਾਰੇ. ਤੁਹਾਨੂੰ ਮਹਿਸੂਸ ਹੋਏਗਾ ਕਿ ਨਹੀਂ ਜਪਜੀ ਦੀ ਰੋਸ਼ਨੀ ਐ ਨਹੀਂ ਕਹਿੰਦੀ ਹੈ. ਸੋ ਇਹ ਤਾਂ ਹੋ ਸਕਦਾ ਹੈ ਜਾਂ ਤੇ ਬੰਦਾ ਇਤਨੀ ਬ੍ਰੇਨ ਸ਼ਾਰਪ ਹੋਵੇ ਕਿਸੇ ਦਾ ਕਿ ਕਿਹਾ ਹੋਇਆ ਕਿਸੇ ਦਾ ਸੁਣਿਆ ਹੋਇਆ ਬਿਲਕੁਲ ਮੈਮਰੀ 'ਚ ਲਿਖਿਆ ਜਾਏ ਬਿਲਕੁਲ ਸਾਰਾ. ਮੇਰੇ ਵਾਸਤੇ ਤੇ ਮੁਸ਼ਕਿਲ ਹੈ ਬੜਾ ਮੈਂ ਬੜੀ ਕੋਸ਼ਿਸ਼ ਕੀਤੀ ਹੈ ਮੈਂ ਤੇ ਲਿਖ ਕੇ ਹੀ ਕਰਦਾ ਸਾਰਾ ਕੁਝ ਤੇ ਜੇ ਨਹੀਂ ਹੋ ਸਕਦਾ ਤੇ ਫਿਰ ਉਹਦੀ ਕੋਈ ਨਾ ਕੋਈ ਇੱਕ ਆਪਣੇ ਵਾਸਤੇ ਆਪਣੇ ਪਰਸਨਲ ਨੋਟ ਬਣਾਏ ਚਾਹੇ ਮੇਰੇ ਤੋਂ ਸੁਣ ਕੇ ਬਣਨ ਚਾਹੇ ਕਿਸੇ ਕਿਤਾਬ ਤੋਂ ਸੁਣ ਕੇ ਬਣਨ ਜਾਂ ਲਿਖ ਕੇ ਪੜ੍ਹਨ ਜਾਂ ਕਿਸੇ ਕਿਤਾਬ ਨੂੰ ਰੈਫਰ ਕਰੇ ਪਰ ਇੱਕ ਸ਼ਾਰਟ ਫਾਰਮ ਵਿੱਚ ਇੱਕ ਹੋਵੇ ਸਮਥਿੰਗ ਐਂਡ ਉਹ ਜ਼ਿਆਦਾ ਦੇਰ ਕਰਨ ਦੀ ਲੋੜ ਨਹੀਂ ਹੈ. ਯੂ ਵਿਲ ਨੋਟਿਸ ਇਫ ਯੂ ਡੂ ਇਟ ਫॉर 6 months or a 3 month or a 8 month period
then it will become a part of you. Then you don't need to. Just for example, बंदा कई बारी ड्राइविंग सिखदा है, बंदा बड़ा कुछ होर कुछ सिखदा ਜਿਹੜਾ ਰੋਜ਼ ਕਰਦਾ ਹੈ ਜਿਹੜੀਆਂ ਚੀਜ਼ਾਂ ਉਹਨੂੰ ਬਾਰ-ਬਾਰ ਸਿੱਖਣ ਦੀ ਲੋੜ ਨਹੀਂ ਪੈਂਦੀ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਪੰਜ ਵਾਰੀ ਕਰਨ ਤੋਂ ਬਾਅਦ ਉਹ ਨਿਪੁੰਨ ਹੋ ਜਾਂਦਾ ਉਹਦੇ ਵਿੱਚ, ਫਿਰ ਉਹਨੂੰ ਉਹ ਸੁੱਤਿਆਂ ਹੀ ਸਭ ਕੁਝ ਯਾਦ ਆ ਜਾਂਦਾ ਉਹਨੂੰ ਸਾਰਾ। तो मैं भी चाहना कि मेरी एक अरदास है सारियां अगे कि ਤੁਹਾਨੂੰ ਵੀ ਜਪਜੀ ਦੀ ਨੌਲੇਜ ਇਸ ਤਰ੍ਹਾਂ ਦੀ ਹੋਵੇ ਕਿ ਉੱਠਦਿਆਂ ਬੈਠਦਿਆਂ ਸੌਂਦਿਆਂ ਕੋਈ ਕੰਮ ਕਰਦਿਆਂ ਕੀਰਤਨ ਸੁਣਦਿਆਂ ਲੰਗਰ ਛਕਦਿਆਂ ਖਾਣਾ ਖਾਂਦਿਆਂ ਕਿਚਨ 'ਚ ਜਾਂਦਿਆਂ ਕਿਸੇ ਨਾਲ ਗੱਲਾਂ ਕਰਦਿਆਂ ਡਰਾਈਵਿੰਗ ਕਰਦਿਆਂ ਤੁਹਾਨੂੰ ਜਪਜੀ ਦੇ ਭਾਵ ਤੁਹਾਡੇ ਅੰਦਰ ਰਹਿਣ ਹਮੇਸ਼ਾ। ਤੁਹਾਨੂੰ ਪਤਾ ਹੋਵੇ ਕਿ ਸੈਂਟਰਲ ਮੈਸੇਜ ਕੀ ਹੈ। ਜਿੱਥੇ ਗੁਰੂ ਦੀ ਗੱਲ ਆਵੇ ਤੁਹਾਨੂੰ ਯਾਦ ਆ ਜਾਵੇ ਗੁਰਮੁਖ ਨਾਦਨ ਗੁਰਮੁਖ ਵੇਦਨ। ਜਿੱਥੇ ਗੱਲ ਆ ਜਾਵੇ ਸੁਣਨ ਦੀ ਮਹੱਤਵਪੂਰਨ ਗੱਲ ਆਵੇ ਉੱਥੇ ਸੁਣਿਆਂ ਦੀਆਂ ਪੁੜੀਆਂ ਯਾਦ ਆ ਜਾਵਣ ਤਾਂ। ਜਿੱਥੇ ਖੰਡਾਂ ਦੀ ਡਿਸਕਸ਼ਨ ਆਵੇ ਤੇ ਸਪਿਰਿਚੁਅਲ ਲੈਵਲ ਦੀ ਤੁਹਾਨੂੰ ਪਤਾ ਹੋਵੇ ਵੀ ਹਾਂਜੀ ਇਹ ਕਰਮ ਖੰਡ ਹੈ, ਨਹੀਂ ਇਹ ਗਿਆਨ ਖੰਡ ਹੈ, ਨਹੀਂ ਇਹ ਧਰਮ ਖੰਡ ਹੈ, ਨਹੀਂ ਇਹ ਸਰਮ ਖੰਡ ਹੈ, ਨਹੀਂ ਇਹ ਸੱਚ ਖੰਡ ਹੈ। ਕਿਹੜੀ ਅਵਸਥਾ 'ਚ ਮੈਂ ਖੜਾ ਹੋਇਆ, ਫਿਰ ਇਨਕਰੇਜਮੈਂਟ ਵੀ ਮਿਲਦੀ ਹੈ ਅੱਗੇ ਜਾਣ ਦੀ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਕਰਦੇ ਹਨ ਗੁੱਡ ਤੇ ਜਿਹੜੇ ਨਹੀਂ ਕਰਦੇ ਹਨ ਉਹ ਕੋਸ਼ਿਸ਼ ਕਰਨ। ਜੇ ਕਰੋਗੇ ਤੁਹਾਨੂੰ ਅੰਦਰੋਂ ਇੱਕ ਅੰਦਰਲੀ ਵੀ ਖੁਸ਼ੀ ਤੁਹਾਨੂੰ ਪ੍ਰਾਪਤ ਹੋਏਗੀ। ਸੋ ਇਹ ਮੇਰੀ ਹੈ। ਤੇ ਨੋਟਸ ਲਿਖਣ ਦੇ ਬੜੇ ਤਰੀਕੇ ਹਨ। ਤੁਸੀਂ ਇੰਗਲਿਸ਼ ਲਿਖ ਸਕਦੇ ਹੋ, ਪੰਜਾਬੀ 'ਚ ਲਿਖ ਸਕਦੇ ਹੋ। ਮੇਰਾ ਫੇਵਰਿਟ ਫਾਰਮ ਆਊਟਲਾਈਨ ਦਾ ਹੈ। ਮੈਂ ਜਦੇ ਵੱਡੇ ਸੈਂਟੈਂਸਸ ਨਹੀਂ ਲਿਖਦਾ, 2-4 ਵਰਡ ਲਿਖਦਾ ਹੁੰਦਾ, ਉਹਦੇ 'ਚੋਂ ਪਤਾ ਲੱਗ ਜਾਂਦਾ ਕੀ ਡਿਸਕਸ਼ਨ ਆਈ ਹੈ। ਵੱਡੇ ਸੈਂਟੈਂਸ ਲਿਖਣ ਨਾਲ ਕਈ ਵਾਰੀ ਬੰਦਾ ਪੜ੍ਹ ਨਹੀਂ ਸਕਦਾ। ਸੋ ਇੱਕ ਵਾਰੀ ਗਲਾਂਸ ਕਰੇ ਤੇ ਸਾਰਾ ਕੁਝ ਅੰਦਰ ਆ ਜਾਵੇ। ਦੈਟਸ ਦ ਵੇ ਇਟ ਸ਼ੁੱਡ ਬੀ। ਸੋ ਅਗਰ ਕੋਈ ਕੁਐਸਚਨ ਹੋਵੇ ਤੇ ਪੁੱਛੋ ਮੇਰੇ ਕੋਲੋਂ। Otherwise, I'm going to start with the very first ਪੌੜੀ ਜੋ ਪਹਿਲੇ ਡਿਸਕਸ ਕਰ ਆਏ ਸੀ। ਉਹਨਾਂ ਪੌੜੀਆਂ ਦੇ ਪਹਿਲੀਆਂ ਜਿਹੜੀਆਂ 7 ਪੌੜੀਆਂ ਡਿਸਕਸ ਕਰ ਆਏ ਉਹਨਾਂ ਦਾ ਸਾਰ ਦੁਬਾਰਾ ਡਿਸਕਸ ਕਰਾਂਗੇ। Make sure that everybody is on page here, and then we will go ahead and start with podi number 8. So anybody, I'm still listening if anybody has a question. So मैं ਪੌੜੀ ਨੰਬਰ 1 ਤੋਂ ਮੂਲ ਮੰਤਰ ਦੀ ਜਿਹੜੀ ਹੈ ਡਿਸਕਸ਼ਨ ਉਹ ਤੁਹਾਡੇ ਅੱਗੇ ਪਹਿਲੇ ਰੱਖੀ ਹੋਈ ਹੈ। ਉਹਦੇ ਵਿੱਚ ਨਿਰਗੁਣ ਰੂਪ ਤੇ ਸਰਗੁਣ ਰੂਪ ਦੇ ਦੋਨੋਂ ਰੂਪ ਦੱਸੇ ਹਨ ਉਹਨਾਂ ਨੇ। ਤੇ ਸਤ ਤੇ ਨਾਮ ਜਿਹੜਾ ਹੈ ਉਸ ਨਾਮ ਜ਼ਰੀਆ ਹੈ ਜਿਹਦੇ ਨਾਲ ਕ੍ਰੀਏਸ਼ਨ ਕ੍ਰੀਏਟ ਹੋਈ ਹੈ। ਫਿਰ ਉਸ ਪ੍ਰਮਾਤਮਾ ਦੇ ਜਿਤਨੇ ਜਿਹੜੇ ਸਾਰਥਕ ਨਾਮ ਜਿਹੜੇ ਆਏ ਹਨ ਜਿਹੜੇ ਉਹ ਸਾਰੇ ਨਾਂ ਆਏ ਹਨ ਕਰਤਾ ਤੋਂ ਲੈ ਕੇ ਨਿਰਭਉ ਤੋਂ ਲੈ ਕੇ ਨਿਰਵੈਰ ਤੱਕ। ਤੇ ਇਹ ਸਾਰਿਆਂ ਦੀ ਜੀ ਡਿਸਕਸ਼ਨ ਪਹਿਲੇ ਕਰ ਆਏ ਆ। ਤੇ ਇਹਦੇ ਉੱਤੇ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਇਹ ਖਾਲੀ ਕਹਿਣ ਦੀਆਂ ਜੋਗਾ ਨਹੀਂ ਹਨ, ਆਪਣੀ ਲਾਈਫ ਵਿੱਚ ਅਪਣਾਉਣ ਵਾਲੀਆਂ ਚੀਜ਼ਾਂ ਹਨ। ਤੇ ਇਹ ਵੀ ਕਹਿ ਕੇ ਅੱਗੇ ਜਾ ਕੇ ਫਿਰ ਇਹ ਵੀ ਦੱਸਿਆ ਨੇ ਕਿ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਸਾਰੀਆਂ ਕੁਆਲਿਟੀਆਂ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਹਨ। ਤੇ ਪ੍ਰਮਾਤਮਾ ਦੇ ਨਾਂ ਤੋਂ ਤੁਹਾਨੂੰ ਜੁੜਾਉ ਕਰਾਉਂਦੇ ਹਨ, ਇੱਕ ਵਕਫੀਅਤ ਕਰਾਉਂਦੇ ਹਨ ਕ੍ਰੀਏਟਰ ਨਾਲ। ਉਸ ਉਹ ਵਕਫੀਅਤ ਕਰਾਉਣ ਤੋਂ ਬਾਅਦ ਫਿਰ ਜਪਜੀ ਦੀਆਂ ਪਹਿਲੀਆਂ ਪੌੜੀਆਂ ਜਿਹੜੀਆਂ ਹਨ ਉਹ ਸ਼ੁਰੂ ਹੁੰਦੀਆਂ। ਸੋ ਇੱਥੇ ਮੈਂ ਇੱਥੇ ਨੰਬਰ 1 ਜਿਹੜੀ ਪੌੜੀ ਵਿੱਚ ਜਿਹੜਾ ਸਾਰ ਜਿਹੜਾ ਪਹਿਲੀ ਪੌੜੀ ਦਾ ਉਹ ਇਹ ਹੈ ਕਿ ਹੁਕਮ ਦੀ ਆਪਣੀ ਜ਼ਿੰਦਗੀ ਨੂੰ ਖੁਦ ਨਾ ਜੀਓ, ਉਸਦੀ ਮਰਜ਼ੀ ਨੂੰ ਪੁੱਛੋ, ਪਰਮਾਤਮਾ ਦੀ ਮਰਜ਼ੀ ਨੂੰ, ਤੇ ਹੁਕਮ ਦੀ ਰਜ਼ਾ ਵਿੱਚ ਚਲੋ। ਆਪਣੀ ਮਰਜ਼ੀ ਨਾ ਕਰੋ, ਆਪਣੀ ਮਰਜ਼ੀ ਨੂੰ ਪਿੱਛੇ ਰੱਖੋ, ਆਪਣੀ ਮਰਜ਼ੀ ਨੂੰ ਕੈਂਸਲ ਕਰ ਦਿਓ, ਆਪਣੀ ਮਰਜ਼ੀ ਇੰਪੋਰਟੈਂਟ ਨਾ ਰੱਖੋ। ਇਹ ਦੇਖੋ ਕਿ ਉਹ ਕਿਸ ਚੀਜ਼ ਤੋਂ ਖੁਸ਼ ਹੁੰਦਾ ਹੈ, ਉਹ ਦੇਖੋ ਕਿ ਉਹਦੀ ਮਰਜ਼ੀ ਕੀ ਹੈ, ਉਹ ਕੀ ਚਾਹੁੰਦਾ ਹੈ, ਉਹ ਕਿਹੜੀਆਂ ਚੀਜ਼ਾਂ ਚਾਹੁੰਦਾ ਹੈ ਤੁਹਾਡੇ ਕੋਲ। ਜੇ ਤੁਸੀਂ ਕਰੋ, ਜੇ ਉਹ ਸੁਣ ਕੇ ਦੇਖ ਕੇ ਤੁਹਾਡੇ ਤੇ ਖੁਸ਼ ਹੋ ਜਾਵੇ ਤੇ ਆਪਣੀ ਮਰਜ਼ੀ ਨੂੰ ਆਪਣੀ ਇੱਛਾਵਾਂ ਨੂੰ ਉਹਦੀ ਰਜ਼ਾ ਵਿੱਚ ਲੈ ਕੇ ਤੇ ਉਹਦੀ ਰਜ਼ਾ ਨੂੰ ਆਪਣੀ ਰਜ਼ਾ ਸਮਝੇ ਬੰਦਾ। ਇਹ ਪਹਿਲੀ ਪੌੜੀ ਦਾ ਭਾਵ ਹੈ। ਆਪਣੀਆਂ ਖੁਸ਼ੀਆਂ ਤੇ ਫੋਕਸ ਨਾ ਕਰੇ। ਇਹ ਨਾ ਫੋਕਸ ਕਰੇ ਕਿ ਮੈਨੂੰ ਕੀ ਚੰਗਾ ਲੱਗਦਾ, ਇਹ ਫੋਕਸ ਕਰੇ ਕਿ ਉਹਨੂੰ ਕੀ ਚੰਗਾ ਲੱਗਦਾ ਹੈ। ਇਹ ਕਿੱਥੋਂ ਪਤਾ ਲੱਗਦਾ ਹੈ? ਇਹ ਗੁਰਬਾਣੀ ਦੱਸਦੀ ਹੈ। ਗੁਰਬਾਣੀ ਤੋਂ ਉਹਦੀ ਮਰਜ਼ੀ ਦਾ ਪਤਾ ਲੱਗਦਾ, ਉਹ ਕੀ ਚਾਹੁੰਦਾ ਹੈ। ਹਾਂਜੀ, ਉਹ ਚਾਹੁੰਦਾ ਹੈ ਤੁਸੀਂ ਨਿਰਵੈਰ ਹੋਵੋ, ਉਹ ਚਾਹੁੰਦਾ ਹੈ ਤੁਹਾਡੇ ਚ ਨਿਰਮਾਣਤਾ ਆਏ, ਤੁਹਾਡੇ ਚ ਹਿਊਮਿਲਿਟੀ ਆਏ, ਉਹ ਚਾਹੁੰਦਾ ਹੈ ਤੁਹਾਡੇ ਵਿੱਚ
करुणा आए, तुहाडे दूसरिਆਂ ਦੇ दुख दूर ਕਰਨ ਦੀ एबिलिटी आए तुहाडे विच। मैं सारे गुण लिखने नहीं। ਉਹ ਚਾਹੁੰਦਾ ਹੈ ਤੁਹਾਡੀ ਜੀਵਨ ਸੱਚ ਵਾਲਾ ਹੋਵੇ, ਉਹ ਚਾਹੁੰਦਾ ਹੈ ਤੁਹਾਡੇ ਜੀਵਨ ਵਿੱਚ ਸੇਵਾ ਬਹੁਤੀ ਹੋਵੇ। ਇਹ ਸਾਰੇ ਗੁਣ ਹਨ ਉਹਦੀ ਮਰਜ਼ੀ ਦੇ ਕਰਨ ਨਾਲ ਉਹਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਮਹਾਰਾਜ ਕਹਿੰਦੇ ਹਨ ਕਿ ਉਸਦੀ ਰਜ਼ਾ ਵਿੱਚ, ਆਪਣੀ ਰਜ਼ਾ ਵਿੱਚ, ਆਪਣੀ ਮਰਜ਼ੀ ਨੂੰ ਉਹਦੀ ਮਰਜ਼ੀ ਵਿੱਚ ਦੇਖੋ ਤੇ ਉਸ ਮਰਜ਼ੀ ਨੂੰ ਦੇਖ ਕੇ ਖੁਸ਼ ਹੋਵੋ ਉਹਦੀ ਮਰਜ਼ੀ ਵਿੱਚ। ਨਹੀਂ ਤੇ ਜੇ ਨਹੀਂ ਤੇ ਫਿਰ ਉਹਦੀ ਰਜ਼ਾ ਨੂੰ ਦੇ ਵਿੱਚ ਖੁਸ਼ ਨਹੀਂ ਹੋਵੋਗੇ, ਜੇ ਉਹਦੀ ਮਰਜ਼ੀ ਵਿੱਚ ਖੁਸ਼ ਨਹੀਂ ਹੋਵੋਗੇ, परमात्मा ते चलन दे रस्ते विच तुहानू मुश्किल आएगी। तुहानू ਇਹ ਇੱਕ ਪਹਿਲੀ ਪੌੜੀ ਦਾ ਸਾਰ ਹੈ। ਜਿਹੜਾ ਪਹਿਲੀਆਂ 4 ਐਗਜ਼ਾਮਪਲ ਦਿੰਦੇ ਹਨ ਕਿ ਜਿਹੜੀਆਂ ਨਹੀਂ ਕੰਮ ਆਉਂਦੀਆਂ, ਚੁੱਪੇ ਚੁੱਪ ਨਾ ਹੋਵੇ, ਉਹ ਸਭ ਚੀਜ਼ਾਂ ਐਗਜ਼ਾਮਪਲ ਦੇਣ ਤੋਂ ਬਾਅਦ ਫਿਰ ਅਗਲੀ ਜਿਹੜੀ ਹੈ, ਜਿਹੜੀਆਂ ਪਹਿਲੇ 4-5 ਐਗਜ਼ਾਮਪਲ ਦੇ ਕੇ ਫਿਰ ਆਪਣੀ ਮਰਜ਼ੀ ਅੱਗੇ ਰੱਖਦੇ ਹਨ ਜੀ। ਐਨੀ ਕੁਐਸਚਨ ਸੋ ਫਾਰ? ਦੋ ਮੈਂ ਕੁਐਸਚਨ ਨਾਲ ਪੁੱਛਦਾ ਜਾਵਾਂਗਾ। ਆਈ ਡੋਂਟ ਵਾਂਟ ਟੂ wait until the entire and I'm going to clear my drawing this one so I can do my next body though. ਸੁਰਿੰਦਰ ਜੀ, ਤੁਸੀਂ ਪਹਿਲਾਂ ਬਹੁਤ ਵਾਰੀ ਫਰਕ ਜਗ੍ਹਾ ਤੇ ਕਹਿ ਚੁੱਕੇ ਹੋ, ਪਰ ਇਹ ਨਿਰਵੈਰ, ਨਿਰਮਾਨਤਾ, ਕਰੁਣਾ, ਜੀਵਨ ਸੱਚ ਵਾਲਾ ਹੋਵੇ, ਸੇਵਾ, ਹੋਰ ਦੱਸ ਸਕਦੇ ਹੋ ਇਹਦੇ ਚ ਹੋਰ ਕੀ ਹੈ? ਹੋਰ ਬੜੀਆਂ ਚੀਜ਼ਾਂ ਹਨ, ਜਿਸ ਤਰ੍ਹਾਂ ਤੁਹਾਡੇ ਵਿੱਚ ਖਿਮਾ ਦਾ ਗੁਣ ਹੋਵੇ, ਜੀਵਨ ਤੁਹਾਡਾ ਸੁੱਚਾ ਹੋਵੇ, ਤੁਹਾਡੇ ਜੀਵਨ ਚ ਕਰੁਣਾ ਹੋਵੇ, ਦੂਸਰਿਆਂ ਦੇ ਦੁੱਖ ਦੇਖ ਨਾ ਸਕੋ ਤੁਸੀਂ, ਤੁਹਾਡੇ ਵਿੱਚ ਉਹਦੀ ਕੁਦਰਤ ਵਾਲੇ ਪਿਆਰ ਹੋਵੇ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਹੋਵੇ। ਜਿਹੜੇ ਗੁਣ ਜਿਹੜੇ ਗੁਰਬਾਣੀ ਚ ਆਏ ਹਨ ਵੱਡੇ, ਉਹ ਸਾਰੇ ਗੁਣ ਤੁਹਾਡੇ ਚ ਹੋਣ। ਇਹਨਾਂ ਗੁਣਾਂ ਨਾਲ ਧਾਰਨੀ ਕਰਨ ਨਾਲ ਮਨ ਵਿੱਚ ਭਗਤੀ ਪੈਦਾ ਹੁੰਦੀ ਹੈ। ਮਨ ਵਿੱਚ ਉਹ ਰਸਤਾ, ਉਹਦੀ ਮਰਜ਼ੀ ਨੂੰ ਪਛਾਣਨਾ ਔਰ ਉਹਦੀ ਮਰਜ਼ੀ ਦੇ ਵਿੱਚ ਖੁਸ਼ ਹੋ ਕੇ ਜੀਣਾ, ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ। ਤੇ ਇੱਕ ਵਾਰੀ ਉਹਦੀ ਰਜ਼ਾ ਵਿੱਚ ਚੱਲਣਾ ਜਦੋਂ ਸ਼ੁਰੂ ਕਰਦਾ ਹੈ ਇਹ ਗੁਣ ਲੈ ਕੇ, ਇਹਨਾਂ ਗੁਣਾਂ ਨਾਲ ਭਗਤੀ ਪੈਦਾ ਹੁੰਦੀ ਹੈ। ਇਹਨਾਂ ਗੁਣਾਂ ਨਾਲ ਪ੍ਰਮਾਤਮਾ ਮਿਹਰ ਕਰਦਾ ਉਸਦੇ ਉੱਤੇ, ਤੇ ਉਸ ਮਿਹਰ ਨਾਲ ਫਿਰ ਆਪਣੇ ਨਾਮ ਨਾਲ ਆਕਰਸ਼ਿਤ ਕਰਦਾ ਉਸ ਬੰਦੇ ਨੂੰ, ਤੇ ਉਹ ਫਿਰ ਬੰਦਾ ਉੱਥੇ ਅਟਰੈਕਟ ਹੋ ਜਾਂਦਾ ਉੱਥੇ। ਇਹ ਸਾਰੇ ਗੁਣ ਜਿਹੜੇ ਹਨ, ਇਹ ਗੁਣ ਬਾਣੀ ਵਿੱਚ ਬਾਰ-ਬਾਰ ਨਿਰੂਪਣ ਹੋਏ ਨੇ। ਗੁਣ ਥਾਂ ਤੇ ਹਰ ਜਗ੍ਹਾ ਤੇ ਨਿਰੂਪਣ ਹੋਏ ਹਨ। ਔਰ ਇੱਕ ਜਗ੍ਹਾ ਮੈਂ ਜਦੋਂ ਡਿਸਕਸ ਕੀਤਾ ਸੀ ਤਾਂ ਮੈਂ ਲਿਖੇ ਵੀ ਸਨ ਸਾਰੇ। ਸੋ ਇਹ 7-8 ਗੁਣ ਜਿਹੜੇ ਵੱਡੇ ਹਨ, ਹਿਊਮਿਲਿਟੀ ਵਾਲਾ, ਸੱਚ ਵਾਲਾ, ਖਿਮਾ ਵਾਲਾ, ਸੇਵਾ ਵਾਲਾ, ਕਰੁਣਾ ਵਾਲਾ, ਸੱਚ ਬੋਲਣ ਵਾਲਾ, ਖਿਮਾ ਵਾਲਾ ਗੁਣ, ਇਹ ਸਾਰੇ ਗੁਣ ਇੰਪੋਰਟੈਂਟ ਹਨ ਸਾਰੇ। ਹਿਊਮਿਲਿਟੀ ਜਿਹੜੀ ਹੈ ਉਹ ਪ੍ਰੋਬਬਲੀ ਰੈਂਕ ਟਾਪ ਤੇ ਕਰਦੀ ਹੈ। ਖਿਮਾ ਵਾਲਾ ਗੁਣ ਔਖਾ ਹੈ ਮਿਲਣਾ, ਲੇਕਿਨ ਕੋਸ਼ਿਸ਼ ਕਰੇ ਤੇ ਮਿਲ ਸਕਦੇ ਹਨ। ਬਾਣੀ ਨਾਲ ਪਿਆਰ, ਸਾਰੇ ਨਾਲ ਪਿਆਰ ਨਾਲ ਰਹਿਣਾ, ਹੋਰ ਸਾਰਿਆਂ ਨੂੰ ਇੱਕ ਜਗ੍ਹਾ ਦੇਖਣਾ, ਸਾਰਿਆਂ ਦੇ ਅੰਦਰ ਪ੍ਰਮਾਤਮਾ ਦਾ ਰੂਪ ਦੇਖਣਾ, ਇਹੋ ਜਿਹੇ ਗੁਣ ਪ੍ਰਮਾਤਮਾ ਨੂੰ ਪਸੰਦ ਹੈ ਜਿਹੜੀ ਬਾਣੀ ਵਿੱਚ ਨਿਰੂਪਣ ਹੋਏ ਹਨ। ਦੂਸਰੀ ਪੌੜੀ ਵਿੱਚ ਆ ਕੇ ਮੈਂ ਕਲਰ ਇੱਥੇ ਬਦਲ ਲੈਂਦਾ। ਦੂਸਰੀ ਪੌੜੀ ਵਿੱਚ ਆ ਕੇ ਜਿਹੜਾ ਹੈ ਡਿਸਕਸ਼ਨ ਜਿਹੜੀ ਹੈ, ਹੁਕਮ ਦੀ ਡੈਫੀਨੇਸ਼ਨ ਦਿੰਦੇ ਹਨ। ਹੁਕਮ ਕੀ ਹੈ? ਤੇ ਇਹ ਵੀ ਨਾਲ ਦੱਸਦੇ ਹਨ ਕਿ ਹੁਕਮ ਦਾ ਜਿਹੜਾ ਆਪੋਜ਼ਿਟ ਵਰਡ ਹੈ ਹੋਮੇ ਹੈ, ਤੇ ਹੋਮੇ ਦੀ ਪਹਿਚਾਣ ਕਰਾਉਂਦੇ ਹਨ। ਤੇ ਨਾਲ ਇਹ ਦੱਸਦੇ ਹਨ ਕਿ ਹੋਮੇ ਤੇ ਹੁਕਮ ਇੱਕ ਥਾਂ ਨਹੀਂ ਰਹਿ ਸਕਦੇ, ਇਹ ਦੋਨੋਂ ਆਪੋਜ਼ਿਟ ਹਨ, ਐਂਟੋਨਿਮ ਹਨ ਦੋਨੋਂ। ਆਪਣੀ ਹੋਮੇ ਦੀ ਪਹਿਚਾਣ ਹੋਵੇ ਔਰ ਹੁਕਮ ਨਾ ਕਿਹਾ ਜਾਏ ਕਹਿ ਕੇ ਹੁਕਮ ਔਖਾ ਹੈ ਸਮਝਣਾ, ਕਿਉਂਕਿ ਉਹ ਪ੍ਰਮਾਤਮਾ ਔਖਾ ਹੈ ਸਮਝਣਾ, ਪਰ ਹੋਮੇ ਈਜ਼ੀ ਹੈ ਸਮਝਣਾ। ਕਈ ਵਾਰੀ ਇੱਕ ਵਰਡ ਮੁਸ਼ਕਿਲ ਹੁੰਦਾ ਸਮਝਣਾ, ਲੇਕਿਨ ਉਹਦਾ ਆਪੋਜ਼ਿਟ ਸਮਝ ਆ ਜਾਂਦੀ ਹੈ। ਕਈ ਵਾਰੀ ਲਾਈਟ ਦੀ ਸਮਝ ਨਹੀਂ ਆਉਂਦੀ, ਪਰ ਡਾਰਕਨੈਸ ਪਤਾ ਲੱਗ ਜਾਂਦੀ ਹੈ, ਡਾਰਕਨੈਸ ਕੀ ਹੈ। ਸੋ ਡਾਰਕਨੈਸ ਹੋਮੇ ਹੈ, ਤੇ ਹੋਮੇ ਦੀ ਪਹਿਚਾਣ ਕਰਾਉਂਦੇ ਹਨ ਤੇ ਦੱਸਦੇ ਹਨ ਕਿ ਹੋਮੇ ਨੂੰ ਪਹਿਚਾਣੋ ਤੇ ਹੋਂ ਕੀ ਹੈ। ਹੋਂ ਇੱਕ ਉਹ ਅਵਸਥਾ ਹੈ ਜਿਸ ਵਿੱਚ ਬੰਦਾ ਮਹਿਸੂਸ ਕਰਦਾ ਹੈ ਕਿ ਮੈਂ ਕਰਨ ਕਰਾਉਣ ਵਾਲਾ ਹਾਂ, ਪ੍ਰਮਾਤਮਾ ਕਰਨ ਕਰਾਉਣ ਵਾਲਾ ਨਹੀਂ ਹੈ। ਨਾਮ ਨਹੀਂ ਕੁਝ ਕਰ ਰਿਹਾ, ਅੱਖਾਂ ਨਾਮ ਦੀ ਰੋਸ਼ਨੀ ਵਿੱਚ ਨਹੀਂ ਦੇਖਦੀਆਂ, ਅੱਖਾਂ ਮੇਰੀਆਂ ਹਨ, ਮੈਂ ਦੇਖ ਰਿਹਾ, ਮੇਰੀਆਂ ਲੱਤਾਂ ਚੱਲ ਰਹੀਆਂ ਹਨ, ਮੈਂ ਹਾਂ ਕੁਝ, ਮੇਰੀ ਹਸਤੀ ਹੈ, ਮੈਂ ਕਰਨ ਕਰਾਉਣ ਵਾਲਾ, ਪ੍ਰਮਾਤਮਾ ਕਰਨ ਕਰਾਉਣ ਵਾਲਾ ਨਹੀਂ ਹੈ। ਨਾਮ ਦੀ ਕੋਈ ਵੈਲਿਊ ਨਹੀਂ, ਨਾਮ ਦੀ ਸ਼ਕਤੀ ਨਹੀਂ ਹੈ, ਨੇਚਰ ਦੀ ਕੋਈ ਸ਼ਕਤੀ ਨਹੀਂ ਹੈ। ਸੂਰਜ ਆਪੇ ਆਪ ਆ ਜਾਂਦਾ ਹੈ, ਚੰਦਰਮਾ ਆਪੇ ਆਪ ਆ ਜਾਂਦਾ ਹੈ, ਭੁੱਖ ਮੈਨੂੰ ਆਪੇ ਆਪ ਲੱਗ ਜਾਂਦੀ ਹੈ। ਰੀਪਰੋਡਕਸ਼ਨ ਜਿਹੜਾ ਉਹ ਨੇਚਰ ਦਾ ਸਿਸਟਮ ਹੈ, ਇਹ ਪ੍ਰਮਾਤਮਾ ਵਿੱਚ ਕੋਈ ਹੱਕ ਨਹੀਂ ਦਾ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ, ਜਿਹੜੀਆਂ
ਇਹਦੀ ਵਜ੍ਹਾ ਦੇ ਨਾਲ ਪ੍ਰਮਾਤਮਾ ਦੂਰ ਹੁੰਦਾ। ਮਹਾਰਾਜ ਸਮਝਾਉਂਦੇ ਹਨ ਇਸ ਪੌੜੀ ਵਿੱਚ ਕਿ ਹੁਕਮ ਕਰਨ ਕਰਾਉਣ ਵਾਲਾ ਹੁਕਮ ਹੈ, ਤੁਸੀਂ ਨਹੀਂ ਹੋ। ਤੇ ਜਿਸ ਨੂੰ ਹਉਮੈ ਦੀ ਬੁਝ ਹੋ ਜਾਂਦੀ ਹੈ, ਜਿਹੜਾ ਹਉਮੈ ਬੁਝ ਲੈਂਦਾ ਹੈ, ਉਹ ਹੁਕਮ ਦੇ ਨੇੜੇ ਆ ਜਾਂਦਾ ਹੈ। ਇਹ ਦੂਸਰੀ ਪੌੜੀ ਦਾ ਭਾਵ ਹੈ। ਐਂਟੋਨਿਮ ਹਉਮੈ ਦਾ ਸਮਝਾ ਕੇ ਹੁਕਮ ਦੀ ਸੋਝੀ ਦਿੰਦੇ ਹਨ ਇਸ ਪੌੜੀ ਵਿੱਚ। ਇਹ ਹੈਲਪ ਕਰਦਾ ਹੈ, ਜਿਗਿਆਸੂ ਨੂੰ ਹੈਲਪ ਕਰਦਾ ਹੈ। ਤੇ ਜਿਗਿਆਸੂ ਬਾਰ-ਬਾਰ ਇਸ ਬਾਰੇ ਸੋਚੇ ਕਿ ਆਈ ਵਰਡ ਨਾ ਯੂਜ਼ ਕਰੇ, ਆਈ ਵਰਡ ਦੀ ਵਰਤੋਂ ਘੱਟ ਕਰ ਦੇਵੇ। ਤੁਸੀਂ ਕੁਛ ਨਹੀਂ ਹੋ, ਹੱਦੀ ਉਸੀ ਦੀ ਹੈ। ਲੇਕਿਨ ਇਹਦਾ ਮਤਲਬ ਨਹੀਂ ਹੈ ਕਿ ਹਉਮੈ ਬਿਲਕੁਲ ਖਤਮ ਕਰ ਦੇਣੀ ਹੈ। ਹਉਮੈ ਕਿਸੇ ਹੱਦ ਤੱਕ ਚਾਹੀਦੀ ਹੈ, ਮਿਨੀਮਮ ਨੰਬਰ ਆਫ ਹਉਮੈ ਚਾਹੀਦੀ ਹੈ, ਕਿਉਂਕਿ ਤੁਸੀਂ ਜੀਣਾ ਹੈ ਸੰਸਾਰ ਵਿੱਚ। ਮੇਰਾ ਨਾਮ ਸੁਰਿੰਦਰ ਹੈ ਤੇ ਤੁਹਾਡਾ ਨਾਮ ਸੁਮੀਤ ਹੈ, ਕਿਸੇ ਦਾ ਨਾਮ ਨਰਿੰਦਰ ਹੈ, ਕਿਸੇ ਦਾ ਨਾਮ ਕਮਲ ਹੈ। ਉਹ ਨਾ ਸਭ ਨੂੰ ਹੈ, ਤਾਂ ਕਿ ਉਹਦੀ ਆਪਣੀ ਅਲੱਗ ਇੰਡੀਵਿਜੁਅਲਿਟੀ ਹੈ। ਪਰ ਇੰਡੀਵਿਜੁਅਲਿਟੀ ਅਲੱਗ ਹੁੰਦਿਆਂ ਹੋਇਆ ਵੀ ਪਰਮਾਤਮਾ ਦਾ ਜਿਹੜਾ ਵੱਡਾ ਜਿਹੜਾ ਘੇਰਾ ਹੈ ਉਤਰਲਾ, ਉਹਦਾ ਜਿਹੜੇ ਅੰਬਰੇਲਾ ਹੈ, ਉਸਨੂੰ ਨਾਮ ਦੇ ਅੰਬਰੇਲੇ ਨੂੰ ਭੁੱਲੇ ਨਾ, ਤੇ ਇਹ ਨਾ ਭੁੱਲ ਕੇ ਉਸ ਪਰਮਾਤਮਾ ਨੂੰ ਯਾਦ ਕਰੇ। ਇਹ ਦੂਸਰੀ ਪੌੜੀ ਦਾ ਭਾਵ ਹੈ। ਤੇ ਇੱਥੋਂ ਚੱਲ ਕੇ ਡਿਸਕਸ਼ਨ ਜਿਹੜੀ ਹੈ ਨੰਬਰ 3 ਤੇ ਆਉਂਦੀ ਹੈ। ਤੇ ਨੰਬਰ 3 ਦੀ ਜਿਹੜੀ ਡਿਸਕਸ਼ਨ ਇਹ ਹੈ ਕਿ ਪਰਮਾਤਮਾ ਨੂੰ ਯਾਦ ਬੜੇ ਕਰਦੇ ਹਨ ਲੋਕ, ਗਾਣ ਗਾਉਂਦੇ ਬੜੇ ਹਨ, ਯਾਦ ਕਰਦੇ ਹਨ ਲੋਕ। ਇੱਥੇ ਵਰਡ ਗਾਵਣਾ ਲਿਖਿਆ ਹੈ, ਉਹਦੇ ਗੁਣ ਗਾਉਂਦੇ ਹਨ, ਪਰ ਆਪਣੀ ਮਰਜ਼ੀ ਨਾਲ, ਆਪਣੀ ਕੋਈ ਹੋਵੇ ਇੱਛਾ ਤੇ ਕੋਈ ਇੱਛਾ ਪੂਰਤੀ ਵਾਸਤੇ ਜ਼ਿਆਦਾ ਲੋਕ ਗਾਉਂਦੇ ਹਨ। ਕਈ ਲੋਕ ਇਸ ਵਾਸਤੇ ਗਾਉਂਦੇ ਹਨ ਕਿ ਮੈਂ ਮਰ ਨਾ ਜਾਵਾਂ, ਕਈਆਂ ਨੂੰ ਦੁੱਖ ਦੂਰ ਕਰਨ ਵਾਸਤੇ ਗਾਉਂਦੇ ਹਨ, ਕਈਆਂ ਨੂੰ ਕੋਈ ਚੀਜ਼ਾਂ ਚਾਹੀਦੀਆਂ ਹੈਗੀਆਂ ਨੇ, ਉਹ ਚੀਜ਼ਾਂ ਲੈਣੀਆਂ ਨੇ, ਉਹਨਾਂ ਨੂੰ ਪੁੱਤਰ ਧੀਆਂ ਵਾਸਤੇ ਚੀਜ਼ਾਂ ਲੈਣੀਆਂ ਨੇ, ਉਹਨੂੰ ਆਪਣੇ ਵਾਸਤੇ ਚੀਜ਼ਾਂ ਲੈਣੀ, ਘਰ ਵੱਡੇ ਚਾਹੀਦੇ, ਪੈਸੇ ਚਾਹੀਦੇ ਨੇ, ਸਿਹਤ ਚਾਹੀਦੀ ਹੈ, ਕੋਈ ਚੀਜ਼ ਚਾਹੀਦੀ ਹੈ ਉਹਨਾਂ ਨੂੰ। ਦੇ ਨੀਡ ਸਮਥਿੰਗ। ਉਹ ਨੀਡ ਦੇ ਬੇਸ ਦੇ ਉੱਤੇ ਫਿਰ ਉਹ ਸਾਰਾ ਕੁਝ ਡਿਵੈਲਪ ਹੁੰਦਾ ਉਹਨਾਂ ਦੀ ਰਿਲੇਸ਼ਨਸ਼ਿਪ। ਮਹਾਰਾਜ ਇਸ ਗੱਲ ਤੋਂ ਤਿਰਸਕਾਰ ਨਹੀਂ ਕਰਦੇ। ਮਹਾਰਾਜ ਇਹ ਨਹੀਂ ਕਹਿੰਦੇ ਕਿ ਤੁਸੀਂ ਮੰਗੋ ਨਾ। ਮਹਾਰਾਜ ਤੀਸਰੀ ਪੌੜੀ 'ਚ ਕਹਿੰਦੇ ਨੇ ਕਿ ਦੇਣ ਵਾਲਾ ਦੇਂਦਾ ਹੈ, ਤਾਂ ਤੁਸੀਂ ਉਹਨੂੰ ਯਾਦ ਕਰੋ ਨਾ ਕਰੋ, ਉਹ ਹਮੇਸ਼ਾ ਦੇਂਦਾ ਆਇਆ ਹੈ। ਤੇ ਇਸ ਵਾਸਤੇ ਕਹਿੰਦੇ ਹਨ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਜੀਵਨ ਬਣਵਾਓ ਜਿਸ ਤਰ੍ਹਾਂ ਉਹ ਬੇਪਰਵਾਹ ਹੈ, ਉਹਨੂੰ ਯਾਦ ਕਰੇ ਨਾ ਕਰੇ ਕੋਈ, ਉਹਨੂੰ ਸਲਾਹੇ ਨਾ ਕਰੇ, ਉਹਨੂੰ ਸਲਾਹੇ ਜਾਂ ਨਾ ਸਲਾਹੇ, ਤਾਂ ਵੀ ਉਹ ਦਿੰਦਾ ਹੈ ਹਮੇਸ਼ਾ, ਦਿੰਦਾ ਥੱਕਦਾ ਨਹੀਂ ਕਦੀ, ਕਿਉਂਕਿ ਉਹ ਆਪ ਬੇਪਰਵਾਹ ਹੈ। ਤੁਸੀਂ ਵੀ ਬੇਪਰਵਾਹ ਵਾਲਾ ਜੀਵਨ ਅਪਣਾਓ, ਉਸ ਸੱਚੇ ਨਾਲ ਪਿਆਰ ਕਰੋ, ਉਸ ਸੱਚੇ ਕੋਲ ਸਿਰਫ ਚੀਜ਼ਾਂ ਮੰਗੋ। ਉਹ ਦੇਣ ਦੇ ਥੱਕਦਾ ਨਹੀਂ ਕਦੀ, ਲੇਕਿਨ ਉਸ ਸੱਚੇ ਨੂੰ ਹੀ ਮੰਗੋ ਕਦੀ, ਉਸ ਸੱਚੇ ਨੂੰ ਆਪਣੇ ਹਿਰਦੇ 'ਚ ਵਸਾਓ। ਇਹ ਵੀ ਉਹਦੀ ਵੀ ਕੰਡੀਸ਼ਨ ਹੈ, ਉਹ ਤਾਂ ਹੋ ਸਕਦਾ ਹੈ ਜੇ ਉਹਦਾ ਤਾਣ ਤੁਹਾਡੇ ਹਿਰਦੇ 'ਚ ਹੋਵੇ। ਸੋ ਇਹ ਤੀਜੀ ਪੌੜੀ ਦਾ ਭਾਵ ਹੈ ਕਿ ਆਪ ਵੀ ਬੇਪਰਵਾਹ ਮੰਗੋ। ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਜੇ ਤੁਸੀਂ ਕੁਝ ਕਿਸੇ ਨੂੰ ਦਿੰਦੇ ਹੋ, ਉਹ ਨਹੀਂ ਦਿੰਦਾ ਤੁਹਾਨੂੰ ਵਾਪਸ, ਜਾਂ ਉਹ ਤੁਹਾਨੂੰ ਵਾਪਸ ਪਿਆਰ ਨਹੀਂ ਕਰਦਾ, ਤਾਂ ਵੀ ਤੁਸੀਂ ਉਹਦੇ ਨਾਲ ਸਹਾਨੁਭੂਤੀ ਰੱਖੋ, ਤਾਂ ਵੀ ਉਹਦੇ ਨਾਲ ਤੁਸੀਂ ਠੀਕ ਤਰ੍ਹਾਂ ਪੇਸ਼ ਆਓ। ਜਿਸ ਤਰ੍ਹਾਂ ਉਹ ਬੇਪਰਵਾਹ ਹੈ, ਤੁਸੀਂ ਵੀ ਬੇਪਰਵਾਹ ਬਣੋ, ਤੇ ਉਸ ਪਿਆਰੇ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾਓ। ਉਹਦੇ ਕੋਲ ਚੀਜ਼ਾਂ ਮੰਗੋ ਜ਼ਰੂਰ, ਸਾਰੇ ਮੰਗਦੇ ਹਨ। ਕੋਈ ਵਿਦਿਆ ਵਿਖਮ ਵਿਚਾਰ ਵਾਲੀ ਗੱਲ ਮੰਗਦਾ ਹੈ, ਕੋਈ ਕਿਸ ਭਾਵ ਨਾਲ ਉਹਨੂੰ ਯਾਦ ਕਰਦਾ ਹੈ, ਲੇਕਿਨ ਤੁਸੀਂ ਵੀ ਉਸਨੂੰ ਯਾਦ ਕਰੋ। ਤੇ ਯਾਦ ਕਰਕੇ ਉਹ ਜਿਸ ਤਰ੍ਹਾਂ ਬੇਪਰਵਾਹ ਹੈ, ਤੁਸੀਂ ਵੀ ਬੇਪਰਵਾਹ ਵਾਲੀ, ਤੁਸੀਂ ਵੀ ਉਸ ਸਥਾਨ ਤੱਕ ਪਹੁੰਚ ਜਾਓ ਤੇ ਉਸ ਪਿਆਰੇ ਦੀ ਯਾਦ ਵਿੱਚ ਆਪਣਾ ਜੀਵਨ ਜਿਹੜਾ ਵੈ ਹਉਮੈ ਨੂੰ ਤਿਆਗ ਕੇ ਤੇ ਉਸ ਪਿਆਰੇ ਦੀ ਯਾਦ ਵਿੱਚ ਖੋ ਜਾਓ, ਤੁਸੀਂ ਵੀ ਬੇਪਰਵਾਹ ਹੋ ਕੇ। ਇਹ ਤੀਸਰੀ ਪੌੜੀ ਦਾ ਭਾਵ ਹੈ। ਡਿਵੈਲਪ ਕਰਦੇ ਪਏ ਹਨ ਥਿਊਰੀ ਹੁਣ ਆਪਣੀ ਗੁਰਮਤ ਦੀਆਂ ਜਿਹੜੀਆਂ ਫਾਊਂਡੇਸ਼ਨਲ ਜਿਹੜੀਆਂ ਥਿਊਰੀਜ਼ ਨੇ ਜਪਜੀ 'ਚ ਡਿਵੈਲਪ ਹੁੰਦੀਆਂ ਪਈਆਂ, ਜਿਹੜੀ ਹੁਕਮ ਰਜਾਈ ਚੱਲਣ ਤੋਂ ਬਾਅਦ ਹਉਮੈ ਦੀ ਪਹਿਚਾਣ, ਤੇ ਫਿਰ ਉਸ ਪ੍ਰਮਾਤਮਾ ਨੂੰ ਜਿਹੜੇ ਯਾਦ ਕਰਦੇ ਹਨ, ਕਿਉਂ ਯਾਦ ਕਰਦੇ ਹਨ, ਤੇ ਫਿਰ ਸੱਚੀ ਯਾਦ ਕੀ ਹੈ, ਇਸ ਦੇ ਉੱਤੇ ਦੁਹਰਾ ਕੇ ਤੇ ਦੱਸਦੇ ਹਨ ਕਿ ਉਹ ਬੇਪਰਵਾਹ ਹੈ। ਤੇ ਇਹ 3 ਪੌੜੀਆਂ ਦਾ ਭਾਵ ਹੈ। ਤੇ ਚੌਥੀ ਪੌੜੀ ਦਾ ਭਾਵ ਇਹ ਹੈ ਕਿ ਅਗਰ ਉਹ ਬੇਪਰਵਾਹ ਹੈ, ਅਗਰ ਔਰ ਉਹ ਦੇਣ ਵਾਲਾ ਸਭ ਕੁਝ ਹੈ, ਤੇ ਫਿਰ ਅੱਗੇ ਕੀ ਰੱਖੀਏ ਅਸੀਂ, ਅੱਗੇ ਫਿਰ ਕੀ ਕਰੀਏ, ਫਿਰ ਕੀ ਅੱਗੇ ਰੱਖੀਏ। ਭਾਵ ਜੇ ਦੇਣ ਵਾਲਾ ਸਭ ਕੁਝ ਉਹੀ ਹੈ, ਤੇ ਫਿਰ ਅਸੀਂ ਕੀ ਕਰੀਏ। ਸਾਡੇ ਕੋਲ ਆਪਣਾ ਕੁਝ ਵੀ ਨਹੀਂ ਹੈ, ਜੋ ਕੁਝ ਹੈ ਉਸੀ ਦਾ ਹੈ।
है सब अपनी कोई चीज नहीं, साड़ी सारियां उसी दी दित्तियां हुई हैं, है ना। जे सब दियां होती हैं तो फिर ਅਸੀਂ किस तरह खुश करिए उसमें, ਅਸੀਂ की दे सकते हैं उसमें। महाराज इत्थे एक सवाल पर करके आप ही जवाब देंदे हैं कि फिर वो सच ना वडियाई विचार अमृत वेले उठ के अपने ਤੇ ਅੰਮ੍ਰਿਤ ਵੇਲੇ ਜਿਹੜੇ ਨਹੀਂ ਉੱਠ ਸਕਦਾ, ਅੰਮ੍ਰਿਤ ਵੇਲੇ ਦੀ ਇੰਪੋਰਟੈਂਸ ਆਪਣੀ ਹੈ, ਪਰ ਜਿਹੜੇ ਕਈ ਨਹੀਂ ਕਰ ਸਕਦੇ, ਆਪਣੀਆਂ ਮਜਬੂਰੀਆਂ ਹੈ ਸਭ ਦੀਆਂ, ਕਈ ਨਹੀਂ ਉੱਠ ਸਕਦੇ ਅੰਮ੍ਰਿਤ ਵੇਲੇ, ਕਈਆਂ ਨੂੰ ਉੱਠਣ ਵਿੱਚ ਤਕਲੀਫ ਹੈ, ਕਈਆਂ ਨੂੰ ਸਵੇਰੇ ਸਵੇਰੇ ਜੌਬ ਕਰਨੀ ਹੈ, ਕਈਆਂ ਨੂੰ ਸਵੇਰੇ 7:30 ਵਜੇ 7 ਵਜੇ ਉੱਠ ਕੇ ਆਫਿਸ ਜਾਣਾ ਹੈ, ਕਈਆਂ ਦੀ ਸਿਹਤ ਅਲਾਉ ਨਹੀਂ ਕਰਦੀ, ਫਿਰ ਜਿਸ ਵੇਲੇ ਮਰਜ਼ੀ ਕਰੇ, ਪਰ ਉਹਨਾਂ ਗੁਣਾਂ ਨੂੰ ਵਿਚਾਰੇ ਜ਼ਰੂਰ, ਉਹਨਾਂ ਗੁਣਾਂ ਨੂੰ, ਉਹਦੇ ਗੁਣਾਂ ਨੂੰ ਵਿਚਾਰੇ, ਉਹ ਕਿਤਨਾ ਵੱਡਾ ਹੈ, ਉਹਨਾਂ ਗੁਣਾਂ ਨੂੰ ਗਾਵੇ। ਤੇ ਉਹ ਕਿਸ ਤਰ੍ਹਾਂ ਗਾਏ? ਉਹ ਗੁਰਬਾਣੀ ਦੇ ਥਰੂ ਗਾਵੇ, ਗੁਰਬਾਣੀ ਨਾਲ ਵਿਸਾ ਨਾ ਤੋੜੇ ਆਪਣਾ, ਗੁਰਬਾਣੀ ਨੂੰ ਆਪਣੇ ਨੇੜੇ ਰੱਖੇ, ਗੁਰਬਾਣੀ ਨੂੰ ਆਪਣੇ ਜੀਵਨ ਤੋਂ ਪਰੇ ਨਾ ਕਰੇ ਕਿਤੇ। ਜਿੰਨਾ ਗੁਰਬਾਣੀ ਨਾਲ ਰਿਸ਼ਤਾ ਜੋੜੇਗਾ, ਜਿੰਨਾ ਗੁਰਬਾਣੀ ਦੇ ਨੇੜੇ ਆਏਗਾ, ਉਹਦੇ ਗੁਣ ਜਿਹੜੇ ਹਨ ਉਸੇ ਤਰ੍ਹਾਂ ਕਥਨ ਹੋਣਗੇ ਉਹਦੇ। ਤੇ ਚੌਥੀ ਪੌੜੀ ਵਿੱਚ ਸੰਦੇਸ਼ ਇਹ ਹੈ ਕਿ ਤੁਸੀਂ ਉਸਨੂੰ ਕੁਝ ਦੇ ਨਹੀਂ ਸਕਦੇ ਕਿਉਂਕਿ ਦੇਣ ਵਾਲਾ ਉਹ ਹੈ, ਫਿਰ ਵੀ ਉਸਨੂੰ ਯਾਦ ਕਰ ਸਕਦੇ ਹੋ, ਗੁਰਬਾਣੀ ਰਾਹੀਂ ਉਹਦੇ ਗੁਣਾਂ ਨੂੰ ਵਿਚਾਰ ਸਕਦੇ ਹੋ। ਜੇ ਵਿਚਾਰੋਗੇ ਤੇ ਉਹ ਗੁਣ ਤੁਹਾਡੇ ਚ ਆਣਗੇ ਸਾਡੇ। ਮਹਾਰਾਜ ਇਸ ਗੱਲ ਦੀ ਇਨਕਰੇਜਮੈਂਟ ਪੌੜੀ ਨੰਬਰ 4 ਵਿੱਚ ਕਰਦੇ ਹਨ। ਐਨੀ ਕੁਐਸਚਨ ਸੋ ਫਾਰ ਜੋ ਪੁੱਛ ਲਓ ਤੇ ਦੇ ਕੁਝ ਕੁਐਸਚਨ ਹੋਵੇ ਤਾਂ ਜ਼ਰੂਰ ਪੁੱਛ ਲਓ ਜੀ ਮੇਰੇ ਕੋਲ। ਹੁਣ ਤੱਕ ਜਿਹੜੀ ਡਿਸਕਸ਼ਨ ਹੋਈ ਹੈ ਨੰਬਰ 4 ਤੱਕ, ਨਹੀਂ ਤੇ ਮੈਂ ਆਮ ਗੋਇੰਗ ਟੂ ਗੋ ਨੰਬਰ 5 ਪੌੜੀ ਦੀ 5 ਔਰ 6 ਔਰ 7 ਦੀਆਂ ਪੌੜੀਆਂ ਜਿਹੜੀਆਂ ਹਨ ਉਹ ਮੈਂ ਹੁਣ ਅੱਗੇ ਜਿਹੜੀਆਂ ਨੰਬਰ 5 ਵਾਲੀ। ਉਸ ਦਾ ਤਾਣ ਹਿਰਦੇ ਵਿੱਚ ਹੋਵੇ। ਯਾ ਗੁਣ ਤਾਂ ਹੀ ਗਾ ਸਕਦਾ ਹੈ, ਗੁਣਾਂ ਦਾ ਨਿਰੂਪਣ ਤਾਂ ਹੀ ਕਰ ਸਕਦਾ ਹੈ ਜੋ ਚਾਹਵੇ ਤੁਸੀਂ ਕਰੋ ਤਾਂ, ਜੇ ਭਾਵ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਇੱਥੇ ਇੱਕ ਇਸ਼ਾਰਾ ਹੈ ਹਉਮੈ ਦੇ ਉੱਤੇ, ਇਸ਼ਾਰਾ ਹੈ ਇੱਥੇ ਕਿ ਹਉਮੈ ਦੀ ਡਿਸਕਸ਼ਨ ਜਿਹੜੀ ਪਹਿਲੇ ਕਰ ਆਏ ਹਾਂ, ਇਹ ਨਾ ਸਮਝੇ ਕੋਈ ਕਿ ਜੇ ਉਹਦੇ ਗੁਣ ਗਾ ਰਿਹਾ ਹੈ ਤੇ ਮੈਂ ਆਪਣੀ ਬਲ ਨਾਲ ਗਾ ਰਿਹਾ ਹਾਂ। ਤੁਸੀਂ ਆਪਣੇ ਬਲ ਨਾਲ ਉਹਦੇ ਗੁਣਾਂ ਨੂੰ ਨਹੀਂ ਗਾ ਰਹੇ, ਉਹ ਚਾਹੁੰਦਾ ਹੈ ਉਹਦੀ ਮਰਜ਼ੀ ਨਾਲ ਉਹਦੇ ਗੁਣਾਂ ਨੂੰ ਗਾ ਰਹੇ ਹੋ। ਉਹ ਤਾਣ ਦਿੰਦਾ ਹੈ ਤਾਂ ਤੁਸੀਂ ਉਹਨਾਂ ਦੇ ਗੁਣਾਂ ਨੂੰ ਗਾ ਸਕਦੇ ਹੋ। ਇਹ ਆਪਣੀ ਹਉਮੈ ਨੂੰ ਘਟਾਉਣ ਵਾਸਤੇ ਮਹਾਰਾਜ ਨੇ ਇਹ ਲਾਈਨਾਂ ਅੱਗੇ ਨਿਰੂਪਣ ਕੀਤੀਆਂ ਹਨ। ਕਿ 5ਵੀਂ ਪੌੜੀ ਵਿੱਚ ਦੱਸਿਆ ਨਹੀਂ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਇੱਕ ਜਗ੍ਹਾ ਥਾਪਿਆ ਨਹੀਂ ਜਾ ਸਕਦਾ। ਉਹ ਇੱਕ ਜਗ੍ਹਾ ਥਾਪਿਆ ਨਹੀਂ ਜਾ ਸਕਦਾ। ਮੂਰਤੀਆਂ ਜਿਸ ਤਰ੍ਹਾਂ ਥਾਪੀਆਂ ਜਾਂਦੀਆਂ ਹਨ ਉਸ ਤਰ੍ਹਾਂ ਪਰਮਾਤਮਾ ਥਾਪਿਆ ਨਹੀਂ ਜਾ ਸਕਦਾ ਜੀ। ਉਹ ਕਿਸੇ ਮੂਰਤੀ ਵਿੱਚ ਨਹੀਂ ਹੈ, ਉਹ ਕਿਸੇ ਇੱਕ ਥਾਂ ਨਹੀਂ, ਉਹਦੇ ਕੋਈ ਨੱਕ ਪੈਰ, ਉਹਦੀਆਂ ਕੋਈ ਅੱਖਾਂ ਨਹੀਂ ਹੈ, ਉਹਦੇ ਕੋਈ ਪੈਰ ਹੱਥ ਨਹੀਂ ਹੈ, ਉਹਦੇ ਕੋਈ, ਉਹ ਨਿਰਗੁਣ ਰੂਪ ਵਿੱਚ ਆਪ ਵਿਸਰਦਾ। ਹਾਂ ਸਾਡੇ ਵਿੱਚ ਸਾਰਿਆਂ ਵਿੱਚ ਹੈ, ਉਹ ਸਾਰੀਆਂ ਅੱਖਾਂ ਉਸੀ ਦੀਆਂ ਪਰ ਉਹਦੀ ਆਪਣੀ ਕੋਈ ਅੱਖ ਨਹੀਂ। ਤੇ ਨਾ ਉਹ ਥਾਪਿਆ ਜਾ ਸਕਦਾ ਹੈ ਤੇ ਨਾ ਉਹ ਕੀਤਾ ਜਾ ਸਕਦਾ ਹੈ। ਕਿਸੇ ਮੂਰਤੀ ਵਿੱਚ ਪਾ ਕੇ ਉਸਨੂੰ ਰੱਖਿਆ ਨਹੀਂ ਜਾ ਸਕਦਾ। ਡੋਂਟ ਫਰਗੇਟ ਕਿ ਜਿਸ ਵੇਲੇ ਲਾਈਨਾਂ ਕਹੀਆਂ ਗਈਆਂ ਉਸ ਵੇਲੇ ਆਲਮੋਸਟ ਸਾਰੀ ਸੰਗਤ ਜਿਹੜੀ ਹਾਲੇ ਇਨ ਦ ਬਿਗਨਿੰਗ ਸਟੇजेस ਆਫ ਸਿੱਖੀਜ਼ਮ ਹੈ, ਸੁਣਨ ਵਾਲੇ ਮੋਸਟਲੀ ਹਿੰਦੂਜ਼ ਹਨ, ਸੁਣਨ ਵਾਲੇ ਜਿਹੜੇ ਹਾਲੇ ਪੂਰੀ ਤਰ੍ਹਾਂ ਸਿੱਖੀ ਦੇ ਰਸਤੇ 'ਚ ਨਹੀਂ ਆਏ। ਜਿਸ ਤਰ੍ਹਾਂ ਅੱਗੇ ਗੁਰੂ ਸਾਹਿਬਾਨ ਆਉਂਦੇ ਹਨ ਉਸ ਤਰ੍ਹਾਂ ਮਨ ਲੋਕਾਂ ਨੇ ਬਦਲਦੇ ਹਨ ਤੇ ਸਿੱਖ ਬਣਦਾ ਹੈ। ਤੇ ਇਹ ਮੂਰਤੀ ਪੂਜਾ ਦੇ ਉੱਤੇ ਵੀ ਫੋਕਸਡ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਤੇ ਇਹਦੇ ਵਿੱਚ ਇਸ ਪੌੜੀ ਵਿੱਚ ਇਹ ਵੀ ਦੱਸਿਆ ਨਹੀਂ ਕਿ ਇਹ ਇਸ ਰਸਤੇ ਵਿੱਚ ਗੁਰੂ ਦਾ ਰੋਲ ਬਹੁਤ ਇੰਪੋਰਟੈਂਟ ਹੈ, ਕਿਉਂਕਿ ਗੁਰੂ ਦੇ ਮੂੰਹ ਵਿੱਚ ਸਾਰੇ ਨਾਦ ਹਨ ਤੇ ਗੁਰੂ ਦੇ ਮੂੰਹ ਵਿੱਚ ਸਾਰੀ ਨੌਲੇਜ ਹੈ ਜਾਂ ਵੇਦ ਹੈ। ਇੱਥੇ ਵੇਦ ਨੌਲੇਜ ਵਾਸਤੇ ਆਇਆ ਵਰਡ। ਹਾਂਜੀ, ਉਹ ਥਾਪਿਆ ਨਹੀਂ ਜਾ ਸਕਦਾ, ਉਹਦੀ ਮੂਰਤੀਆਂ ਨਹੀਂ ਬਣੀਆਂ ਜਾ ਸਕਦੀਆਂ, ਉਹ ਇੱਕ ਜਗ੍ਹਾ ਰਹਿਣ ਵਾਲਾ ਨਹੀਂ ਹੈ, ਉਹ ਸਰਬ ਵਿਆਪਕ ਹੈ, ਕਣ ਕਣ ਵਿੱਚ ਹੈ, ਤੁਹਾਡੇ ਵਿੱਚ, ਮੇਰੇ ਵਿੱਚ, ਬਾਹਰ, ਹਰ ਪੱਤੇ ਵਿੱਚ, ਹਰ ਫੁੱਲ ਵਿੱਚ, ਹਰ ਜੀਵ ਵਿੱਚ ਹੈ।
और एक गल याद रखो, जो चीज खांदे आ ਉਹਦੇ ਵਿੱਚ ਵੀ ਹੈ, ਜੀਆਂ ਬਾਜ ਨਾ ਖੋਏ, you know। ਸੋ ਉਹ ਕਿਸ ਹਰ ਜੀਵ, ਉਹ ਪਾਣੀ ਵਿੱਚ ਵੀ ਹੈ, ਉਹ ਹਰ ਵਿੱਚ ਹੈ, ਉਹ ਜਲ ਥਲ ਵਿੱਚ ਹੈ, ਦੂਰ ਆਕਾਸ਼ ਵਿੱਚ ਵੀ ਹੈ, ਉਹਦੀ ਹਸੀਅਤ ਹਰ ਜਗ੍ਹਾ ਹੈ। ਤੇ ਇਸ ਵੱਡੇ ਨੂੰ ਸਮਝਾਉਣ ਵਾਸਤੇ ਗੁਰੂ ਦੀ ਲੋੜ ਹੈ, ਕਿਸੇ ਸਮਝਾਉਣ ਦੀ ਲੋੜ ਹੈ, ਹੈਂਡ ਹੋਲਡਿੰਗ ਦੀ ਲੋੜ ਹੈ। ਗੁਰੂ ਵਿੱਚ ਸਾਰਾ ਬ੍ਰਹਮਾ ਹੈ, ਗੁਰੂ ਹੀ ਈਸ਼ਵਰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਸਭ ਕੁਝ ਹੈ। ਤੇ ਈਸਟਰਨ ਥਿਓਲੋਜੀ, ਵੈਸੇ ਵੀ ਹਿੰਦੂ ਸਨਾਤਨੀ ਥਿਓਲੋਜੀ ਵਿੱਚ ਗੁਰੂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਤੇ ਮਹਾਰਾਜ ਇੱਥੇ ਗੁਰੂ ਦਾ ਰੋਲ ਜਿਹੜਾ ਵਾ ਉਹ ਬਹੁਤ ਵੱਡਾ ਰੋਲ ਹੈ ਇਸ ਅਧਿਆਤਮਿਕ ਜਰਨੀ ਵਿੱਚ, ਇਸ ਸਪਿਰਿਚੁਅਲ ਜਰਨੀ ਵਿੱਚ। ਤੇ ਪਹਿਲੇ ਗੁਰੂ ਦੇ ਮੂੰਹ ਵਿੱਚ ਸਾਰੇ ਨਾਦ ਹਨ, ਭਾਵ ਸਾਰਾ ਪਿਆਰ, ਸਾਰੀਆਂ ਇਮੋਸ਼ਨ ਉੱਤੇ ਜੁੜੀਆਂ ਪਈਆਂ ਉਹਦੇ ਵਿੱਚ ਹਨ ਸਾਰੀਆਂ। ਤੇ ਨੌਲੇਜ ਜਿਹੜੀ ਚਾਹੀਦੀ ਹੈ ਉਹ ਵੀ ਗੁਰੂ ਵਿੱਚ ਹੈ। ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਹਨ ਉਹ ਇੰਪੋਰਟੈਂਟ ਹਨ, ਪਿਆਰ ਤੇ ਨੌਲੇਜ। ਹਾਂਜੀ, ਪਿਆਰ ਵੀ ਚਾਹੀਦਾ ਹੈ, ਇਮੋਸ਼ਨ ਵੀ ਚਾਹੀਦੀ ਹੈ, ਤੇ ਨੌਲੇਜ ਵੀ ਚਾਹੀਦਾ ਹੈ। ਦੋਨੋਂ ਚੀਜ਼ਾਂ ਜਿਹੜੀਆਂ ਹਨ ਉਹ ਨਾਲ ਨਾਲ ਚੱਲਦੀਆਂ ਹਨ ਦੋਨੋਂ। ਤੇ ਗੁਰੂ ਦਾ ਰੋਲ ਸਮਝਾ ਕੇ ਪੰਜਵੀਂ ਪੌੜੀ ਦਾ ਐਂਡ ਕਰਦੇ ਹਾਂ ਕਿ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਨ ਬੜੀ ਸਰਗੁਰ ਗੋਰਖ ਪਰਮਾ ਵਾਲੀ ਪੌੜੀ ਵਿੱਚ ਇਸ ਗੱਲ ਦਾ ਨਿਰੂਪਣ ਕਰਦੇ ਹਨ। ਤੇ ਇੱਥੇ 5 ਪੌੜੀਆਂ ਦੀ ਸਮਾਪਤੀ ਹੈ। ਹਾਂਜੀ, ਕੋਈ ਕੁਐਸਚਨ ਹੋਵੇ ਤੇ I'm going to stop here for a second, otherwise I'm going to move forward. I don't know whether when you watch the video again, whether the ਜੋ ਮੈਂ ਲਿਖਦਾ ਉਹ ਆਂਦਾ ਕਿ ਨਹੀਂ ਆਂਦਾ। I don't know whether it comes or not. ਮੈਨੂੰ ਨਹੀਂ ਪਤਾ, ਮੈਂ ਕਦੀ ਆਪਣੀ ਵੀਡੀਓ ਆਪ ਦੇਖੀ ਨਹੀਂ। ਸੋ ਆਂਦਾ ਹੈ ਸੁਰਿੰਦਰ ਜੀ। Oh, that's good then, that's good then, I'm glad to hear that then. Okay, so ਅਗਲੀ ਜਿਹੜੀਆਂ ਹਨ, ਜਿਹੜੀਆਂ ਪੌੜੀਆਂ ਜਿਹੜੀਆਂ ਹਨ ਨੰਬਰ 6 ਤੇ 7। ਹਾਂਜੀ, ਕੋਈ ਕੁਐਸਚਨ ਹੋਵੇ ਹੁਣ ਤੱਕ ਦੀਆਂ 5 ਪੌੜੀਆਂ ਦਾ। ਹੁਕਮ ਦੀ ਰਜ਼ਾ ਵਿੱਚ ਚੱਲਣਾ, ਆਪਣੀ ਹਉਮੈ ਨੂੰ ਪਛਾਣਨਾ, ਉਸ ਮਾਲਕ ਨੂੰ ਯਾਦ ਕਰਨਾ ਸਿਰਫ ਆਪਣੇ ਮਤਲਬ ਵਾਸਤੇ ਨਹੀਂ। ਜਿਸ ਤਰ੍ਹਾਂ ਉਹ ਬੇਪਰਵਾਹ ਹੈ ਉਸ ਤਰ੍ਹਾਂ ਬੇਪਰਵਾਹ ਬਣ ਕੇ ਉਸ ਪਿਆਰੇ ਨੂੰ ਯਾਦ ਕਰਨਾ, ਔਰ ਉਸ ਪਿਆਰੇ ਦੀ ਯਾਦ ਵਿੱਚ ਕੋਈ ਲੈਣ ਦੇਣ ਨਾ ਰੱਖਣਾ। ਤੇ ਉਸ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਸ ਨੂੰ ਦੇ ਨਹੀਂ ਸਕਦੇ ਕੁਝ, ਤੁਸੀਂ ਉਹਨੂੰ ਦਿੱਤਾ ਨਹੀਂ ਜਾ ਸਕਦਾ ਕੁਝ, ਉਥੋਂ ਲਿੱਤਾ ਜਾ ਸਕਦਾ ਖਾਲੀ। ਦੇ ਤੁਸੀਂ ਕੋਈ ਗੱਲ ਸਕਦੇ ਹੋ, ਉਹ ਹੈ ਗੁਰਬਾਣੀ ਰਾਏ ਉਹਦੇ ਗੁਣਾਂ ਨੂੰ ਵਰਣਨ ਕਰ ਸਕਦੇ ਹੋ, ਗੁਰਬਾਣੀ ਰਾਏ ਉਹਨਾਂ ਗੁਣਾਂ ਦਾ ਗਿਆਨ, ਉਹਨਾਂ ਗੁਣਾਂ ਦਾ ਗਾਇਨ ਕਰ ਸਕਦੇ ਹੋ। ਸੋ ਉਸ ਗੱਲ ਨੂੰ ਕਰਾ ਕੇ ਤੇ ਉਸ ਪਰਮਾਤਮਾ ਦੀ ਕਿਸੇ ਮੂਰਤੀ ਵਿੱਚ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਦਾ ਰੋਲ ਬਹੁਤ ਵੱਡਾ ਹੈ। ਗੁਰੂ ਨੂੰ ਅਪਣਾ ਕੇ, ਸੱਚੇ ਗੁਰੂ ਦੇ ਕੋਲ ਜਾ ਕੇ, ਗੁਰਬਾਣੀ ਰਾਹੀਂ, ਸਾਡਾ ਗੁਰੂ ਸ਼ਬਦ ਗੁਰੂ ਹੈ, ਉਸ ਸ਼ਬਦ ਰਾਹੀਂ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਪਹਿਲੇ 5 ਪੌੜੀਆਂ ਦਾ ਭਾਵ ਹੈ। ਤੇ ਹੁਣ 2 ਚੀਜ਼ਾਂ ਜਿਹੜੀਆਂ ਉਸ ਵੇਲੇ ਹਿੰਦੂ ਸਨਾਤਨੀ ਸਮਾਜ, everybody can mute themselves, everybody please, whoever is not muted please mute yourself। ਹਾਂਜੀ, 2 ਚੀਜ਼ਾਂ ਦਾ ਜਿਹੜਾ ਉਸ ਵੇਲੇ ਸਨਾਤਨੀ ਧਰਮ ਵਿੱਚ ਬਹੁਤ ਜ਼ਿਆਦਾ ਜਿਹੜਾ ਸੀ ਉਸ ਵੇਲੇ ਰਿਵਾਜ, ਉਹ ਸੀ ਇੱਕ ਤੀਰਥਾਂ ਦੀ ਇੰਪੋਰਟੈਂਸ, ਇੱਕ ਤੀਰਥ ਦੀ। ਤੇ ਤੀਰਥਾਂ ਤੋਂ ਜਾਣ ਤੋਂ ਵਰਜਿਆ ਨਹੀਂ ਉਹਨਾਂ ਨੇ। ਇੱਥੇ ਇਹ ਨਹੀਂ ਕਿਹਾ ਕਿ ਤੀਰਥਾਂ ਤੋਂ ਨਾ ਜਾਓ, ਇਹ ਜ਼ਰੂਰ ਕਿਹਾ ਕਿ ਤੀਰਥ ਜਿਹੜਾ ਹੈ ਉਹ ਐਂਡ ਨਹੀਂ ਹੈ। ਤੀਰਥ ਨਾਲ ਤੁਸੀਂ ਪ੍ਰਮਾਤਮਾ, ਸਿਰਫ ਤੀਰਥਾਂ ਤੇ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸ ਗੱਲ ਨੂੰ ਕਿਹਾ ਨੇ। ਹਾਂ, ਤੀਰਥਾਂ ਤੇ ਜਾਣ ਨਾਲ ਜੇ ਉਹ ਖੁਸ਼ ਹੋ ਜਾਏ ਤੇ ਮੈਂ ਜਾਵਾਂਗਾ ਜ਼ਰੂਰ, ਪਰ ਤੀਰਥਾਂ ਤੇ ਜਾਣ ਨਾਲ ਪ੍ਰਮਾਤਮਾ ਤੋਂ ਉਹ Your sound keeps cutting off. Yeah, ਪਰ ਉਹ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਤੀਰਥਾਂ ਤੇ ਜਾਣ ਦੇ ਨਹੀਂ ਹੈ। ਪ੍ਰਮਾਤਮਾ ਦੀ ਪ੍ਰਾਪਤੀ ਹੈ ਉਸ ਨੂੰ ਭੁਲਾ ਦੇਣ ਨਾਲ, ਉਸ ਨੂੰ ਨਾ ਭੁਲਾ ਦੇਣ ਵੱਲ, ਭਾਵ ਹਮੇਸ਼ਾ ਯਾਦ ਤੁਹਾਡੇ ਜੀਵਨ ਚ ਰਹੇ। ਉਹ ਯਾਦ ਜਿਹੜੀ ਹੈ ਬਹੁਤ ਕ੍ਰਿਟੀਕਲ ਹੈ। ਤੇ ਯਾਦ ਜਿਹੜੀ ਹੈ ਪ੍ਰਮਾਤਮਾ ਦੀ, ਯਾਦ ਤੁਹਾਡੇ ਅੰਦਰ ਰਹੇ।
ਤੇ ਯਾਦ ਕਿਵੇਂ ਅੰਦਰ ਰਹੇ, ਬਾਰ-ਬਾਰ ਕਿਵੇਂ ਯਾਦ ਕਰੇ ਉਸ ਨੂੰ ਬੰਦਾ। ਦੋ ਤਰੀਕੇ ਦੱਸੇ ਹਨ, ਇੱਕ ਤੇ ਗੁਰੂ ਦਾ ਰੋਲ ਗੁਰਬਾਣੀ ਰਾਹੀਂ ਯਾਦ ਕਰੇ, ਤੇ ਦੂਸਰਾ ਜਿਹੜਾ ਇਸ ਪੌੜੀ ਵਿੱਚ ਸਿਖਾਉਂਦੇ ਹਨ ਸਾਨੂੰ ਕਿ ਤੀਰਥਾਂ ਨਾਲ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਪ੍ਰਮਾਤਮਾ ਕੋਲ, ਉਹਦੀ ਯਾਦ ਦੁਆਰਾ ਪਹੁੰਚਿਆ ਜਾ ਸਕਦਾ ਹੈ। ਤੇ ਇੱਥੇ ਫਿਰ ਇੱਕ ਅਰਦਾਸ ਸਿਖਾਈ ਨੇ ਸਾਨੂੰ। ਅਰਦਾਸ ਦਾ ਰੋਲ ਇਸ ਪੌੜੀ ਤੋਂ ਸ਼ੁਰੂ ਹੋ ਗਿਆ ਹੁਣ ਨੰਬਰ 6 ਤੋਂ। ਉਹ ਇਹ ਹੈ ਕਿ ਆਪਣੇ ਗੁਰੂ ਅੱਗੇ ਅਰਦਾਸ ਕਰੇ ਕਿ ਗੁਰਾਂ ਇੱਕ ਦੇਹ ਬੁਝਾਈ, ਇੱਕ ਮੇਰੀ ਅਰਦਾਸ ਸੁਣ ਕੇ ਮੇਰੀ ਇੱਕ ਇੱਛਾ ਪੂਰੀ ਕਰ ਦਿਓ हे ਮੇਰੇ ਦਾਤਾ, ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮੇਰੇ ਅੰਦਰੋਂ ਤੁਹਾਡੀ ਯਾਦ ਵਿਸਰੇ ਨਾ, ਮੇਰੇ ਅੰਦਰੋਂ ਤੁਸੀਂ ਜਾਓ ਨਾ ਕਦੀ। ਮੈਂ ਜੋ ਜਾਂ ਮਰਜ਼ੀ ਹੋ, ਮੈਂ ਚੰਗਾ ਹੋਵਾਂ ਮੰਦਾ ਹੋਵਾਂ ਕਿਸੇ ਤਰੀਕੇ ਦਾ ਵੀ ਹੋਵਾਂ, ਪਰ ਤੁਸੀਂ ਮੇਰੇ ਅੰਦਰੋਂ ਨਾ ਜਾਓ, ਤੁਸੀਂ ਮੇਰੇ ਅੰਦਰ ਹਮੇਸ਼ਾ ਰਹੋ। ਤੁਹਾਡੇ ਬਾਰੇ ਮੈਂ ਹਮੇਸ਼ਾ ਸੋਚਦਾ ਰਹਾਂ, ਮੇਰਾ ਧਿਆਨ ਹਮੇਸ਼ਾ ਤੁਹਾਡੀ ਤਰਫ ਰਵੇ। ਤੇ ਇਹ ਅਰਦਾਸ ਇਹ ਵੱਡਿਆਂ ਕੋਲੋਂ ਇਹ ਅਰਦਾਸ ਨਾ ਵਿਛੜਨ ਦੀ, ਨਾ ਤੋੜਨ ਦੀ ਅਰਦਾਸ ਜਿਹੜੀ ਹੈ ਜਪਜੀ ਦੀ ਅਰਦਾਸ ਪੌੜੀ ਨੰਬਰ 6 ਵਾਲੀ, ਇੱਕ ਬਹੁਤ ਵੱਡੀ ਅਰਦਾਸ ਹੈ ਕਿ ਇਹ ਗੁਰਾ ਮੇਰੇ ਇੱਕ ਦੇਹ ਬੁਝਾ ਦਿਓ, ਮੈਨੂੰ ਇੱਕ ਚੀਜ਼ ਬਖਸ਼ ਦਿਓ, ਉਹ ਹੈ ਕਿ ਮੇਰੇ ਅੰਦਰ ਤੁਹਾਡੀ ਯਾਦ ਹਮੇਸ਼ਾ ਕਾਇਮ ਰਵੇ। ਮੈਂ ਪਹਿਲੇ ਵੀ ਬੜੀ ਵਾਰੀ ਕਿਹਾ ਹੈ, ਗੁਰੂ ਨਾਨਕ ਹਮੇਸ਼ਾ ਜਦੋਂ ਜਾਂਦੇ ਸਨ, ਮਹਾਰਾਜ ਆਪ ਜਦੋਂ ਗਏ ਹਨ ਉਦਾਸੀਆਂ ਤੇ, ਇਹ ਵਰ ਦਿੰਦੇ ਸਨ ਜਿਹੜਾ ਮੱਥਾ ਟੇਕੇ ਉਹਨਾਂ ਨੂੰ, ਕਿ ਜਾ ਪੁਰਖਾ ਤੈਨੂੰ ਪਰਮੇਸ਼ਰ ਹਮੇਸ਼ਾ ਯਾਦ ਆਏ, ਤੈਨੂੰ ਕਰਤਾਰ ਚੇਤੇ ਆਏ ਹਮੇਸ਼ਾ, ਤੈਨੂੰ ਕਰਤਾਰ ਭੁੱਲੇ ਨਾ ਕਦੀ ਵੀ, ਤੈਨੂੰ ਹਮੇਸ਼ਾ ਤੇਰੀ ਯਾਦ ਤੇਰੇ ਅੰਦਰ ਬਣੀ ਰਵੇ। ਉਹ ਤੀਰਥਾਂ ਤੇ ਜਾ ਕੇ, ਜੇ ਤੀਰਥਾਂ ਤੇ ਜਾ ਕੇ ਇਹ ਅਰਦਾਸ ਸੁਣ ਕੇ ਤੁਹਾਡੇ ਅੰਦਰ ਪ੍ਰਮਾਤਮਾ ਦਾ ਵਾਸਾ ਹੁੰਦਾ ਤੇ ਮੁਬਾਰਕ ਹੈ ਤੀਰਥ ਹੋ, ਉੱਥੇ ਤੀਰਥਾਂ ਤੇ ਜਾਣਾ ਸਫਲ ਹੈ। ਤੇ ਜੇ ਤੀਰਥਾਂ ਤੇ ਜਾ ਕੇ ਉਹ ਯਾਦ ਨਹੀਂ ਆਇਆ, ਤੇ ਤੀਰਥਾਂ ਤੇ ਜਾ ਕੇ ਉਹਦੀ ਅਰਦਾਸ ਕਾਇਮ ਨਹੀਂ ਹੋਈ ਅੰਦਰ, ਤੇ ਫਿਰ ਤੀਰਥਾਂ ਤੇ ਜਾ ਕੇ ਇਹ ਫਲ ਪੈਦਾ ਨਹੀਂ ਹੋ ਸਕਦਾ। ਸੋ ਇਹ ਪੌੜੀ ਨੰਬਰ 6 ਦਾ ਭਾਵ ਹੈ, ਤੀਰਥਾਂ ਤੋਂ ਵਰਜਦੇ ਨਹੀਂ, ਪਰ ਤੀਰਥਾਂ ਦੀ ਅਸਫਲਤਾ ਨੂੰ ਵਰਜਦੇ ਹਨ, ਕਿ ਅਸਫਲ ਹਨ ਤੀਰਥ ਕਈ ਵਾਰੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਉਹਦੇ ਅੰਦਰ ਪ੍ਰਮਾਤਮਾ ਦਾ ਵਾਸਾ ਹਮੇਸ਼ਾ ਹੋ ਜਾਵੇ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਤੀਰਥਾਂ ਤੇ ਜਾਣ ਨਾਲ ਕਈ ਵਾਰੀ ਉਹਨਾਂ ਸਾਧੂ ਜਨਾਂ ਦੇ ਦਰਸ਼ਨ ਹੁੰਦੇ ਹਨ, ਉਹਨਾਂ ਸੰਤ ਜਨਾਂ ਦੇ ਦਰਸ਼ਨ ਉਹਨਾਂ ਸੰਗਤ ਵਿੱਚ ਹੁੰਦੇ ਹਨ, ਤੇ ਉਹਨਾਂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੇ ਨਾਮ ਤੇ ਉਸ ਨਾ ਵਿਸਰਨ ਦੀ ਦਾਤ ਜਿਹੜੀ ਹੈ ਪੂਰੀ ਹੋ ਜਾਂਦੀ ਹੈ। ਪਰ ਸਿਰਫ ਤੀਰਥ ਤੇ ਕਰਨ ਨਾਲ, ਸਿਰਫ ਤੀਰਥਾਂ ਤੇ ਜਾਣ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਾਂਜੀ, ਇਹ ਨੰਬਰ 6ਵੀਂ ਦਾ ਭਾਵ ਹੈ ਜਿਹੜਾ ਤੁਸੀਂ ਹੁਣ ਯਾਦ ਰੱਖਿਓ, ਭੁੱਲਿਓ ਨਾ ਤੁਸੀਂ। ਹਾਂਜੀ, anybody has any question number 6 before I move on to number 7? ਮੈਂ ਖਾਲੀ ਸਾਰਾਂਸ਼ ਤੁਹਾਨੂੰ ਦੇਣਾ ਪਿਆ, ਡਿਟੇਲ ਜਿਹੜੀ ਹੈ ਪਹਿਲੇ ਡਿਸਕਸ ਕਰ ਰਹੇ ਹਾਂ ਸਾਰੀ। ਨੰਬਰ 7 ਜਿਹੜਾ ਹੈ, 7ਵੀਂ ਪੌੜੀ ਜਿਹੜੀ ਪਿਛਲੀ ਵਾਰੀ ਡਿਸਕਸ ਕੀਤੀ ਸੀ, ਪਹਿਲੇ ਤੀਰਥਾਂ ਦੀ ਗੱਲ ਲੈਂਦੇ ਹਾਂ ਤੇ ਹੁਣ ਯੋਗੀਆਂ ਦੀ ਗੱਲ ਲੈਂਦੇ। ਯੋਗੀਆਂ ਦੀ ਜਿਹੜੀ ਆਪਣੀ ਉਮਰ ਵਧਾ ਲੈਣੀ ਆ, ਆਪਣੀ ਆਰਜਾ ਵਧਾ ਲੈਣੀ, ਯੋਗ ਆਸਨ ਕਰਕੇ ਆਪਣਾ ਨਾਮ ਉੱਚਾ ਕਰ ਲੈਣਾ, ਹਾਂਜੀ, ਉੱਚਾ ਕਰ ਲੈਣਾ ਨਾਮ ਆਪਣਾ, ਗਿਆਨ ਨਾਲ ਉੱਚਾ ਕਰ ਲੈਣਾ, ਬਹੁਤਾ ਗਿਆਨ ਪ੍ਰਾਪਤ ਕਰ ਲੈਣਾ, ਨਾਮ ਉੱਚਾ ਕਰ ਲੈਣਾ, ਬੜਾ ਯਸ਼ ਹੋ ਜਾਣਾ ਤੁਹਾਡਾ, ਜਿਸ ਤਰ੍ਹਾਂ ਯੋਗੀਆਂ ਦਾ ਯਸ਼ ਸੀ। ਆਪਣੀ ਉਮਰਾਂ ਵਧਾ ਲੈਣੀਆਂ ਯੋਗ ਆਸਨ ਨਾਲ। ਮਹਾਰਾਜ ਕਹਿੰਦੇ ਹਨ ਇਹ ਕਰਕੇ ਵੀ ਪਰਮਾਤਮਾ ਤੁਹਾਡੇ ਅੰਦਰ, ਜੇ ਉਹਦੀ ਯਾਦ ਤੁਹਾਡੇ ਅੰਦਰ ਜਾਂ ਤੁਹਾਡੇ ਅੰਦਰ ਨਹੀਂ ਆਇਆ, ਇਹਨਾਂ ਚੀਜ਼ਾਂ ਨਾਲ, ਇਹਨਾਂ ਚੀਜ਼ਾਂ ਕਰਕੇ ਵੀ ਜੇ ਉਹ ਨੇੜੇ ਨਹੀਂ ਆਇਆ ਤੇ ਤੁਹਾਡੀ ਵੈਲਿਊ ਜਿਹੜੀ ਹੈ ਬਹੁਤ ਘੱਟ ਹੈ। ਮਹਾਰਾਜ ਇੱਥੇ ਵਰਡ ਕੀਟ ਯੂਜ਼ ਕਰਦੇ ਹਨ, ਕੀਟਾਂ ਅੰਦਰ ਕੀਟ, ਦੋਸਤੀ ਦੋਸਤ ਹੈ, ਕੀਟ ਬਹੁਤ ਕੀੜਾ ਮਨੇ ਛੋਟੀਆਂ ਬਹੁਤ, ਜਿਹਦੀ ਕੋਈ ਵੈਲਿਊ ਨਾ ਹੋਵੇ, ਜਿਹੜੀ ਬਹੁਤ। ਤੇ ਇਹ ਉਮਰਾਂ ਵਧਾ ਲੈਣ ਨਾਲ, ਨੌਲੇਜ ਵਧਾ ਦੇਣ ਨਾਲ, ਆਪਣੇ ਆਪ ਨੂੰ ਉੱਚਾ ਕਰਨ ਨਾਲ ਉਹ ਆਪਣੇ ਆਪ ਨੂੰ ਉੱਚਾ ਕਰ ਲੈਣ ਨਾਲ,
ਆਪਣੀ ਨੌਲੇਜ ਵਧਾ ਲੈਣ ਨਾਲ, ਆਪਣਾ ਨਾਮ ਉੱਚਾ ਕਰ ਲੈਣ ਨਾਲ, ਤਾਂ ਕਿ ਤੁਹਾਡੇ ਸਾਰੇ ਪਿੱਛੇ ਚੱਲ ਪਵਣ, ਤੁਹਾਡਾ ਬੜਾ ਨਾਮ ਖੱਟਿਆ ਜਾਵੇ। ਮਹਾਰਾਜ ਕਹਿੰਦੇ ਨੇ ਇਹ ਗੱਲ ਹੋ ਕੇ ਵੀ ਜੇ ਉਹਦੇ ਨੇੜੇ ਨਹੀਂ ਗਏ, ਜੇ ਉਹਦਾ ਉਹ ਪਿਆਰ ਨਹੀਂ ਮਿਲਿਆ ਤੁਹਾਨੂੰ, ਜੇ ਉਹ ਤੁਹਾਡੇ ਅੰਦਰ ਨਹੀਂ ਵਸਿਆ, ਤੁਹਾਡੀ ਕੋਈ ਵੈਲਿਊ ਨਹੀਂ ਹੈ। ਤੁਹਾਡੀ ਵੈਲਿਊ ਇਹਨਾਂ ਕੀੜਿਆਂ ਵਰਗੀ ਵੈਲਿਊ ਹੈ ਤੁਹਾਡੀ। ਇੱਥੇ ਫਿਰ ਦੁਬਾਰਾ ਉਸ ਅਰਦਾਸ ਨੂੰ ਦੁਹਰਾਉਂਦੇ ਹਨ। ਇਹ ਅਰਦਾਸ ਇੱਥੇ ਫਿਰ ਦੁਬਾਰਾ ਨੰਬਰ 7 ਵਿੱਚ ਦੁਬਾਰਾ ਆਈ ਅਰਦਾਸ, ਇਹ ਮੇਰੇ ਗੁਰੂ ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੇਰੀ ਉਮਰਾਂ ਨਾ ਵਧਾਓ, ਤੁਸੀਂ ਮੈਨੂੰ ਬੇਸ਼ੱਕ ਗਿਆਨ ਨਾਲ ਭਰਪੂਰ ਕਰੋ ਨਾ ਕਰੋ, ਲੇਕਿਨ ਮੇਰੇ ਅੰਦਰ ਆਪਣੀ ਯਾਦ ਨੂੰ ਹਮੇਸ਼ਾ ਕਾਇਮ ਕਰ ਲਓ। ਮੈਂ ਤੁਹਾਨੂੰ ਕਦੀ ਭੁੱਲਾਂ ਨਾ, ਹਮੇਸ਼ਾ ਮੇਰੀ ਤੁਹਾਡੀ ਯਾਦ ਮੇਰੇ ਅੰਦਰ ਰਵੇ। ਉੱਠਦਿਆਂ ਬੈਠਦਿਆਂ ਤੁਹਾਨੂੰ ਮੈਂ ਯਾਦ ਕਰਾਂ, ਉੱਠਦਿਆਂ ਬੈਠਦਿਆਂ ਤੁਹਾਨੂੰ ਮਿਸ ਕਰਾਂ। ਆਪਣੇ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਮੇਰੀ ਕਰਾ ਦਿਓ। ਦੋ ਚੀਜ਼ਾਂ ਹਨ, ਇੱਕ ਗੁਰੂ ਦੀ ਲੋੜ ਦੀ ਮੰਗ ਤੇ ਗੁਰੂ ਕੋਲੋਂ ਯਾਚਨਾ, ਗੁਰੂ ਕੋਲੋਂ ਮੰਗਣ ਦੀ ਯਾਚਨਾ, ਗੁਰੂ ਕੋਲੋਂ ਮੰਗਣਾ ਇਸ ਗੱਲ ਨੂੰ ਕਿ ਮੇਰੇ ਅੰਦਰ ਦੀ ਜਿਹੜੀ ਇੱਛਾ ਜਿਹੜੀ ਹੈ ਇਹ ਪੂਰੀ ਕਰੋ ਕਿ ਮੈਂ ਤੁਹਾਨੂੰ ਕਦੀ ਭੁਲਾਵਾਂ ਨਾ। ਜੀ ਇਹ 7ਵੀਂ ਦਾ ਭਾਵ ਜਿਹੜਾ ਹੈ, 7ਵੀਂ ਪੌੜੀ ਦਾ ਭਾਵ ਜਿਹੜਾ ਹੈ। ਹੁਣ ਮੈਂ ਦੁਬਾਰਾ ਐਵਰੀ ਸੈਸ਼ਨ 'ਚ ਮੈਂ ਰਿਪੀਟ ਨਹੀਂ ਕਰਾਂਗਾ ਸਾਰਾ, ਵਿਚ ਇਜ਼ ਵੈਰੀ ਹਾਰਡ ਫॉर ਮੀ ਟੂ ਡੂ। ਇਹ ਮੈਂ ਤਾਂ ਕਰ ਰਿਹਾ ਬਿਕਾਜ਼ ਪਿਛਲੇ ਹਫਤੇ ਕਲਾਸ ਮਿਸ ਹੋ ਗਈ ਮੇਰੀ ਵਜ੍ਹਾ ਨਾਲ, ਮਾਫੀ ਹੈ। ਕਈ ਵਾਰੀ ਸਿਹਤ ਨਹੀਂ ਸਾਥ ਦਿੰਦੀ, ਯੂ ਨੋ, ਐਜ਼ ਯੂ ਗੈਟ 올ਡਰ। ਬਟ ਮੈਂ ਤਾਂ ਚਾਹੁੰਦਾ ਸੀ ਕਿ ਮੈਂ ਇਹਦੇ ਉੱਤੇ ਡਿਸਕਸ ਕਰ ਲਵਾਂ ਤਾਂ ਕਿ ਤੁਹਾਨੂੰ ਜੇ ਕੋਈ ਮਹਿਸੂਸ ਹੋਵੇ ਕਿਧਰੇ ਕਿ ਪਹਿਲੇ 7 ਕੀ ਡਿਸਕਸ਼ਨ ਕੀ ਆਈਆਂ ਹਨ ਤੇ ਉਹ ਤੁਹਾਡੇ ਸਾਹਮਣੇ ਮੈਂ ਕਲੀਅਰ ਕਰ ਦਿਆਂ ਇੱਥੇ। ਹਾਂ ਜੀ, ਮੈਂ ਇੱਥੇ ਹੁਣ ਮੈਂ ਆਮ ਗੋਇੰਗ ਟੂ ਸਟਾਪ sharing my screen here. Any questions so far? Any ਇਹਨਾਂ ਪੌੜੀਆਂ ਦੀਆਂ ਖਾਲੀ ਤੁਸੀਂ ਨੋਟਿਸ ਕਰੋਗੇ ਕਿ ਇਹਨਾਂ ਪੌੜੀਆਂ ਦੀਆਂ I want to make sure ਕਿ everybody not only understands the intrinsic ਜਿਹੜੀ ਅੰਦਰਲੀ ਗੱਲ ਹੈ ਇਹਨਾਂ ਪੌੜੀਆਂ ਦੀ, ਖਾਲੀ ਉਹ ਭਾਵ ਨਹੀਂ ਖਾਲੀ ਉਸ ਪੌੜੀ ਦੇ, ਪਰ ਕਿਸ ਤਰ੍ਹਾਂ ਜੁੜੀਆਂ ਹੋਈਆਂ ਆਪਸ ਵਿੱਚ। ਹੁਣ ਦੇਖੋ ਕਿਤਨੀ ਖੂਬਸੂਰਤੀ ਨਾਲ ਪੌੜੀ ਨੰਬਰ 7 ਦਾ ਲੌਜੀਕਲ ਐਂਡਿੰਗ ਜਿਹੜਾ ਵਾ ਉਹ 8 ਵਿੱਚ ਆਏਗਾ। ਕਿਉਂ? ਕਿਉਂਕਿ ਜਦੋਂ ਜਿਗਿਆਸੂ ਮੰਗ ਕਰੇਗਾ ਨਾ ਗੁਰੂ ਕੋਲੋਂ, ਜਦੋਂ ਜਿਗਿਆਸੂ ਦੀ ਮੰਗ ਨਾਮ ਕੀ ਹੋਵੇਗੀ, ਜਦੋਂ ਜਿਗਿਆਸੂ ਦੀ ਮੰਗ ਹੋਏਗੀ ਕਿ ਵਿਸਰੇ ਨਾ ਤੁਸੀਂ ਮੈਨੂੰ, ਨਾ ਜਾਓ ਮੇਰੇ ਕੋਲ ਦੂਰ, ਜਦੋਂ ਜਿਗਿਆਸੂ ਦੀ ਮੰਗ ਹੋਏਗੀ ਕਿ ਤੁਸੀਂ ਮੇਰੇ ਅੰਦਰ ਵਸੋ, ਤੇ ਗੁਰੂ ਮਿਹਰ ਕਰੇਗਾ। ਫਿਰ ਤੇ ਗੁਰੂ ਕਿੰਜ ਮਿਹਰ ਕਰੇਗਾ? ਗੁਰੂ ਬੋਲੇਗਾ ਤੇ ਤੁਸੀਂ ਸੁਣੋਗੇ, ਗੁਰੂ ਸਮਝਾਏਗਾ ਤੇ ਤੁਸੀਂ ਸੁਣੋਗੇ, ਗੁਰੂ ਫਿਰ ਸਮਝਾਏਗਾ ਤੁਹਾਨੂੰ, ਉਹ ਆਪਣੇ ਨਾਲ ਲਗਾਏਗਾ ਤੁਹਾਨੂੰ। ਜਦੋਂ ਉਹ ਬੋਲੇਗਾ ਤੇ ਹੁਣ ਪਹਿਲੇ ਤੇ ਸਰੀਰ ਰੂਪ ਵਿੱਚ ਸਨ ਤੇ ਆਪ ਬੋਲਦੇ ਸਨ, ਹੁਣ ਸ਼ਬਦ ਰੂਪ ਵਿੱਚ ਹੈ, ਸ਼ਬਦ ਰੂਪ ਵਿੱਚ ਹੈ, ਗੁਰਬਾਣੀ ਰੂਪ ਵਿੱਚ ਹੈ। ਤੇ ਹੁਣ ਗੁਰਬਾਣੀ ਦੇ ਥਰੂ ਤੁਹਾਨੂੰ ਉਹ ਬੋਲਣਗੇ ਤੇ ਜਿਗਿਆਸੂ ਸੁਣੇਗਾ। ਤੇ ਇਹ ਹੁਣ ਅਗਲੀ ਜਿਹੜੀ ਹੈ ਵਿਤਰਲੀ ਸ਼ੁਰੂ ਹੋਏਗੀ ਤੁਹਾਨੂੰ। ਇਹ ਹੁਣ ਕਿਉਂਕਿ ਗੁਰਾਂ ਇੱਕ ਦੇਹ ਬੁਝਾਈ ਦੀ, ਹੁਣ ਅਗਲਾ ਸਟੈਪ ਗੁਰਾਂ ਇੱਕ ਦੇਹ ਬੁਝਾਈ ਦਾ ਇਹ ਹੈ ਕਿ ਹਾਂ ਹੁਣ ਦੇਹ ਬੁਝਾ ਦਿੱਤੀ ਉਹਨਾਂ ਨੇ। ਤੇ ਦੇਹ ਬੁਝਾਈ ਕਿਸ ਤਰ੍ਹਾਂ? ਜਿਗਿਆਸੂ ਦੀ ਗੱਲ ਸੁਣੀ ਕਿਸ ਤਰ੍ਹਾਂ? ਕਿਉਂਕਿ ਜਿਗਿਆਸੂ ਨੂੰ ਉਪਦੇਸ਼ ਦੇਣਗੇ, ਉਹ ਜਿਗਿਆਸੂ ਨੂੰ ਪਾਵਨ ਉਪਦੇਸ਼ ਮਿਲੇਗਾ ਗੁਰਬਾਣੀ ਤੋਂ। ਜਿਹੜਾ ਜਿਗਿਆਸੂ ਸੁਣੇਗਾ ਧਿਆਨ ਨਾਲ, ਜਿਗਿਆਸੂ ਸੁਣੇਗਾ ਹੀ ਨਹੀਂ, ਜਿਗਿਆਸੂ ਆਪਣੇ ਉਸ ਨੂੰ ਬੁੱਝੇਗਾ, ਉਸ ਸੰਦੇਸ਼ ਨੂੰ। ਮੈਂ ਬਾਅਦ ਵਿੱਚ ਮੈਂ ਲਿਖ ਕੇ ਸਮਝਾਵਾਂਗਾ ਸਾਰਾ। ਗੁਰੂ ਬੋਲੇਗਾ, ਜਿਗਿਆਸੂ ਸੁਣੇਗਾ, ਜਿਗਿਆਸੂ ਸੁਣੇਗਾ, ਜਿਗਿਆਸੂ ਬੁੱਝੇਗਾ, ਜਿਗਿਆਸੂ ਬੁੱਝੇਗਾ, ਜਿਗਿਆਸੂ ਮਨ ਵਿੱਚ ਧਾਰਨ ਕਰੇਗਾ, ਜਿਗਿਆਸੂ ਮਨ ਵਿੱਚ ਧਾਰਨ ਕਰੇਗਾ, ਜਿਗਿਆਸੂ ਉਸ ਤੇ ਅਮਲ ਕਰੇਗਾ, ਜਿਗਿਆਸੂ ਉਸ ਤੇ ਅਮਲ ਕਰੇਗਾ ਤੇ ਜਿਗਿਆਸੂ ਦੇ ਮਨ ਵਿੱਚ ਖੇੜਾ ਆਏਗਾ। ਕਿਉਂਕਿ ਨਾਨਕ ਭਗਤਾਂ ਸਦਾ ਵਿਕਾਸ, ਉਹ ਵਿਕਾਸ ਵਾਲੀ ਅਵਸਥਾ ਪਰ ਪਹੁੰਚੇਗਾ। ਜਿਗਿਆਸੂ ਦੇ ਮਨ ਚ ਖੇੜਾ ਆਏਗਾ, ਜਿਗਿਆਸੂ ਦੇ ਦੁੱਖ ਪਾਪ ਦਾ ਨਾਸ਼ ਹੋਏਗਾ। ਹੋਣਾ ਹੀ ਹੋਣਾ ਹੈ।
ਤੇ ਜੇ ਨਹੀਂ ਹੋਇਆ ਹੁਣ ਤੱਕ ਤੇ ਫਿਰ ਜਿਗਿਆਸੂ ਨੇ ਇਹ ਦਾਨ ਮੰਗਿਆ ਨਹੀਂ ਹਾਲੇ ਗੁਰੂ ਤੋਂ, ਔਰ ਗੁਰੂ ਕੋਲੋਂ ਉਹ ਸਿੱਖਿਆ ਸੁਣੀ ਨਹੀਂ ਉਸਨੇ ਫਿਰ। ਹਾਂਜੀ, ਇਹ I just want to make sure ਕਿ ਕਿਸ ਤਰ੍ਹਾਂ ਇਹ ਕੜੀਆਂ ਜੁੜੀਆਂ ਹੋਈਆਂ ਜਪਜੀ ਦੀਆਂ। ਔਰ ਇਹਦਾ ਕ੍ਰੈਡਿਟ ਮੈਨੂੰ ਨਾ ਦੇਣਾ ਕਿਧਰੇ ਕਿ ਇਹ ਸੁਰਿੰਦਰ ਬੜਾ ਸਿਆਣਾ ਹੈ ਯਾਰ, ਇਹ ਸਾਰਾ ਕੁਝ ਸਮਝ ਆਇਆ ਬੜਾ, ਰੱਤੀ ਭਰ ਦਾ ਕ੍ਰੈਡਿਟ ਨਹੀਂ ਹੈ ਮੈਨੂੰ, ਇੱਕ ਰੱਤੀ ਭਰ ਦਾ ਵੀ। ਕਿਉਂ? ਕਿਉਂਕਿ ਇਹ ਵੱਡੇ ਲਿਖ ਗਏ ਨੇ ਪਹਿਲੇ। ਇਸ ਗੱਲ ਦੀ ਸਮਝ ਪਹਿਲੀ ਵਾਰੀ ਜਦੋਂ ਮੈਂ ਸੰਥਿਆ ਪੜ੍ਹੀ ਆਪਣੀ ਲਾਈਫ ਵਿੱਚ, I was in my mid-30s ਵਿੱਚ ਸੀ ਜਦੋਂ ਮੈਂ ਪੜ੍ਹੀ ਪਹਿਲੇ। ਬੜੇ ਟੀਕੇ ਪਹਿਲੇ ਜਪਜੀ ਦੇ ਪੜ੍ਹੇ ਸਨ, ਲੇਕਿਨ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਜਦੋਂ ਮੈਂ ਪਹਿਲੀ ਵਾਰੀ ਇਹਨਾਂ ਦਾ ਟੀਕਾ ਜੋ ਜਪਜੀ ਦਾ ਪੜ੍ਹਿਆ ਜਦੋਂ, ਤੇ ਰੰਗ ਕੇ ਰੋਂਗਟੇ ਖੜੇ ਹੋ ਗਏ ਮੇਰੇ ਕਿ ਮਹਾਰਾਜ ਦੇਖੋ, ਇਹ ਵੀ ਇੱਕ ਜਿਗਿਆਸੂ ਦੀ ਇੱਕ ਅੰਦਰਲੀ ਇੱਛਾ, ਜਦੋਂ ਜਿਗਿਆਸੂ ਕਿਸ ਲੈਵਲ ਦਾ ਜਿਗਿਆਸਾ ਕਰ ਰਿਹਾ ਹੈ, ਤੇ ਉਸ ਜਿਗਿਆਸੂ ਦੇ ਉਹਨਾਂ ਵਰਗੇ ਜਿਗਿਆਸੂਆਂ ਦੀ ਲੈਵਲ ਜਿਹੜਾ, ਉਹਨਾਂ ਨੇ ਜਿਗਿਆਸੂ ਦੀ ਲੈਵਲ ਜਿਹੜਾ ਹੈ ਆਪਣਾ ਦਿਖਾਇਆ, ਤੇ ਉਸ ਜਿਗਿਆਸੂ ਦਾ ਲੈਵਲ ਜਿਹੜਾ ਦਿਖਾ ਕੇ ਉਹਨਾਂ ਨੂੰ ਉਸ ਲੈਵਲ ਦੀ ਨੌਲੇਜ ਪ੍ਰਾਪਤ ਹੋਈ, ਤੇ ਉਹਨਾਂ ਨੇ ਸਾਰੇ ਸੰਸਾਰ ਤੇ ਕਿਰਪਾ ਕਰਕੇ ਸੰਥਿਆ ਵਿੱਚ ਇਹ ਗੱਲਾਂ ਲਿਖ ਦਿੱਤੀਆਂ। ਜਿਹੜੇ ਮੇਰੇ ਵਰਗੇ ਕੀਟ ਵਰਗੇ ਬੰਦੇ, ਜਿਹੜੇ ਮੇਰੇ ਵਰਗੇ ਨਾ ਸਮਝ ਬੰਦੇ ਸਮਝ ਕੇ ਉਸ ਗੱਲ ਨੂੰ ਸਮਝ ਗਏ, ਤੇ ਸਮਝ ਕੇ ਅੱਗੇ ਸਮਰੱਥਾ ਗੁਰੂ ਨੇ ਦਿੱਤੀ ਅਗਲੇ ਸਮਝਾਉਣ ਦੀ। ਹਾਂਜੀ, ਸੋ ਇਹ ਨਾ ਸਮਝੋ ਕਿ ਬੜਾ ਕੋਈ ਸਿਆਣਾ ਬੰਦਾ ਆ ਕੇ ਕੋਈ ਪਤਾ ਨਹੀਂ ਕਿਤਨੀ ਰਿਸਰਚ ਕਰਕੇ ਆਇਆ ਹੈ। ਇਹ ਸਾਰੀ ਸੈਕੰਡ ਹੈਂਡ ਨੌਲੇਜ ਜਿਹੜੀ ਮੈਂ ਲਿੱਤੀ ਹੈ ਸਾਰੀ। ਸੋ ਮੈਂ ਇੱਕ ਸੈਕਿੰਡ ਬ੍ਰੇਕ ਲਵਾਂਗਾ ਇੱਥੇ। ਦੇਖੋ ਤੁਸੀਂ ਕੁਝ ਪਹਿਲੇ ਕੁਐਸਚਨ। ਸੁਰਿੰਦਰ ਜੀ, ਮੈਨੂੰ ਘੜੀ ਸਵਾਲ ਪੁੱਛਦਿਆਂ ਸ਼ਰਮ ਵੀ ਆ ਜਾਂਦੀ ਹੈ, ਪਰ ਇਹ ਤੁਸੀਂ ਹੁਣੇ ਜਿਹੜਾ ਕਿਹਾ ਨਾ ਕਿ ਮਨ ਚ ਧਾਰਨ ਕਰੇਗਾ, ਫਿਰ ਅਮਲ ਕਰੇਗਾ, ਜਦੋਂ ਅਮਲ ਕਰੇਗਾ ਖੇੜਾ ਆਵੇਗਾ, ਜਦੋਂ ਖੇੜਾ ਆਵੇਗਾ ਦੁੱਖ ਪਾਪ ਦਾ ਨਾਸ ਹੋ ਜਾਏਗਾ, ਇਹਨੂੰ ਲਿਖ ਸਕਦੇ ਹੋ? ਇਹ 4-5 ਮੈਂ ਲਿਖਾਂਗਾ। I will write it. I think these are important steps in। ਔਰ ਤੁਸੀਂ ਦੇਖੋ ਕਿਤਨੀ ਖੂਬਸੂਰਤੀ ਦੇ ਨਾਲ ਜਪਜੀ ਦੀ ਪ੍ਰੋਗਰੈਸ਼ਨ ਹੁੰਦੀ ਪਈ ਹੈ, ਕਿਤਨੀ ਅੰਦਰਲੀ ਭਾਵਨਾ ਦੇ ਨਾਲ ਜਪਜੀ ਦੀ ਪ੍ਰੋਗਰੈਸ਼ਨ ਹੋ ਰਹੀ ਹੈ ਥਾਟ ਪ੍ਰੋਸੈਸ ਵਿੱਚ। ਉਸ ਗੁਰਾ ਇੱਕ ਦੇਹ ਬੁਝਾਈ ਦੇ ਉੱਤੇ ਹੀ ਸਾਰੀਆਂ ਸੁਣਨੇ ਦੀਆਂ ਪੌੜੀਆਂ। ਹੋਰ ਜੀ ਅਮਲ ਬਾਰ-ਬਾਰ ਸ਼ੁਰੂ ਕਰ ਦਿੱਤਾ ਉਸਨੇ ਕਰਨਾ, ਜੇ ਅਮਲ ਉਸਨੇ ਸੁਣਿਆਂ ਦੀ ਪੌੜੀਆਂ ਤੇ ਅਮਲ ਉਸਨੇ ਬਾਰ-ਬਾਰ ਸ਼ੁਰੂ ਕਰ ਦਿੱਤਾ, ਉਸਨੇ ਅਨਿਨ ਹੋ ਗਿਆ ਉਹਦਾ ਅਮਲ, ਮਨੇ ਸੁੱਤੇ ਹੀ ਅਮਲ ਹੋ ਗਿਆ ਉਹਦਾ, ਤੇ ਫਿਰ ਅਗਲੀ ਅਵਸਥਾ ਹੈ ਮੰਨਣੇ ਵਾਲੀ। ਉਹ ਪੌੜੀਆਂ ਬਾਅਦ ਚ ਪਹਿਲੇ ਸੁਣੀਆਂ ਦੀਆਂ ਪੌੜੀਆਂ ਹੈ। ਹਾਂਜੀ, any other questions? I'll write it down those steps though, but any questions on, any comments or questions on so far what we have discussed though on the ਪਹਿਲੀਆਂ 7 ਜਿਹੜੀਆਂ ਪੌੜੀਆਂ ਜਿਹੜੀਆਂ ਆਈਆਂ ਹਨ, ਜਿਹੜੀਆਂ ਉਹਨਾਂ ਦੇ ਨਾਲ ਤੇ 8ਵੀਂ ਦੀ ਜਿਹੜੀ ਕਨੈਕਸ਼ਨ ਜਿਹੜੀ ਹੈ ਸੁਣਨੇ ਵਾਲਾ ਜਿਹੜੀ ਹੈ, ਜਿਹੜੀ I will write those steps down though। ਉਹ ਸਟੈਪਸ ਕਿਹੜੇ ਹਨ ਜਿਹੜੇ, ਔਰ ਇਹ ਸਟੈਪਸ ਸੰਥਿਆ ਵਿੱਚ ਵੀ ਲਿਖੇ ਹੋਏ ਹਨ ਔਰ ਬੜੇ ਆਥਰਸ ਨੇ ਲਿਖੇ ਨੇ। ਮੇਰੀ ਆਪਣੀ ਕੋਈ ਨਿਵੇਕਲੀ ਨੌਲੇਜ ਨਹੀਂ ਹੈ, ਕੋਈ ਇਹ ਨਾ ਸਮਝੋ ਕੋਈ ਰਿਸਰਚ ਕਰਕੇ ਆਇਆ ਬੜਾ ਭਾਰੀ ਕੋਈ ਤੁਹਾਨੂੰ ਸੁਣਿਆ ਸੁਣਾਇਆ ਸੁਣਾਉਂਦਾ ਪਿਆ ਸਾਰਾ, ਕੋਈ ਸਿਆਣਪ ਨਹੀਂ ਆਪਣੀ ਕੋਈ। ਹਾਂਜੀ, anybody have any questions though? ਹਾਂਜੀ ਯਾ ਵੀਰ ਜੀ, ਤੁਸੀਂ ਕਹਿੰਦੇ ਨਾ ਗੁਰਾ ਇੱਕ ਦੇ ਬੁਝਾਈ, ਸੋ ਇਹਦਾ ਮਤਲਬ ਹੈਗਾ ਕਿ ਇੱਕ ਵਾਰੀ ਅਸੀਂ ਉਪਦੇਸ਼ ਸੁਣਾਂਗੇ, ਉਹਦਾ ਧਿਆਨ ਕਰਾਂਗੇ ਤੇ ਅਮਲ ਕਰਾਂਗੇ, ਤੇ ਮਨ ਜਿਹੜਾ ਖੇੜਾ ਆਉਂਦਾ, that means ਗੁਰਾ ਇੱਕ ਦੇ ਬੁਝਾਈ। is that the meaning of that? ਨਹੀਂ, ਗੁਰਾ ਇੱਕ ਦੇ ਬੁਝਾਈ ਕਿ ਉੱਥੇ ਅਰਦਾਸ ਹੈ ਕਿ हे ਗੁਰੂ ਮੇਰੀ ਪਿਆਸ ਇੱਕ ਬੁਝਾ ਦਿਓ, ਇੱਕ ਮੇਰੀ ਅਰਦਾਸ ਸੁਣ ਲਵੋ ਤੁਸੀਂ। ਉਹ ਅਰਦਾਸ ਇਹ ਹੈ ਕਿ ਤੁਸੀਂ ਭੁੱਲੋ ਨਾ ਕਦੀ ਮੈਨੂੰ, ਤੁਸੀਂ ਜੀਵਨ ਦੇ ਪੈਦਾ ਕਰਨ ਵਾਲੇ ਹੋ, ਮੇਰੇ ਅੰਦਰੋਂ ਜਾਓ ਨਾ ਕਦੀ ਤੁਸੀਂ। ਓਕੇ, ਮੇਰੇ ਅੰਦਰ ਵਸ ਜਾਓ। ਥੈਂਕ ਯੂ। ਅਗਲਾ ਸਟੈਪ ਇਹ ਹੈ ਕਿ ਗੁਰੂ ਕਿਸ ਤਰ੍ਹਾਂ ਬੁਝਾਉਂਦਾ ਹੈ, ਉਹ ਅਰਦਾਸ ਕਿੰਝ ਸੁਣਦਾ ਹੈ। ਉਹ ਅਰਦਾਸ ਇਸ ਤਰ੍ਹਾਂ ਸੁਣਦਾ ਹੈ ਕਿ ਉਹ ਗੁਰੂ ਉਪਦੇਸ਼ ਕਰਦੇ ਹਨ, ਫਿਰ ਗੁਰੂ ਬੋਲਦਾ ਹੈ ਤੇ ਜਿਗਿਆਸੂ ਸੁਣਦਾ ਹੈ ਉਸ ਉਪਦੇਸ਼। ਜਿਗਿਆਸੂ ਸੁਣੇਗਾ
गुरु बोलेगा। ते गुरु किस तरह बोलेगा? गुरबाणी राही उपदेश करेगा। ते गुरु आप नहीं बोलते, क्योंकि गुरु शब्द रूप विच कहीं नहीं समझ आई गल, ते फिर गुरु दिखियत लोगों के थ्रू गुरु उस शब्दां नूं समझाते हैं। भाई साहब भाई वीर सिंह दिखियत हैं, भाई कान सिंह नाभा दिखियत हैं, भाई गुरदास दिखियत हैं, है ना, ये सारे दिखियत हैं। भगत नामदेव दिखियत हैं, ये दिखियत है, दिखिया मिली है इन्हों। ते इस वेले मैनू दिखिया मिली हुई है इस घंटे वास्ते कि जा तेनू समझाया मैं, जा तू अगे दस जाके। हाँ जी, हाँ जी। इस एक घंटे दी वास्ते मेरे ते मेरी झोलियां भरियां की हैं, मैनू दिखिया मिली है बोलण दी, मैनू मैं दिखियत हां इस वेले इत्थे। नुमाइंदा हां गुरु दा, गुरु दा रिप्रेजेंटेटिव बन के खड़ा सा। लेकिन बोलेगा गुरु, जिज्ञासु सुनेगा, जिज्ञासु सुनेगा ध्यान नाल। ते ये मैं स्टेप पर लिखांगा आगे, बट other than I hope this was clear now. हाँ जी, हाँ जी, thank you. How this area किस तरह connected है number 7 ਦੇ ਨਾਲ, 6 और 7 ਦੇ ਨਾਲ तीर्थां ते योगियां दियां निसफलता दस के और नाम दी खूबसूरती बारे दसते हैं। या हुण अपनी एक गुरमत दी फिलासफी हुण उभर के आंदी पई है बाहर, एक गुरु नानक देव दी फिलासफी हुण उभर के आंदी पई है बाहर। किस तरह ਅਸੀਂ ਵੱਖ ਹਾਂ ਸਨਾਤਨੀ, ਉਹ ਕਿੱਥੇ ਖੜੇ ਹਨ, ਅਸੀਂ ਕਿੱਥੇ ਹਾਂ। ਸਹੀ ਗੱਲ। ਉਹ ਗੁਰੂ ਉਪਦੇਸ਼ ਦੇਣਗੇ ਹੁਣ, ਜਿਗਿਆਸੂ ਧਿਆਨ ਨਾਲ ਸੁਣੇਗਾ ਉਹ ਉਪਦੇਸ਼। ਹਾਂਜੀ, ਥੈਂਕ ਯੂ ਜੀ। नो क्वेश्चन। मैं किधरे कोई डाउट ना रहे, किधरे शंका ना कोई रहे, कोई किधरे कोई ये ना हो कि घंटे बाद पता लगे हो तो समझा ही नहीं है। Let me write these steps down. So एक सेकंड मैं फिर दोबारा शेयर करूंगा अपनी स्क्रीन पे। Okay, let me clear this up though, and I'm going to start again. हाँ जी, so पहला स्टेप है अरदास। वो है कि गुरा एक देव बुझाए। किस गल दी? ना विसरण दी। तुसी किधरों तुसी मैनू निकलो ना मेरे मन चो। ते गुरु किस तरह थे दे बुझाते हैं? गुरु उपदेश करते हैं। ते गुरु उपदेश की करते हैं, गुरु बोलणगे, जिज्ञासु सुनेगा। मैं लेट मी आई विश मेरा थोड़ा वाइट वाला बोर्ड वड्डा होंदा, बट मैं नेक्स्ट स्टेप पे जावांगा। गुरु बोलणगे, गुरबाणी द्वारा जिज्ञासु सुनेगा, जिज्ञासु सुनेगा ध्यान नाल। एक मन एक चित होकर सुनेगा जिज्ञासु। देखो मैं गल होर क्लियर कर दिया, जिज्ञासु ध्यान नाल तां ही सुनेगा ਜਦੋਂ जिज्ञासु ਦੇ मन विच परमात्मा प्राप्ति ਦੀ ਇੱਛਾ ਤ੍ਰਿਬਲ ਹੋਏਗੀ। ਜਦੋਂ नहीं तो जिज्ञासु ध्यान नाल नहीं सुनता। कोई चीज बंदा ध्यान नाल ਉਹੀ ਸੁਣਦਾ है जिस चीज नाल या तो उसਨੂੰ ਉਹਦੇ ਕੋਈ ਫਾਇਦਾ ਹੋਵੇ ਉਹਦੇ ਚੋਂ ਕੋਈ, या उसਨੂੰ कुछ मिले ਉਹਦੇ ਚੋਂ, या ਉਹਦੇ ਵਾਸਤੇ ਬੜਾ ਹੈ। ਹੁਣ ਕੋਈ बॉस बोले कोई चीज अगर कि यह चीज इंपॉर्टेंट है, तू घर नहीं करेगा, तेरी जॉब खतरे च, तो ध्यान नाल सुनेगा उसका। डॉक्टर ध्यान नाल सुनेंगे उस गल नूं जिस गल नाल मरीज ने ठीक होना है। नहीं तो किधरे कोई सूह कर दे, कोई कुछ हो जाए, तो ध्यान नाल हर चीज करनी पैंदी है ना। सो ध्यान उत्थे आंदा है जिथे जिथे जरूरत होवे कोई उदी। गुरु बोलणगे गुरबाणी द्वारा, उपदेश देणगे गुरु, ते जिस जिज्ञासु दे मन च इच्छा है उत्थे पहुंचण दी ओ जिज्ञासु ध्यान नाल सुनेगा इस गल नूं। ते अगले स्टेप
ਜਿਗਿਆਸੂ ਧਿਆਨ ਨਾਲ ਸੁਣੇਗਾ ਤੇ ਜਿਗਿਆਸੂ ਉਸ ਉਪਦੇਸ਼ ਨੂੰ ਬੁਝੇਗਾ। ਇਹ ਬਹੁਤ ਇੰਪੋਰਟੈਂਟ ਹੈ, ਜਾਂ ਸਮਝੇਗਾ। ਇसी ਵਾਸਤੇ ਜੇ ਜਪਜੀ ਪੜ੍ਹਦਿਆਂ 50 ਸਾਲ ਹੋ ਗਏ ਹਨ ਤੇ ਜਪਜੀ ਦਾ ਉਪਦੇਸ਼ ਜੇ ਅਗਰ ਤੁਹਾਡੇ ਅੰਦਰ ਕਲੀਅਰ ਨਹੀਂ ਹੈ, ਕਲੈਰਿਟੀ ਨਹੀਂ ਹੈ ਜਪਜੀ ਦੇ ਉਪਦੇਸ਼ ਦੀ, ਤੇ ਗਿਆਨ ਅੰਦਰ ਕਿੰਝ ਜਾਏਗਾ ਤੁਹਾਡੇ? ਜੀ ਤੁਸੀਂ ਸੋਚ ਕੇ ਦੇਖੋ ਗੱਲ। ਹੁਣ ਮੈਂ ਤੁਹਾਨੂੰ ਇਹ ਗੱਲ ਇੰਪੋਰਟੈਂਟ ਸਮਝਾਵਾਂ ਤੇ ਮੈਂ ਬੋਲਾਂ ਮੈਂਡਰਿਨ ਜਾਂ ਮੈਂ ਬੋਲਾਂ ਕੋਰੀਅਨ ਜਾਂ ਮੈਂ ਬੋਲਾਂ ਜਾਪਨੀਜ਼, ਤੇ ਤੁਹਾਨੂੰ ਕੱਖ ਪੱਲੇ ਨਾ ਪਵੇ ਤੁਹਾਡੇ। ਮੈਂ ਬੋਲਦਾ ਜਾਵਾਂ, ਤੁਸੀਂ ਤੋਤੇ ਵਾਂਗੂ ਹਾਂ ਹਿਲਾਉਂਦੇ ਜਾਓ ਸਿਰ ਆਪਣਾ। ਤੇ ਜਿਗਿਆਸੂ ਬੁਝੇਗਾ, ਜਿਗਿਆਸੂ ਇਸ ਗੱਲ ਨੂੰ ਸਮਝੇਗਾ। ਇਸ ਗੱਲ ਨੂੰ ਜਿਗਿਆਸੂ ਦੇ ਮਨ ਵਿੱਚ ਬੁਝ ਹੋਏਗੀ। ਔਰ ਬੁਝਣ ਦੇ ਉੱਤੇ ਗੁਰਬਾਣੀ ਚ ਅਨੇਕ ਪ੍ਰਮਾਣ ਆਏ, ਬਹੁਤ ਜ਼ਿਆਦਾ। ਸੁਖਮਨੀ ਸਾਹਿਬ ਵਿੱਚ ਬਿਨ ਬੂਝੇ, ਬੂਝਣ ਤੋਂ ਸਿਵਾਏ ਕੁਝ ਹੋਰ ਚਾਰਾ ਨਹੀਂ ਹੈ। ਬੁਝਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਜਿਗਿਆਸੂ ਦਾ ਬੁਝਣਾ ਬਹੁਤ ਇੰਪੋਰਟੈਂਟ ਹੈ, ਸਮਝਣਾ। ਜਿਗਿਆਸੂ ਬੁਝੇਗਾ ਤੇ ਜਿਗਿਆਸੂ ਮਨ ਵਿੱਚ ਧਾਰੇਗਾ। ਜਿਗਿਆਸੂ ਆਪਣੇ ਮਨ ਵਿੱਚ ਉਸ ਬੁਝੇ ਹੋਏ ਗਿਆਨ ਨੂੰ ਅੰਦਰ ਧਾਰੇਗਾ। ਜਿਗਿਆਸੂ ਜੇ ਨਹੀਂ ਧਾਰੇਗਾ, ਉਸਨੂੰ ਦੱਸਦਾ ਕਿ ਪਰਮਾਤਮਾ ਪ੍ਰਾਪਤੀ ਨਾਲ। ਦੇਖੋ, ਜਿਹੜੇ ਤੇ ਨੌਲੇਜ ਲੈਣ ਵਾਸਤੇ ਆਏ ਹਨ ਉਹ ਤੇ ਕਿਸੇ ਕਿਤਾਬਾਂ ਤੋਂ ਨੌਲੇਜ ਲੈ ਸਕਦੇ ਹਨ, ਉਹ ਨੌਲੇਜ ਤੱਕ ਹੀ ਸੀਮਿਤ ਹਨ, ਉਹ ਅੱਗੇ ਕੁਝ ਨਹੀਂ ਕਰਨਗੇ। ਪਰ ਜਿਹੜੇ ਅੱਗੇ ਬੁੱਝਣ ਵਾਸਤੇ ਆਏ ਹਨ, ਜਿਹੜਾ ਉਹ ਮਨ ਵਿੱਚ ਧਾਰੇਗਾ ਇਹ ਸੰਦੇਸ਼, ਤੇ ਧਾਰ ਕੇ ਸਭ ਤੋਂ ਇੰਪੋਰਟੈਂਟ ਹੈ ਕਿ ਉਹਦੇ ਉੱਤੇ ਫਿਰ ਅਮਲ ਕਰੇਗਾ। ਬੁਝੇਗਾ, ਮਨ ਵਿੱਚ ਧਾਰੇਗਾ ਤੇ ਅਮਲ ਕਰੇਗਾ। ਭਾਈ ਸਾਹਿਬ ਵੀਰ ਸਿੰਘ ਸੰਖਿਆ ਮਨ ਵਿੱਚ ਪ੍ਰਵੇਸ਼ ਕਰਨਾ ਲਿਖਦੇ ਆ। let me read those lines out to you। ਮੈਂ ਇਹ ਅੰਡਰ ਕੋਟੇਸ਼ਨ ਇਨ ਲਾਈਨ। ਸੋ ਸੁਣਨੇ ਤੋਂ ਮੁਰਾਦ ਕੰਨੀ ਪੈ ਕੇ ਨਿਕਲ ਜਾਣ ਮਾਤਰ ਤੇ ਨਹੀਂ। ਸੋ ਉਹ ਸੁਣਨੇ ਤੋਂ ਮਤਲਬ ਇਹ ਨਹੀਂ ਹੈ ਕਿ ਇੱਕ ਕੰਨ ਤੋਂ ਸੁਣਿਆ, ਜਿਸਾ ਇੱਕ ਕਲਾਸ ਵਿੱਚ ਸੁਣਿਆ 1 ਘੰਟੇ ਧਿਆਨ ਨਾਲ, ਲੇਕਿਨ 1 ਘੰਟੇ ਬਾਅਦ ਕੁਝ ਨਹੀਂ ਪਤਾ ਕੀ ਬੋਲੇ। ਉਹ ਨਹੀਂ ਹੈ ਇੱਥੇ ਸੁਣਨੇ ਤੋਂ ਮੁਰਾਦ। ਮੈਂ ਦੁਬਾਰਾ ਪੜ੍ਹ ਦਿਆਂ, ਇਹ ਅੰਡਰ ਕੋਟੇਸ਼ਨ ਇਨ ਲਾਈਨ। ਪੇਜ ਨੰਬਰ ਇਹ ਜਿਹੜੀਆਂ ਪ੍ਰਾਕਰਥਨ ਜਿਹੜਾ ਲਿਖਿਆ ਨੇ, ਇੰਟਰੋਡਕਸ਼ਨ ਲਿਖੀ ਨੇ ਪੌੜੀ ਨੰਬਰ 8 ਦੇ, ਉਹਦੇ ਵਿੱਚ ਲਿਖੀਆਂ ਨੇ ਲਾਈਨਾਂ ਇਹ। ਸੋ ਸੁਣਨੇ ਤੋਂ ਮੁਰਾਦ ਕੰਨੀ ਪੈ ਕੇ ਨਿਕਲ ਜਾਣ ਮਾਤਰ ਤੋਂ ਨਹੀਂ, ਪਰ ਐਸਾ ਸੁਣਨਾ ਜੋ ਸਮਝ ਵਿੱਚ ਪੈ ਕੇ ਬੂਝ ਬਣ ਜਾਵੇ। ਸਮਝ ਤੇ ਬੂਝ ਮੈਂ ਇੱਕੋ ਜਗ੍ਹਾ, ਮੈਂ ਦੋਨੋਂ ਇੱਕੋ ਜਗ੍ਹਾ ਲਿਖੇ ਹਨ, ਇਹਨਾਂ ਨੇ ਅਲੱਗ-ਅਲੱਗ ਕੀਤੇ ਹਨ। ਇੱਕ ਸਮਝੇ ਫਿਰ ਇੱਕ ਬੂਝ ਬਣ ਜਾਏ, ਮਤਲਬ ਤੁਹਾਡਾ ਹਿੱਸਾ ਬਣ ਜਾਏ, ਤੁਹਾਡਾ ਮਾਈਂਡ ਐਕਸੈਪਟ ਕਰ ਲਵੇ ਉਸਨੂੰ। ਹਾਂਜੀ, ਅਗਲੇ ਲਿਖਦੇ ਹਨ, ਪਿੱਛੇ ਯਾਚਨਾ ਬੁਝਾਈ ਦੀ ਸੀ, ਪਿੱਛੇ ਯਾਚਨਾ ਕੀਤੀ ਇਸਨੇ ਬੁਝਾਈ ਦੀ, ਕਿ ਗੁਰਾਂ ਇੱਕ ਦੇ ਬੁਝਾਈ। ਪਿੱਛੇ ਯਾਚਨਾ ਹੋ ਚੁੱਕੀ ਹੈ, ਉਹ ਤੇ ਪੌੜੀ ਨੰਬਰ 6-7 ਚ ਅਰਦਾਸ ਕਰ ਆਏ ਨਾ ਪਹਿਲੇ ਕਿ ਗੁਰਾਂ ਇੱਕ ਦੇ ਬੁਝਾਈ। ਹੁਣ ਉਹ ਯਾਚਨਾ ਗੁਰੂ ਨੇ ਸੁਣੀ ਤੇ ਹੁਣ ਗੁਰੂ ਉਪਦੇਸ਼ ਦਿੰਦੇ ਪਏ, ਸੁਣੋ, ਫਿਰ ਸੁਣ ਕੇ ਆਪਣੇ ਮਨ ਚ ਧਾਰੋ। ਜਿਹੜੇ ਸੁਣਦੇ ਹਨ, ਪਿੱਛੇ ਯਾਚਨਾ ਬੁਝਾਈ ਦੀ ਸੀ, ਬੁਝਾਈ ਦਾ ਭਾਵ ਮਨ ਵਿੱਚ ਪ੍ਰਵੇਸ਼ ਕਰ ਜਾਣ ਤੋਂ ਸੀ, ਤੇ ਸੁਣਨ ਤੇ ਬੁਝਣ ਪ੍ਰਥਾਏ। ਫਿਰ ਅੱਗੇ ਹੁਣ ਜਿਹੜਾ ਕਰੇਗਾ ਅਮਲ, ਤੇ ਜਿਹੜਾ ਅਮਲ ਕਰੇਗਾ ਉਹ ਖੇੜੇ ਵਿੱਚ ਆਏਗਾ, ਉਹਦੇ ਮਨ ਵਿੱਚ ਉਹ ਖੁਸ਼ੀ, ਉਹ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰੇਗਾ। ਕਿ ਜੇ ਆਨੰਦ ਤੇ ਖੇੜਾ ਹੋਵੇਗਾ ਤੇ ਫਿਰ ਦੁੱਖ ਪਾਪ ਦਾ ਨਾਸ਼ ਤੇ ਹੋਣਾ ਹੀ ਹੋਣਾ। ਦੁੱਖ ਪਾਪ ਦਾ ਨਾਸ਼ ਤੋਂ ਬਚ ਨਹੀਂ ਸਕਦੇ ਤੁਸੀਂ, ਉਹ ਆਟੋਮੈਟਿਕ ਹੈ। ਜਿੱਥੇ ਆਨੰਦ ਤੇ ਖੇੜਾ ਹੈ ਉੱਥੇ ਦੁੱਖ ਪਾਪ ਨਹੀਂ ਹੈ। ਤੇ ਕੋਈ ਸਿਆਣਾ ਇਹ ਵੀ ਕਹਿ ਸਕਦਾ ਹੈ ਕਿ ਇਹ ਦੁੱਖ ਪਾਪ ਦਾ ਨਾਸ਼ ਤੇ ਠੀਕ ਹੈ, ਪਰ ਫਿਰ ਇਹ ਤੇ ਗੱਲ ਸਮਝਾ ਦਿੱਤੀ ਤੇ ਸੁਣਿਆ ਦੀ ਤੇ ਲਿਸਟ ਤੇ ਬੜੀ ਲੰਬੀ ਹੈ। ਸੁਣਿਆ ਦੀ, ਹਾਂ ਸੁਣਿਆ ਦੀ ਲਿਸਟ ਤੇ ਲੰਬੀ ਹੈ ਬਹੁਤ। Now let me clear up my, let me stop sharing this now. Okay, before I say anything further though, I don't think so we'll have time today to discuss
particular podi number. This was an important background to build behind, क्योंकि ये सिर्फ अगलियां 8 पौड़ियां दियां बैकग्राउंड है, सिर्फ सुनने वालियां नहीं, मनने वालियां भी। क्योंकि जे हुण अगला स्टेप ये है कि जे अमल करदियां 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 कर जे अमल करदियां 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 इस अवस्था च पहुंच जावे कि हुण हमेशा ही अमल है उहदा, हमेशा ही गुरु उपदेश दे रहा है तो हमेशा ही अमल च सुते ही, मतलब सुते मतलब कि नैचुरली अमल च, सुनदियां बैठदियां अमल च, मैंने उनको कोई परवाह ही नहीं है किसी चीज, मैंने कोई है ही नहीं, कुछ हो ही नहीं रहा, वो कुछ भी करेगा doesn't matter to him anymore, he doesn't have to focus on anything, unfocused होके भी focused है जेड़ा, वो अगली अवस्था है। क्योंकि वो अवस्था की कोई डेफिनेशन दी नहीं जा सकती, क्योंकि वो गुरु वाली अवस्था है, वो परमात्मा वाली अवस्था है। इस वास्ते सुनिया दी पौड़ियां दी अवस्था दिखियां हुई हैं बड़ियां, हाँ जी, कि वो जी सुने नाल दुख पाप का नाश है, सिद्ध पीर सुरनाथ है, धरतवल आकाश है, दीप लो पाताल है, लेकिन मनने वाली दी चारी दी की अवस्था लिखोगे। इसी वास्ते उत्थे वर्ड जिहड़े आए हैं, वो वर्ड आए हैं कि मरने की गत कही ना जाए, जे को कहे पीछे पछताए, वो नहीं कही जा सकती अवस्था, ना गुरु कह सकते हैं आप, क्योंकि क्यों नहीं कही जा सकती, क्योंकि हुक्म की अवस्था नहीं कही जा सकती, तो दी अवस्था की कहोगे, नहीं कही जा सकती अवस्था। So let me stop here for a second though and make sure that we're getting the essence here of what's going on. And I'm going to take up like a 30-second, 10-20-second break though, and then delve into the next discussion Jerry had. Let me see if any question, any. I hope everything is crystal clear now, but still. Anybody wants to add any comments also, I'm willing to hear that also. और एक गल मैं होर, you can interrupt me anytime, just unmute yourself, it's not an issue. मैं गल होर कह दिया कि जपजी ते बहुत कम हुए हैं, जपजी ते बड़े टीके लिखे गए हैं, हर एक ने अपनी बूझ अनुसार, अपनी समझ अनुसार टीके लिखे हैं। कई बारी दो ऑथर्स दे लिखी हुई गल्लां आपस विच मतभेद भी हैं, आपस विच कई एक ने इस तरह लिखा है, दूसरे ने किस तरह लिखा है, कोई गलत नहीं है जी, कोई किसी नू क्रिटिसाइज ना करना, ये अथा बाणी है, इसनू कोई समझण वाला नहीं, जिदी जिदी जिस तरह समझ आई है उस तरह उन्हें की व्याख्या की है उसने आगे है जी। जिस तरह पढ़न तो बाद भी कईयां नू अलग समझ आई, मैनू अलग समझ आई होवे ते मेरे मुंहों गलती हो गई होवे कोई, इसनू कौन समझा सकता है इसनू? मेरा जो बड़ा निमाणा जो एफर्ट है, बड़ा, मैं कोई प्रोफेसर नहीं, कोई कॉलेज कोई फॉर्मल डिग्रीज नहीं मेरे को कोई, पर फिर भी एक निमाणा जो एफर्ट है समझ के समझाना तो यू नो। सो एनी क्वेश्चंस सो फार? I'm going to wait another few seconds and then see if any questions and comments over here. नहीं है तो फिर हुण सुनिया दी पौड़ियां दा पहले स्ट्रक्चर देखो की है। चारां दा 4 पौड़ियां हैं, तो 4 पौड़ियां दे नाल 4 गुण आए हैं सुनिया नाल। वर्ड है सुनिया, दो नाल ओ दुलावा है सुनिया, मने सुनन नाल, थर्ड पर्सन प्लूरल। सुनन नाल की हुंदा या जेड़े सुनदे हन, सुने दी डेफिनेशन पहले दे आए हैं, जेड़े अमल करते हैं उस पॉइंट तक जेड़े हैं जेड़े, तो 4 लाइनां आई हैं पहले। फॉर एग्जांपल पौड़ी नंबर 8 की लाइनां हैं, सुनिए सिद्ध पीर सुरनाथ, धरतवल आकाश, दीप लो पाताल, पो न सके काल। फिर 2 लाइनां रिपीट होणगियां, नानक भगता सदा विगास, सुनिए दुख पाप का नाश। फिर 4 लाइनां आणगियां आगे, अगलियां 4, फिर दुख पाप का नाश वाली लाइनां रिपीट होणगियां, फिर 4 लाइनां आगे लिखणगे। सो 4 दा जोड़ है। सो अगर 4 times 4 करां ते 16 गुण आए, 16 times इन लाइनां नूं उस सुनन वाले दे गुण जड़े निरूपित कीते हैं कि चेंजेस की आंदियां।
ਤੇ ਚੇਂजेस ਤਿੰਨ ਚਾਰ ਕਿਸਮ ਦੀਆਂ ਚੇਂजेस ਡਿਸਕਸ ਕੀਤੀਆਂ ਨੇ। ਇੱਕ ਤੇ ਡਿਸਕਸ ਕੀਤੀਆਂ ਨੇ ਵੀ ਸਭ ਤੋਂ ਜ਼ਿਆਦਾ ਚੇਂजेस ਉਹ ਹਨ ਕਿ ਸੁਣਨ ਨਾਲ ਤੁਹਾਡੇ ਅੰਦਰਲੇ ਕੀ ਚੇਂजेस ਆਉਂਦੀਆਂ, ਅੰਦਰਲੇ ਤੁਹਾਡੇ ਅੰਦਰਲੇ ਭਾਵ ਕੀ ਬਦਲਾਵ ਆਉਂਦਾ ਹੈ। ਸੁਣਨ ਨਾਲ ਜਿਹੜਾ ਸੁਣਦਾ ਹੈ ਜਿਗਿਆਸੂ ਉਸ ਅਵਸਥਾ ਜਿਹੜਾ ਪਹੁੰਚਦਾ ਹੈ ਉਹਨੂੰ ਅੰਦਰਲੀਆਂ ਚੇਂजेस ਕਿਹੜੀਆਂ ਲਾਈਫ ਵਿੱਚ ਹੁੰਦੀਆਂ ਉਹਦੇ ਬਾਰੇ ਨਿਰੂਪਣ ਆਇਆ ਹੈ। ਫॉर एग्जांपल ਇੱਕ ਆਇਆ ਹੈ ਪੋ ਨਾ ਸਕੇ ਕਾਲ, ਮੌਤ ਦਾ ਡਰ ਦੂਰ ਹੋ ਜਾਂਦਾ ਉਹਦਾ, ਪਤਾ ਲੱਗ ਜਾਂਦਾ ਹੈ ਜੀਵਨ ਖੇਡ ਹੈ, ਸਭ ਆਏ ਜਾਣ ਵਾਲੇ ਹੈ, ਉਹ ਡਰਦਾ ਨਹੀਂ ਮੌਤ ਤੋਂ। ਇਸ ਵਾਸਤੇ ਚੱਕਰੀਆਂ ਤੇ ਚੜ ਜਾਂਦਾ ਹੈ, ਇਸ ਵਾਸਤੇ ਦਿੱਲੀ ਜਾ ਕੇ ਸੀਸ ਦੇ ਦਿੰਦੇ ਹਨ, ਇसी ਵਾਸਤੇ ਦੇਗਾ ਚ ਉਬਲ ਜਾਂਦੇ ਹਨ, ਇਸ ਵਾਸਤੇ ਛੋਟੇ ਘੱਲੂ ਘਰ ਵਿੱਚੋਂ ਨਿਕਲ ਕੇ ਫਿਰ ਵੀ ਸਿੱਖੀ ਠੀਕ ਰਹਿੰਦੀ ਹੈ। ਕਿਉਂ? ਕਿਉਂਕਿ ਪਹੁੰਚ ਨਾ ਸਕੇ ਕਾਲ ਹੈ, ਨਹੀਂ ਹੈ ਡਰ, ਉਹਨੂੰ ਜਾਣ ਦਾ ਡਰ ਨਹੀਂ ਹੈ ਇੱਥੋਂ, ਕਿਉਂਕਿ ਉਹਨੂੰ ਪਤਾ ਹੈ ਜਾਣਾ ਕਿਧਰੇ ਵੀ ਨਹੀਂ। ਔਰ ਪੂਰਨ ਗੁਰਸਿੱਖ ਨੂੰ ਇਸ ਗੱਲ ਦੀ ਨੌਲੇਜ ਹੈ ਕਿ ਜਾਣਾ ਕਿਧਰੇ ਨਹੀਂ। ਆਤਮਾ ਮੇਰੇ ਅੰਦਰ ਰਾਮ ਦਾ ਅੰਸ਼ ਹੈ, ਜੇ ਮੈਂ ਭਗਤੀ ਕੀਤੀ ਹੈ ਤੇ ਮੇਰੇ ਨਾਲ ਸਭ ਕੁਝ ਠੀਕ ਹੋਣਾ ਹੈ, ਮੈਂ ਉਹਦਾ ਹਿੱਸਾ ਹਾਂ। ਇਸ ਵਾਸਤੇ ਉਹਨੂੰ ਡਰ ਨਹੀਂ ਹੈ, ਕੋਈ ਡਰ ਤੋਂ ਰਹਿਤਾ ਉਹ ਪਹੁੰਚ ਨਾ ਸਕੇ ਕਾਲ। ਹੋਰ ਬੜੀਆਂ ਚੇਂजेस ਡਿਸਕਸ ਕੀਤੀਆਂ। ਸਾਸ ਸਿਮਰਤ ਵੇਦ ਹੀ ਬਣ ਸਕਦਾ ਹੈ, ਮੁਖ ਸਲਾਹਣ ਮੰਦ ਹੈ, ਸਤਸੰਗ ਤੋਂ ਗਿਆਨ ਹੈ, 68 का ਇਸ਼ਨਾਨ ਹੈ। ਇਹ ਸਾਰੇ ਚੇਂजेस ਹਨ ਤੁਹਾਡੇ ਅੰਦਰ ਆਣਗੀਆਂ, ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਹੋਰ ਜਿਹੜੀਆਂ ਫਿਜ਼ੀਕਲ ਜਿਹੜਾ ਵਰਲਡ ਹੈ ਆਸ-ਪਾਸ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹਦੀ ਬਾਬਤ ਪੂਰੀ ਜਾਣਕਾਰੀ ਤੁਹਾਨੂੰ ਸੁਣਨ ਵਾਲੇ ਨੂੰ ਹੋ ਜਾਂਦੀ ਹੈ। ਉੱਥੇ ਤਰਤਵਲ ਆਕਾਸ਼ ਵਰਡ ਆਏ ਹਨ, ਦੀਪ ਲੋਕ ਪਾਤਾਲ ਵਰਡ ਆਏ ਹਨ, ਜੋਗ ਜੁਗਤ ਤਨ ਭੇਦ ਵਰਡ ਆਏ ਹਨ। ਸੁਣਿਓ ਥੋੜੀ ਦੇ ਨਾਲ ਤਨ ਭੇਦ, ਤਨ ਦਾ ਭੇਦ ਪਤਾ ਲੱਗ ਜਾਂਦਾ ਹੈ, ਅੰਦਰਲੇ ਤਨ ਦੇ ਭੇਦ ਪਤਾ ਲੱਗ ਜਾਂਦੇ, ਸਭ ਤੋਂ ਵੱਡਾ ਡਾਕਟਰ ਬਣ ਜਾਂਦਾ ਉਹ। ਕਿਉਂ? ਕਿਉਂਕਿ ਤਨ ਦੇ ਭੇਦ ਤੇ ਮਨ ਦੇ ਭੇਦ ਦਾ ਜਾਣੂ ਪ੍ਰਮਾਤਮਾ ਹੈ। ਜੇ ਉਹਦੇ ਨਾਲ ਰਿਸ਼ਤਾ ਬਣਨ ਦੇ ਨਾਲ ਤਨ ਭੇਦ ਕਲੀਅਰ ਹੋ ਜਾਂਦੇ ਹਨ। ਤੇ ਇੱਥੇ ਹੀ ਨਹੀਂ, ਉਹ ਅਵਸਥਾ ਪ੍ਰਾਪਤ ਕਰ ਸਕਦਾ ਹੈ ਜਿਹੜੀਆਂ ਅਵਸਥਾ ਜਿਹੜੀਆਂ ਬੜੇ ਉੱਚੇ ਲੋਕ ਪ੍ਰਾਪਤ ਕਰਦੇ ਹਨ। ਉਹ ਸਿੱਧ ਪੀਰ ਸੁਰਨਾਥ ਬਣ ਸਕਦਾ ਹੈ, ਈਸ਼ਰ ਬ੍ਰਹਮਾ ਇੰਦ ਵਾਲੀਆਂ ਅਵਸਥਾ ਪ੍ਰਾਪਤ ਕਰ ਸਕਦਾ ਹੈ, ਸ਼ੇਖ ਪੀਰ ਪਤਸ਼ਾਹ ਵਾਲੀਆਂ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸੇ ਇਹ ਸੁਣਿਆ ਦੀਆਂ ਪੁੜੀਆਂ ਵਿੱਚ ਇਹਨਾਂ ਗੱਲਾਂ ਦਾ ਨਿਰੂਪਣ ਆਏਗਾ। ਸਲੋਲੀ ਇਹਨਾਂ ਗੱਲਾਂ ਬਾਰੇ ਡਿਸਕਸ਼ਨ ਆਏਗੀ ਕਿ ਬਦਲਾਵ ਕਿਹੜੇ ਹੁੰਦੇ ਹਨ ਅੰਦਰਲੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ। ਪਰ ਜਦੋਂ ਅਖੀਰਲੀ ਪੌੜੀ ਤੇ ਪਹੁੰਚਦੇ ਹਨ ਨਾ ਮੇਰੇ ਪਾਤਸ਼ਾਹ, ਜਦੋਂ 11ਵੀਂ ਤੇ ਪਹੁੰਚਦੇ ਹਨ ਨਾ, ਜਦੋਂ ਫਿਰ ਉਸ ਉੱਥੇ ਅਲੱਗ ਲੈਵਲ ਹੈ। ਕਿਉਂਕਿ ਉੱਥੇ ਵਰਡ ਸਭ ਤੋਂ ਜ਼ਿਆਦਾ ਸਟਰੋਂਗ ਆਏ ਹਨ, ਕਿਉਂਕਿ ਉਹ ਹੁਣ ਅਖੀਰਲੀ ਸਟੇਜ ਹੈ ਮੰਨੇ ਤੋਂ ਪਹਿਲੇ ਵਾਲੀ। ਉੱਥੇ ਵਰਡ ਬੜੇ ਸਟਰੋਂਗ ਹਨ। ਉੱਥੇ ਵਰਡ ਆਏ ਹਨ ਸਰਾ ਗੁਣਾ ਕੇ ਗਾ। ਉੱਥੇ ਵਰਡ ਦੂਸਰੇ ਹਨ। ਉੱਥੇ ਲੈਵਲ ਮੰਨੇ ਵਾਲੀ ਅਵਸਥਾ ਦੇ ਕਲੋਜ਼ਨੈਸ ਵਾਲੇ ਲੈਵਲ। ਤੇ ਮੇਰੀ ਫੇਵਰਿਟ ਲਾਈਨ ਜਿਹੜੀ ਆਲਮੋਸਟ ਮੰਨੇ ਵਾਲੀ ਅਵਸਥਾ ਦੀ ਹੈ ਉਹ ਹੈ, ਹਾਥ ਹੋਵੇ ਅਸਗਾਹ। ਸੁਣਿਆ ਦੀ ਅਵਸਥਾ ਵਿੱਚ ਹਾਥ ਹੋਵੇ ਅਸਗਾਹ ਹੋ ਸਕਦਾ ਹੈ। ਤੇ ਇਹਨਾਂ ਨੂੰ ਫਲੋੜਾਂਗੇ ਇਸ ਲਾਈਨਾਂ ਨੂੰ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਮੰਨੇ ਤੋਂ ਪਹਿਲੇ ਦੀ ਅਵਸਥਾ ਹੈ। ਹਾਂ ਠੀਕ ਹੈ, ਸੁਣਨ ਵਾਲੀ ਅਵਸਥਾ ਮੰਨੇ ਤੋਂ ਇੱਕ ਲੈਵਲ ਥੱਲੇ ਹੈ, ਪਰ ਹੁਣ ਪਹੁੰਚਣ ਵਾਲਾ ਹੈ ਉਸ ਅਵਸਥਾ ਤੇ। ਜੇ ਪਹੁੰਚਣ ਤੋਂ ਪਹਿਲੇ ਦੀ ਅਵਸਥਾ ਹੈ ਸਰਾ ਗੁਣਾ ਕੇ ਗਾ, ਤੇ ਸੇਖ ਪੀਰ ਪਤਸ਼ਾਹ ਤੇ ਅੰਧੇ ਪਾਵੇ, ਤੇ ਇਹ ਜਿਹੜੀਆਂ ਦੂਸਰਿਆਂ ਨੂੰ ਹੈਲਪ ਕਰਨ ਵਾਸਤੇ ਵੀ ਤੇ ਆਪਣੀ ਵੀ ਹੈਲਪ। ਕਈਆਂ ਨੇ ਲਿਖਿਆ ਅੰਧੇ ਭਾਵੇ ਨਾ, ਉਸਨੂੰ ਉਹਦੇ ਚ ਹਿੰਮਤ ਆ ਜਾਂਦੀ ਹੈ ਦੂਸਰੇ ਨੂੰ ਅੱਗੇ ਤੋਰਨ ਦੀ। ਤੇ ਕਈਆਂ ਨੇ ਲਿਖਿਆ ਨਹੀਂ, ਜਿਹੜਾ ਅਗਿਆਨਤਾ ਤੋਂ ਅਗਿਆਨਤਾ ਵਾਲਾ ਹੋਵੇ ਉਹ ਵੀ ਉਸ ਪਾਸੇ ਲੱਗ ਜਾਂਦਾ। ਜਿਹੜੇ ਮਰਜ਼ੀ ਮੀਨਿੰਗ ਲਾ ਲਓ, ਡਜ਼ਨਟ ਮੈਟਰ ਟੂ ਮੀ। ਪਰ ਸਭ ਤੋਂ ਇੰਪੋਰਟੈਂਟ ਲਾਈਨ, ਅਖਰੀ ਲਾਈਨ ਹੈ, ਉਹ ਹੈ ਹਾਥ ਹੋਵੇ ਅਸਗਾਹ। ਇਹ ਮੰਨੇ ਦੀਆਂ ਆਲਮੋਸਟ ਬਾਉਂਡਰੀ ਲਾਈਨ ਦੀਆਂ ਜਿਗਿਆਸੂ ਦੀਆਂ ਅਵਸਥਾ ਹਨ ਜਿਹੜੀਆਂ ਜਪਜੀ ਵਿੱਚ ਆਈਆਂ ਹਨ, ਜਿਨ੍ਹਾਂ ਲਾਈਨਾਂ ਨੂੰ ਅਸੀਂ ਅਗਲੀਆਂ ਸੰਡੇ ਦੇ ਸੈਸ਼ਨ ਵਿੱਚ, ਸੈਟਰਡੇ ਦੇ ਸੈਸ਼ਨ ਵਿੱਚ we will try to explore those, ਕਿੱਥੋਂ ਸ਼ੁਰੂ ਹੁੰਦੀ ਹੈ ਗੱਲ? ਧਰਤਵਲ ਆਕਾਸ਼ ਤੋਂ, ਹਾਂਜੀ, ਸਿੱਧ ਪੀਰ ਸੁਰਨਾਥ ਤੋਂ ਗੱਲ ਸ਼ੁਰੂ ਹੋ ਕੇ ਤੇ ਸੇਖ ਪੀਰ ਪਤਸ਼ਾਹ ਤੱਕ, ਸਰਾ ਗੁਣਾ ਕੇ ਗਾ ਤੱਕ ਗੱਲ ਪਹੁੰਚਦੀ ਹੈ। ਇਹ ਵੀ ਜਰਨੀ ਹੈ ਸੁਣਨ ਵਾਲੇ ਦੀ।
So we will go through that and try to understand. ਇਹ ਜਦੋਂ ਜਿਸ ਤਰ੍ਹਾਂ ਇਹਨਾਂ ਸੁਣਿਆਂ ਦੀਆਂ ਪੌੜੀਆਂ ਦੀਆਂ ਅੱਗੇ ਵਿਆਖਿਆ ਚੱਲੇਗੀ, ਤੁਸੀਂ ਨੋਟਿਸ ਕਰੋਗੇ ਕਿ ਤੁਹਾਡਾ ਮਨ ਦੀ ਅਵਸਥਾ ਉਸ ਜਿਗਿਆਸੂ ਦੀ ਅਵਸਥਾ ਕਿਸ ਤਰ੍ਹਾਂ ਬਦਲਦੀ ਹੈ ਅੰਦਰੋਂ। ਅੰਦਰ ਨੂੰ ਉਹਦੇ ਕਿਹੜੇ ਸੁਝਾਅ ਤੇ ਕਿਹੜੇ ਬਦਲਾਵ ਆਉਂਦੇ ਹਨ ਉਸ ਜਿਗਿਆਸੂ ਦੇ ਅੰਦਰ। ਤੇ ਉਸ ਜਿਗਿਆਸੂ ਦਾ ਅੰਦਰਲੀ ਜਿਹੜਾ ਸਪਿਰਚੁਅਲ ਜਿਹੜਾ ਲੈਵਲ ਹੈ ਉਸ ਜਿਗਿਆਸੂ ਦਾ ਕਿਸ ਤਰ੍ਹਾਂ ਬਦਲਦਾ ਉਸਦਾ। ਤੇ ਉਹ ਜਿਗਿਆਸੂ ਉਸ ਕਿਸ ਤਰ੍ਹਾਂ ਨੈਚੁਰਲੀ, ਇਹ ਨਹੀਂ ਹੈ ਕਿ ਇੱਕ ਦਿਨ ਸੁਣਿਆਂ ਦੀ ਅਵਸਥਾ ਵਿੱਚ ਸੀ ਤੇ ਇੱਕ ਦਿਨ ਅਗਲੇ ਦਿਨ ਉਹ ਮੰਨੇ ਵਾਲੀ ਅਵਸਥਾ ਚ ਆ ਗਿਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹਾਂਜੀ, ਇਹ ਨਹੀਂ ਹੈ ਵੀ ਅੱਜ ਹੁਣ ਇਹ ਨਹੀਂ ਹੈ ਕਿ ਉਹ 6th ਗ੍ਰੇਡ ਵਿੱਚ ਸੀ ਤੇ ਹੁਣ 7th ਗ੍ਰੇਡ ਚ ਪਹੁੰਚਿਆ ਤੇ ਅਚਾਨਕ ਉਹ 6th ਗ੍ਰੇਡ ਦੇ ਲਾਸਟ ਦਿਨ ਤੇ 7th ਗ੍ਰੇਡ ਵਾਲਾ ਪਹਿਲੇ ਦਿਨ ਉਹਦੀ ਨੌਲੇਜ ਵਿੱਚ ਕੋਈ 1000 ਗੁਣਾ ਦਾ ਫਰਕ ਪੈ ਗਿਆ। ਨਹੀਂ, ਇਹ ਗੱਲ ਨਹੀਂ ਹੈ। ਸੁਣਿਆਂ ਦੇ ਵਿੱਚੋਂ ਨਿਕਲ ਕੇ ਉਸਨੇ ਮੰਨੇ ਵਿੱਚ ਪਹੁੰਚਣਾ ਹੈ। ਤੇ ਜੇ ਮੰਨੇ ਵਿੱਚ, ਕਿਉਂਕਿ ਮੋਖ ਦੁਆਰ ਦੀ ਅਵਸਥਾ ਮੰਨੇ ਵਿੱਚ ਹੈ, ਸੁਣਿਆਂ ਵਿੱਚ ਨਹੀਂ ਹੈ। ਮੰਨੇ ਪਾਵੇ ਮੋਖ ਦੁਆਰ ਹੈ, ਸੁਣਿਆ ਪਾਵੇ ਮੁਖ ਦੁਆਰ ਨਹੀਂ ਹੈ। ਉਹਨਾਂ ਨੇ ਤੇ ਤੁਹਾਨੂੰ ਸੱਚਖੰਡ ਲੈ ਕੇ ਜਾਣਾ ਹੈ ਨਾ। ਜਪਜੀ ਦਾ ਗੋਲ ਤੇ ਸੱਚਖੰਡ ਲੈ ਕੇ ਜਾਣਦਾ ਹੈ। So I'm going to end here. Today is 9:37 right now. I'm see what I'm to say. Just one the question. सुनने ते गाविए सुनिए मान रखिए भाव से गावन वाला ते सुनन वाला इको ही है ना। बिल्कुल। तो गावन वाला भी हो आप, सुनन वाला भी। ਉਹਨਾਂ ਚੀਜ਼ਾਂ ਦਾ ਜਿਹੜਾ ਅਗਲੀਆਂ ਗਿਆਨ ਜਿਹੜਾ ਹੈ ਕਿ ਦੇਣ ਵਾਲਾ ਵੀ ਉਹੀ ਹੈ, ਲੈਣ ਵਾਲਾ ਵੀ ਉਹੀ ਹੈ ਅੰਦਰਲਾ, ਉਹ ਅੱਗੇ ਜਾ ਕੇ ਹੋਰ ਕਲੈਰਿਟੀ ਹੋਏਗੀ ਇਹਨਾਂ ਗੱਲਾਂ ਦੀ। ਹਲੇ ਸੁਣਨ ਦੀ ਅਵਸਥਾ ਵਿੱਚ ਜਿਗਿਆਸੂ ਹਾਲੇ ਜਿਗਿਆਸੂ ਹੈ ਵੀਰ ਜੀ। ਹਾਲੇ ਇਸ ਗੱਲ ਦੀ ਸੋਝ ਹੀ ਨਹੀਂ ਆਈ ਇਸ ਜਿਗਿਆਸੂ ਨੂੰ। ਜਿਗਿਆਸੂ ਹਾਲੇ ਜਿਗਿਆਸਾ ਹੈ ਉਹਦੇ ਮਨ ਚ। ਉਪਦੇਸ਼ ਹੋਏਗਾ, ਸੁਣੇਗਾ ਜਿਗਿਆਸੂ ਤੇ ਅਗਲੀ ਲੈਵਲ ਤੱਕ ਪਹੁੰਚੇਗਾ। ਤੇ ਜਿਹੜੇ ਸੁਣਿਆ ਹੈ ਜਿਸਨੇ ਜਿਗਿਆਸੂ ਨੇ, ਜਿਸਨੇ ਅਗਲੇ ਲੈਵਲ ਤੱਕ ਪਹੁੰਚਿਆ ਹੈ ਜਾਂ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵਿੱਚ ਫਿਰ ਉਹਦੀਆਂ ਲਾਈਫ ਵਿੱਚ ਜਿਹੜੀਆਂ ਚੇਂਜਸ ਹੈ ਜਾਂ ਉਹਦੇ ਅੰਦਰੂਲੀ ਭਾਵ ਵਿੱਚ ਜਿਹੜੀਆਂ ਚੇਂਜਸ ਹਨ, ਉਹ ਸੁਣਿਆਂ ਦੀ ਪੌੜੀਆਂ ਵਿੱਚ ਨਿਰੂਪਤ ਹੋਈ ਹੈ। So at this point, early stage ਦੇ ਵਿੱਚ ਗਾਵਨ ਵਾਲਾ ਤੇ ਸੁਣਨ ਵਾਲਾ ਤੇ ਗਾਵਨ ਤੇ ਸੁਣਨ ਵਾਲੇ ਵਿੱਚ ਕੋਈ ਫਰਕ ਹੈ? ਫਰਕ ਮਤਲਬ ਇੰਦਾ ਸੰਗ ਗਾਵਰਾ ਹੈ, ਉਹਦੇ ਗੁਣ ਸੁਣ ਕੇ ਗਾਵੇਗਾ ਨਾ, ਪਹਿਲੇ ਉਪਦੇਸ਼ ਸੁਣੇਗਾ ਨਾ। ਹੁਣ ਪਹਿਲੇ ਜਿਹੜੀਆਂ 6 ਪੁੜੀਆਂ ਵਿੱਚ ਦੱਸਿਆ ਸੀ ਨੇ ਕਰਨਾ ਕੀ ਹੈ, ਤੁਸੀਂ ਉਹਦੇ ਫੋਕਸ ਸੀ ਕਿ ਤੁਸੀਂ ਇਹ ਚੀਜ਼ਾਂ ਕਰਨੀਆਂ ਹਨ, ਇਹ ਚੀਜ਼ਾਂ ਨਹੀਂ ਕਰਨੀਆਂ। ਫਿਰ ਦੱਸਿਆ ਸੀ ਨੇ ਗੁਰੂ ਦਾ ਰੋਲ ਕੀ ਹੈ। ਹੁਣ ਗੁਰੂ ਕਿਸ ਤਰ੍ਹਾਂ ਉਪਦੇਸ਼ ਦਿੰਦਾ ਹੈ, ਗੁਰੂ ਬੋਲੇਗਾ, ਤੁਸੀਂ ਸੁਣੋਗੇ। ਹੁਣ ਉਹ ਜਿਗਿਆਸੂ ਹੁਣ ਉਸ ਪ੍ਰੈਕਟੀਕਲ ਵਿਊ ਪੁਆਇੰਟ ਦੇ ਉੱਤੇ ਦੱਸਦੇ ਹਨ ਕਿ ਜਿਗਿਆਸੂ ਸੁਣੇਗਾ। ਹੁਣ ਸਿਰਫ ਗੁਰੂ ਬੋਲੇਗਾ ਤੇ ਜਿਗਿਆਸੂ ਸੁਣੇਗਾ। ਤੇ ਜਿਗਿਆਸੂ ਸੁਣੇਗਾ ਤੇ ਜਿਹੜਾ ਸੁਣੇਗਾ ਉਹਦੇ ਵਿੱਚ ਇਹ ਭਾਵਨਾ ਪੈਦਾ ਹੋਣਗੀਆਂ, ਉਹਦੇ ਵਿੱਚ ਦੁੱਖ ਪਾਪ ਦਾ ਨਾਸ ਹੋਏਗਾ, ਉਸਦਾ ਖੇੜਾ ਹੋਏਗਾ ਉਹਦੀ ਜ਼ਿੰਦਗੀ ਵਿੱਚ। ਧਰਦਵਲ ਆਕਾਸ਼ ਦੀ ਅਵਸਥਾ ਪ੍ਰਾਪਤ ਹੋਏਗੀ, ਪਹੁੰਚ ਨਾ ਸਕੇ ਕਾਲ ਵਾਲੀ ਹੋਏਗੀ। ਤੇ ਜੇ ਕਰਦਿਆਂ ਉੱਥੇ ਤੱਕ ਪਹੁੰਚ ਜਾਏ ਨਰਿੰਦਰ ਵੀਰ ਜੀ, ਫਿਰ ਵੇ ਅਸਗਾਹ ਵਾਲੀ ਅਵਸਥਾ ਵੀ ਪ੍ਰਾਪਤ ਹੋਵੇਗੀ। ਉਸ ਅਸਗਾਹ ਕਹਿੰਦੇ ਹਨ ਉਸ ਚੀਜ਼ ਨੂੰ ਜਿਹੜੇ ਤੁਹਾਡੇ ਨੇੜੇ ਨਾ ਹੋਵੇ, ਬਹੁਤ ਦੂਰ ਹੋਵੇ, ਬਹੁਤ ਮੁਸ਼ਕਿਲ ਹੋਵੇ ਜਿੱਥੇ ਪਹੁੰਚਣਾ, ਜਿਹੜੀ ਚੀਜ਼ ਮਿਲਣੀ ਨਾਮੁਮਕਿਨ ਹੋਵੇ, ਜਿਹੜੀ ਬੰਦਾ ਚੀਜ਼ ਸੋਚੇ ਵੀ ਕਦੀ ਮਿਲ ਨਹੀਂ ਸਕਦੀ ਮੈਨੂੰ ਚੀਜ਼, ਉਹ ਤੁਹਾਡੇ ਹੱਥਾਂ ਚ ਆ ਜਾਂਦੀ ਹੈ ਚੀਜ਼ ਅੱਗੇ ਜਾ ਕੇ ਮੰਨੇ ਦੀ ਅਵਸਥਾ ਤੋਂ ਪਹਿਲੇ। ਸੋ ਜਪਜੀ ਦੀ ਜਿਹੜੀ ਲਾਸਟ ਪੌੜੀ ਦੇ ਵਿੱਚ ਘੜੀਆ ਸ਼ਬਦ ਸੱਚੀ ਟਕਸਾਲ, ਫਿਰ ਉਹ ਸੁਣਨ ਵਾਲਾ ਵੀ ਸ਼ਬਦ ਬਣ ਜਾਂਦਾ ਹੈ। ਫਿਰ ਉਹ ਉੱਥੇ ਤੇ ਫਿਰ ਭੇਦ ਨਹੀਂ ਹੈ ਨਾ ਕੋਈ, ਉੱਥੇ ਤੇ ਕੋਈ ਭੇਦ ਰਹਿ ਨਹੀਂ ਗਿਆ। ਫਿਰ ਕੋਈ ਹਰ ਜਨ ਹਰ ਏਕ ਹੈ ਵਲੀ, ਫਿਰ ਉੱਥੇ ਉਹ ਅਵਸਥਾ ਜਿਹੜੀਆਂ ਉੱਚੀਆਂ ਹੋਰ ਉਚਾਈਆਂ ਹਨ, ਉੱਚੀਆਂ ਹਾਲੇ ਉਹਨਾਂ ਉਚਾਈਆਂ ਤੇ ਨਹੀਂ, ਹਾਲੇ ਸੁਣਿਆ ਵਾਲੀ ਉਚਾਈਆਂ ਹਨ। ਇੱਥੇ ਵੀ ਘੱਟ ਲੋਕ ਪਹੁੰਚਦੇ ਹਨ, ਬੜੇ ਇੱਥੇ ਕਿਹੜੇ ਪਹੁੰਚਦੇ ਹਨ। ਕਿੰਨਿਆਂ ਦਾ ਦੁੱਖ ਪਾਪ ਦਾ ਨਾਸ ਹੋਇਆ, ਕਿੰਨਿਆਂ ਦੇ ਮਨ ਚ ਖੇੜਾ ਆਇਆ ਹੈ, ਕਿੰਨਿਆਂ ਦੇ ਮਨ ਚ ਪਹੁੰਚ ਸਕੇ ਕਾਲ ਹੋਇਆ ਹੈ। ਜੀ ਥੋੜਾ ਬਹੁਤ ਫਰਕ ਪੈਂਦਾ, ਭਾਵੇਂ ਦੁੱਖ ਪਾਪ ਦਾ ਨਾਸ ਪੂਰੀ ਤਰ੍ਹਾਂ ਨਹੀਂ ਹੁੰਦਾ, ਪਰ
थोड़ा फर्क पैंदा that makes me feel thank you Virji thank you but I just wanted to impress upon you कि जपजी दियां ना पौड़ियां दियां natural progression in पौड़ियां दियां you know और किस तरह ये discussion आगे बढ़ेगी हाँ जी any more questions or comments so before we end the session I have 2 or 3 more minutes so 9:45 तक मैं करता हूँ so मैं उन पौड़ियां जाना नहीं है details हाले because then you will not have enough time to discuss अगले हफ्ते at least we'll talk about the first 2 you know but this background was extremely important to create you know before we delve into some सोनिया दी पौड़ियां दे हाँ जी any more questions or comments नहीं okay जी then I'm going to ਵੀਰ ਜੀ ਇੱਕ ਕਮੈਂਟ ਸੀ ਮੈਂ ਇਟਸ ਜਸਟ ਲਾਈਕ ਕਿ ਜਿਵੇਂ ਆਪਾਂ ਜਦੋਂ ਬੀਜ ਬੋਨੇ ਆ ਤੇ ਉਹਦੇ ਵਾਸਤੇ ਪਹਿਲਾਂ ਜਦੋਂ ਧਰਤੀ ਤਿਆਰ ਕਰਨੇ ਆ ਤੇ ਉਹ ਜਿਹੜਾ ਹੈਗਾ ਇਹ ਤੁਸੀਂ ਜਿਹੜਾ ਦੱਸਿਆ ਇਟਸ ਲਾਈਕ ਜਿਵੇਂ ਧਰਤੀ ਤਿਆਰ ਆਪਣੀ ਧਰਤੀ ਤਿਆਰ ਕਰਨੀ ਹੈ ਤਾਂ ਕਿ ਉਹ ਜਿਹੜਾ ਵਾਹਿਗੁਰੂ ਦਾ ਜਿਹੜਾ ਉਪਦੇਸ਼ ਹੈ ਜਿਹੜਾ ਗੁਰੂ ਸਾਹਿਬ ਨੇ ਜੋ ਹੁਣ ਦੱਸਣਾ ਹੈ ਉਹਨੂੰ ਤਿਆਰ ਕਿਵੇਂ ਕਰਨਾ ਹੈਗਾ ਤੇ ਮੈਂ ਉਸ ਹਿਸਾਬ ਦੇ ਨਾਲ ਵੀ ਇੱਕ ਤਰ੍ਹਾਂ ਦੇ ਨਾਲ ਸੋਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਗੱਲ ਨੂੰ ਤੇ ਦੂਜਾ ਇੱਕ ਇਹ ਸੀ ਕਿ ਇੰਦਰੀਆਂ ਦਾ ਜਿਹੜਾ ਯੂਜ਼ ਹੈਗਾ ਕਿ ਸੁਣਨਾ ਮਤਲਬ obviously ਕੰਨ ਦੀ ਯੂਜ਼ ਕਰਨੀ ਤੇ ਕੀਰਤਨ ਮਤਲਬ ਆਪਣੀ ਜੀਭ ਦੀ ਔਰ ਆਪਣੇ ਸੋ ਉਹਨੂੰ ਇੱਕ ਸੁਰਤ ਦੇ ਵਿੱਚ ਲੈ ਕੇ ਆਉਣਾ ਇਹ ਵੀ ਇੱਕ ਅੰਡਰਲਾਈਂਗ ਪ੍ਰਿੰਸੀਪਲ ਹੈ ਕਿ ਜਿੰਨਾ ਚਿਰ ਉਹ ਸੁਰਤ ਇੱਕ ਜਗ੍ਹਾ ਤੇ ਨਹੀਂ ਟਿਕੀ ਹੋਈ ਆ ਮਤਲਬ ਉਹ ਸਰਕਲ ਨਹੀਂ ਬਣ ਰਿਹਾ ਫਿਰ ਉਹ ਮੁਸ਼ਕਿਲ ਹੋ ਜਾਂਦੀ ਹੈ ਉਸ ਤੋਂ ਇਲਾਵਾ ਸੋ ਇਹ 2 ਕੁ ਚੀਜ਼ਾਂ ਬਿਲਕੁਲ ਹੀ ਆ ਉੱਥੇ ਫਿਰ ਅਰਦਾਸ ਕੰਮ ਆਉਂਦੀ ਹੈ ਨਾ ਵੀਰ ਜੀ ਉੱਥੇ ਫਿਰ ਜੇ ਨਹੀਂ ਸੁਰਤ ਜੋੜੀ ਜੁੜਦੀ ਨਹੀਂ ਧਿਆਨ ਤੁਹਾਡਾ ਜੁੜਦਾ ਫਿਰ ਨੱਕ ਰਗੜੇ ਉੱਥੇ ਫਿਰ 10 ਵਾਰੀ 1000 ਵਾਰੀ ਔਰ ਆਵਾਜ਼ ਸੁਣੀ ਜਾਏਗੀ ਤੁਹਾਡੀ ਜ਼ਰੂਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਸੱਚੇ ਦਿਲੋਂ ਆਈ ਹੈ ਤੇ ਔਰ ਉਹ ਸੁਣਦਾ ਹੈ ਔਰ ਉਹਦੇ ਦਰ ਵਿੱਚ ਬਹੁਤ ਕਿਉਂਕਿ ਉਹਦਾ ਬਿਰਧ ਹੈ ਸੁਣਨਾ ਉਹਦਾ ਬਿਰਧ ਹੈ ਅਰਦਾਸ ਸੁਣਨੀ ਉਹਦਾ ਬਿਰਧ ਹੈ ਮਾਫੀ ਸੋ ਜੇ ਆਪਣੇ ਬਲਬੂਤੇ ਤੇ ਕੀਤੀ ਹੈ ਤੇ ਨਹੀਂ ਹੋ ਸਕਦਾ ਕਈ ਵਾਰੀ ਪਰ ਉਹਦੇ ਤੇ ਛੋੜ ਦੇਵੇ ਜਦੋਂ ਉਹਦੇ ਤੇ ਛੋੜੇਗਾ ਤੇ ਫਿਰ ਜੇ ਕਹਿ ਦੇਵੇ ਜ਼ੁਬਾਨ ਹੀ ਮੇਰੀ ਨਹੀਂ ਹੈ ਤੇਰੀ ਹੈ ਤੇ ਫਿਰ ਉਹਦਾ ਕੰਟਰੋਲ ਆ ਉਹਦੇ ਉੱਤੇ ਜੇ ਕਹਿ ਦੇਵੇ ਕੰਨ ਮੇਰੇ ਨਹੀਂ ਤੇਰੇ ਹਨ ਮੰਨੇ ਵਾਲੀ ਅਵਸਥਾ 'ਚ ਹੈ ਨਹੀਂ ਗੱਲ ਮੰਨੇ ਵਾਲੀ ਅਵਸਥਾ 'ਚ ਇਹ ਗੱਲ ਹੈ ਉੱਥੇ ਸਭ ਕੁਝ ਹੁੰਦਾ ਉਹਦਾ ਕੰਨ ਵੀ ਉਸੇ ਦੇ ਨੱਕ ਵੀ ਉਸੇ ਦੀ ਜ਼ਬਾਨ ਵੀ ਉਸੇ ਦੀ ਹੈ ਬੋਲ ਵੀ ਉਸੇ ਦੇ ਹੀ ਸਾਰੇ ਸਭ ਕੁਝ ਉਹਦੇ ਥਰੂ ਹੁੰਦਾ ਸਾਰਾ ਕੁਝ ਔਰ ਇਹ ਜਿਗਿਆਸੂ ਉਸ ਅਵਸਥਾ ਜਿਗਿਆਸੂ ਕੁਝ ਕੋਸ਼ਿਸ਼ ਨਹੀਂ ਕਰਦਾ ਪਿਆ ਜਿਗਿਆਸੂ ਸੁੱਤੇ ਹੀ ਹੁੰਦਾ ਉਹਦਾ ਕੋਈ ਸਾਰਾ ਕੁਝ ਕੰਮ ਉਹ ਅਗਲੀ ਅਵਸਥਾ ਡਿਫਾਈਨ ਕਰਾਂਗੇ ਜਦੋਂ ਪਹੁੰਚਾਂਗੇ ਤੇ ਪਰ ਜੇ ਧਿਆਨ ਨਹੀਂ ਜੁੜਦਾ ਤੇ ਫਿਰ ਹੱਥ ਜੋੜੇ ਅੱਗੇ ਅਰਦਾਸ ਕਰੇ ਕਿ ਮੇਰਾ ਨਹੀਂ ਧਿਆਨ ਜੁੜਦਾ ਮੇਰਾ ਇਸ ਪਾਸੇ ਧਿਆਨ ਜੁੜਾਓ ਤੁਸੀਂ ਕਰੋ ਕੋਸ਼ਿਸ਼ ਮੇਰੇ ਤੇ ਕਿਰਪਾ ਕਰੋ ਤੇ ਕਿਰਪਾ ਫਿਰ ਹੁੰਦੀ ਹੈ ਉਹਦੇ ਉੱਤੇ ਜਿਹੜਾ ਪੁੱਛਦਾ ਹੈ ਇਹਦੇ ਉੱਤੇ ਇਹ ਮੈਂ ਮੇਰੇ ਆਪਣੇ ਪਰਸਨਲੀ ਮੈਂ ਦੇਖਿਆ ਪਰਸਨਲ ਐਕਸਪੀਰੀਐਂਸਸ ਵੀ ਹਨ ਔਰ ਦੂਸਰਿਆਂ ਨੂੰ ਵੀ ਦੇਖਿਆ ਉਹਦੇ ਉੱਤੇ ਕਿਰਪਾ ਹੁੰਦੀ ਹੈ ਉਹਦੇ ਉੱਤੇ ਜਿਹੜਾ ਸੱਚੇ ਮਨ ਨਾਲ ਅੱਗੋਂ ਜਾ ਕੇ ਅੱਗੋਂ ਉਹਦੀ ਅਰਦਾਸ ਕਰ ਪਰ ਇੱਛਾ ਹੋਣੀ ਚਾਹੀਦੀ ਹੈ ਨਾ ਉਹਨੂੰ ਮਿਲਣ ਦੀ ਹੈ ਨਾ ਇੱਛਾ ਹੋਣੀ ਚਾਹੀਦੀ ਹੈ ਨਾ ਪਰਮਾਤਮਾ ਪ੍ਰਾਪਤੀ ਦੀ ਇੱਛਾ ਹੋਣੀ ਚਾਹੀਦੀ ਹੈ ਉਸ ਨਿਰੰਕਾਰ ਦੇ ਦਰਸ਼ਨਾਂ ਦੀ ਇੱਛਾ ਹੋਣੀ ਚਾਹੀਦੀ ਹੈ ਨਾ ਉਹਨੂੰ ਮਿਲਣ ਦੀ ਤੇ ਜਿਹਨੂੰ ਪ੍ਰਭੂ ਮਿਲਾਸ ਦੀ ਅੰਦਰੋਂ ਇੱਛਾ ਨਹੀਂ ਹੈ ਹਾਲੇ ਪੂਰੀ ਫਿਰ ਉਹ ਕਿੱਥੇ ਕਰੇਗਾ ਕੰਮ ਹੈ ਸਾਰੇ ਜਿਹਨੂੰ ਹੈ ਹੀ ਨਹੀਂ ਇੱਛਾ ਫਿਰ ਉਹ ਜੇ ਨਹੀਂ ਇੱਛਾ ਹੈ ਤੇ ਫਿਰ ਅਰਦਾਸ ਕਰਕੇ ਮੇਰੇ ਇੱਛਾ ਪੈਦਾ ਕਰੋ ਮੇਰੇ ਤੁਸੀਂ ਯਾਦ ਆਓ ਮੈਨੂੰ ਪਿਆਰ ਮੇਰੇ ਨਾਲ ਤੁਹਾਡਾ ਵਧੇ ਮੇਰਾ ਸੋ ਇਹ ਸਾਰੀਆਂ ਚੀਜ਼ਾਂ ਕਨੈਕਟਡ ਹਨ ਆਪਸ ਵਿੱਚ ਪਰ as we move further into ਜਪਜੀ ਦੀਆਂ ਇਹਨਾਂ ਪੌੜੀਆਂ ਦੇ ਨਾਲ you will find it soothing and you will find it ਕਿ ਕਿਸ ਤਰ੍ਹਾਂ ਗੂਗਲ ਮੈਪ ਬਣਾ ਕੇ ਦੇਖੋ ਸਾਨੂੰ ਕਿਧਰੇ ਭਟਕਣ ਦੀ ਲੋੜ ਹੀ ਨਹੀਂ ਲੋਕ ਵਿਚਾਰੇ ਪੈਦਾ ਹੁੰਦੇ ਨੇ ਕਿੱਥੇ
ਫਲਾਣੇ ਨੂੰ ਗੁਰੂ ਬਣਾ, ਢਿੰਗਾਣੇ ਨੂੰ ਕਰ, ਉੱਥੇ ਜਾ ਕੇ ਉਹਦੇ ਕੋਲ ਸੁਣ ਉਹਦੇ ਉਪਦੇਸ਼, ਉਹਦੇ ਜਾ ਕੇ ਉੱਥੇ ਜਾ, ਉਹ ਕਰ ਫਲਾਣੀ ਗੱਲ ਜੀ, ਉਹ ਕਰੋ ਜੀ, ਉਹਨੂੰ ਗੁਰੂ ਧਾਰੋ ਜੀ। ਇੱਥੇ ਸਾਰਾ ਕੋਈ ਪਲੈਟਰ ਤੇ ਪਾ ਕੇ ਦਿੱਤਾ ਗਿਆ, the day you are born। But I guess ਬਦਕਿਸਮਤੀ ਇਹ ਹੈ ਕਿ ਅਸੀਂ ਨਹੀਂ ਲਾ ਸਕੇ ਹੁਣ ਤੱਕ ਉਹ। ਪਰ hopefully things will change, hopefully things will change, hopefully ਤੁਹਾਨੂੰ ਅੰਦਰੋਂ ਇਹ ਅੱਛਾ ਅੰਦਰੋਂ ਪੈਦਾ ਹੋਵੇ ਪ੍ਰਮਾਤਮਾ ਮਿਲਣ ਵਾਲੀ, ਤੇ ਜਪਜੀ ਹੈਲਪ ਕਰੇਗੀ ਤੁਹਾਨੂੰ। ਇੱਕ ਵਾਰੀ ਇੰਟ੍ਰਿੰਸਿਕ ਨੌਲੇਜ ਸਾਰੀ ਅੰਦਰ ਚਲੀ ਗਈ ਤਾਂ ਬਿਲੀਵ ਕਰੋ ਤੁਹਾਡੀ ਲਾਈਫ ਬਦਲੇਗੀ, ਬਿਕਾਜ਼ ਤੁਹਾਡੀ ਲਾਈਫ ਵਿੱਚ ਬੜੀਆਂ ਡਿਸੀਜਨ ਮੇਕਿੰਗ ਪ੍ਰੋਸੈਸ ਜਿਹੜੇ ਹੈ ਜਪਜੀ ਦੀ ਰੋਸ਼ਨੀ ਵਿੱਚ ਹੋਣੇ ਸ਼ੁਰੂ ਹੋ ਜਾਣਗੇ। ਤੁਸੀਂ ਦੇਖੋਗੇ, ਤੁਸੀਂ ਜਦੋਂ ਕੋਈ ਡਿਸੀਜਨ ਲਵੋਗੇ, ਕੋਈ ਤੁਹਾਡਾ ਖਿਆਲ ਮਨ ਚ ਆਏਗਾ ਤੇ ਫੌਰਨ ਤੁਹਾਡੇ ਮਨ ਚ ਖਿਆਲ ਆ ਜਾਏਗਾ ਕਿ ਨਹੀਂ ਇਹ ਜਪਜੀ ਇਸ ਗੱਲ ਤੇ ਅਗਰੀ ਨਹੀਂ ਕਰੇਗੀ, ਸ਼ਾਇਦ ਜਪਜੀ ਦੀ ਬਾਣੀ ਸ਼ਾਇਦ ਇਸ ਕਸਵੱਟੀ ਤੇ ਪੂਰੇ ਨਾ ਉਤਰੇ, ਇਹ ਗੱਲ ਠੀਕ ਨਹੀਂ ਹੈ ਕਰਨੀ। ਸੋ ਉਹੀ ਹੈ ਮੇਰਾ ਗੋਲ, ਸੋ ਮੇਰਾ ਵੀ ਪਰਸਨਲ ਗੋਲ ਹੋਈ ਜੀ। So if nobody has any questions, though, I'm going to say goodbye to everybody. I'm going to give 10 more seconds and then say goodbye. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Thank you ਜੀ, thank you so much. ਜੀ, thank you ਜੀ। Next week, thank you ji, thank you ji, thank you. No problem. Next week we'll focus on delving into the actual ਸੁਣੀਆਂ ਦੀਆਂ ਪੁੜੀਆਂ ਹੋਣ ਅੱਗੇ, ਤੇ ਉਹਦੇ ਹੁਣ ਤੁਹਾਨੂੰ since ਸਾਨੂੰ background already ਪਤਾ ਹੈ ਤੇ it will be much easier now to relate to ਵੀ ਕੀ ਹੋ ਰਿਹਾ ਤੇ and then it will make and as we progress, as you will see ਕਿ ਜਿੱਥੇ ਜਿੱਥੇ ਉਹ ਮੰਨੇ ਵਾਲੀ ਅਵਸਥਾ ਕੋਲ ਆਏਗੀ ਤੇ ਫਿਰ ਸਰਾਗੁਣਾ ਕੇ ਗਾਹ ਵਾਲੀ ਅਵਸਥਾ ਨੇੜੇ ਆ ਜਾਂਦੀ ਹੈ। ਫਿਰ ਸਰਾਗੁਣਾ ਕੇ ਗਾਹ ਵਾਲੀ ਅਵਸਥਾ ਨੇੜੇ ਆ ਜਾਂਦੀ ਹੈ, ਤਾਂ ਹੀ ਸੇਖ ਪੀਰ ਪਤਸ਼ਾਹ ਬਣਦਾ ਨਾ ਬੰਦਾ, ਜੇ ਸਰਾਗੁਣਾ ਕੇ ਗਾਹ ਨੇੜੇ ਹੋਏਗਾ ਤੇ ਫਿਰ ਪੀਰ ਵਾਲੀ ਅਵਸਥਾ, ਪਤਸ਼ਾਹ ਵਾਲੀ ਅਵਸਥਾ ਤਾਂ ਹੀ ਬਣਦੀ ਹੈ ਗੁਰੂ ਜਨ ਦੀ, ਤੇ ਹਾਥ ਹੋਵੇ ਇਸ ਗਾਹ ਵਾਲੀ। ਉਹ ਜਿਸ ਤਰ੍ਹਾਂ ਨੇੜੇ ਆਏਗਾ ਫਿਰ ਉਹ ਅਵਸਥਾ ਬਣਦੀ ਬਦਲਦੀ ਹੈ ਉੱਥੇ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'm going to stay here for a few more minutes just in case somebody has any questions. I'm here for another minute or two. Thank you. Okay ji, I guess it's time to say goodbye. 9:48 right now. I hope things are becoming clearer, things are becoming more fogginess ਘਟ ਰਹੀ ਹੈ, clarity ਆਂਦੀ ਪਈ ਹੈ thought process ਵਿੱਚ ਜਪਜੀ ਬਾਰੇ। ਸੁਰਿੰਦਰ ਜੀ, ਗੁਰਬਾਣੀ ਅਥਾਹ ਹੈ ਤੇ ਸੁਣਨੇ ਨੂੰ ਅਗਲੀ ਵਾਰੀ ਜ਼ਿਆਦਾ ਐਕਸਪਲੇਨ ਕਰੋਗੇ। ਤੁਸੀਂ ਬੜੀ ਸੋਹਣੀ ਦਿੱਤੀ ਹੈ, ਪਰ ਗੁਰੂ ਦੇ ਹੁਕਮ ਦੇ ਅੱਜ ਤੁਸੀਂ ਬਹੁਤ ਕੁਝ ਦੱਸਿਆ ਹੈ। ਉਹੀਓ ਕੋਈ ਸੁਣਨਾ ਹੈ ਕਿ ਕੁਝ ਹੋਰ ਸੁਣਨਾ ਹੈ? ਗੁਰਬਾਣੀ ਨੂੰ ਸੁਣਨਾ ਹੈ, ਗੁਰਬਾਣੀ ਦੇ ਭਾਵਾਂ ਨੂੰ ਸੁਣਨਾ ਹੈ, ਭਾਵਾਂ ਨੂੰ ਸੁਣਨਾ ਹੈ, ਗੁਰਬਾਣੀ ਦੇ ਵਿਚਾਰ ਨੂੰ ਸੁਣਨਾ ਹੈ, ਗੁਰਬਾਣੀ ਨੂੰ ਸੁਣਨਾ ਹੈ, ਗੁਰਬਾਣੀ ਦੇ ਕੀਰਤਨ ਨੂੰ ਸੁਣਨਾ ਹੈ ਤੇ ਗਾਵਣਾ ਹੈ, ਇਹ ਹੀ ਸੁਣਨਾ ਹੈ। ਸੋ ਇਹਨਾਂ ਚੀਜ਼ਾਂ ਨਾਲ ਤੁਹਾਡੇ ਮਾਈਂਡ ਤੇ ਅਸਰ ਪਵੇ, ਤੁਸੀਂ ਗੁਰੂ ਦੀ ਕਿਰਪਾ ਨਾਲ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰੋ। ਜੇ ਐਕਸੈਪਟ ਕਰੋਗੇ ਤੇ ਫਿਰ ਜਿਹੜੀ ਇਹ ਸਪਿਰਿਚੁਅਲ ਜਿਹੜੀ ਜਰਨੀ ਹੈ, ਇਹ ਜਰਨੀ ਜਿਹੜੀ ਹੈ ਕਿਸੇ ਆਪਣੇ ਮੁਕਾਮ ਤੇ ਪਹੁੰਚਦੀ ਹੈ ਕਿਸੇ। ਸੋ ਇਹ ਮੇਰੀ ਅਰਦਾਸ ਹੈ ਅੰਦਰੋਂ, ਬੰਦਾ ਕਰੇ ਇਸ ਦੇ ਉੱਤੇ ਕੰਮ। ਈਜ਼ੀ ਨਹੀਂ ਹੈ ਇੰਨਾ ਕਰਨਾ, ਰੁਕਾਵਟਾਂ ਵੀ ਹਨ ਬੜੀਆਂ। ਸੋ ਉਹਨਾਂ ਰੁਕਾਵਟਾਂ ਦੇ ਉੱਤੇ ਤੁਸੀਂ ਕੋਸ਼ਿਸ਼ ਕਰੋ, ਰੁਕਾਵਟਾਂ ਦੇ ਉੱਤੇ ਤੁਸੀਂ ਕਬਜ਼ਾ ਪਾਉਣ ਦੀ, ਤੇ ਪਰਮਾਤਮਾ ਕਰੇ ਕਿ ਇਸ ਗੁਰਬਾਣੀ ਦੇ ਇਸ ਨਾਮ ਨੂੰ, ਇਸ ਗੁਰੂ ਦੇ ਉਪਦੇਸ਼ ਨੂੰ ਜਿਹੜਾ ਜਪਜੀ ਦੇ ਥਰੂ ਆਇਆ ਹੈ ਜਾਂ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਆਇਆ ਹੈ, ਉਸ ਉਪਦੇਸ਼ ਨੂੰ ਕੰਨਾਂ ਰਾਹੀਂ ਸੁਣੋ, ਜ਼ਬਾਨ ਰਾਹੀਂ ਗਾਓ ਉਸਨੂੰ, ਔਰ ਉਹਦੇ ਕੰਨਾਂ ਰਾਹੀਂ ਕੀਰਤਨ ਨੂੰ ਵੀ ਸੁਣੋ, ਤਾਂ ਕਿ ਤੁਸੀਂ ਇਨਕਰੇਜ ਹੋਵੋ ਇਸ ਪਾਸੇ ਪਹੁੰਚਣ ਵਾਸਤੇ। ਤੇ ਬਾਰ-ਬਾਰ ਸੁਣਨ ਨਾਲ, ਬਾਰ-ਬਾਰ ਗਾਣ ਨਾਲ, ਬਾਰ-ਬਾਰ ਵਿਚਾਰ ਕਰਨ ਨਾਲ ਉਹ ਤੁਹਾਡੇ ਅੰਦਰ ਕੋਈ ਵੀ ਚੀਜ਼ ਦੇਖ ਲਓ ਤੁਸੀਂ ਜ਼ਿੰਦਗੀ ਵਿੱਚ, ਕੋਈ ਵੀ ਚੀਜ਼, ਫॉर एग्जांपल ਤੁਸੀਂ ਇੱਕ ਟੀਵੀ ਸ਼ੋਅ ਦੇਖਦੇ ਹੋ ਬਹੁਤ ਜ਼ਿਆਦਾ, ਤੁਸੀਂ ਨੋਟਿਸ ਕਰੋਗੇ ਅਗਰ ਉਹ ਬਹੁਤ ਜ਼ਿਆਦਾ ਟੀਵੀ ਸ਼ੋਅ ਦੇਖਦੇ ਹੋ ਤੇ ਉਹ ਟੀਵੀ ਸ਼ੋਅ ਨਾਲ ਤੁਹਾਡੀ ਰਿਲੇਸ਼ਨਸ਼ਿਪ ਵੱਧ ਜਾਂਦੀ ਹੈ। ਉਹ ਖਿਆਲ ਤੁਹਾਡੇ ਮਨ ਚ 24 ਘੰਟੇ ਚੱਲਦੇ ਹਨ, ਫਿਰ ਉਹ ਕਈ ਵਾਰੀ ਸੁਪਨੇ ਵੀ ਆ ਜਾਂਦੇ ਨੇ ਉਹਦੇ ਬਾਰੇ, ਹੁੰਦਾ ਹੈ, ਨੈਚੁਰਲ ਪ੍ਰੋਸੈਸ ਹੈ।
ਸੋ ਉਹ ਪ੍ਰੋਸੈਸ ਜਿਹੜਾ ਹੈ ਇਹ ਮਹਾਰਾਜ ਉਸੇ ਪ੍ਰੋਸੈਸ ਨੂੰ ਅੱਗੇ ਲੈ ਕੇ ਜੇ ਗੁਰੂ ਦੇ ਬਚਨ ਨੂੰ ਬਾਰ-ਬਾਰ ਸੁਣੋਗੇ ਤਾਂ ਫਿਰ ਉਹ ਤੁਹਾਡੀਆਂ ਚੀਜ਼ਾਂ ਤੁਹਾਡੇ ਅੰਦਰ ਜਿਹੜੀਆਂ ਨੇ ਉਹ ਉਜਾਗਰ ਹੋਣਗੀਆਂ ਤੁਹਾਡੇ ਅੰਦਰ, ਤਾਂ ਉਸੇ ਸਟਰੋਂਗ ਹੋ ਜਾਣਗੀਆਂ ਤੁਹਾਡੇ ਅੰਦਰ। ਦੈਟਸ ਦ ਹੋਲ ਪੁਆਇੰਟ ਆਫ ਦਿਸ ਹੋਲ ਡਿਸਕਸ਼ਨ, ਯੂ ਨੋ। ਸੋ ਹਾਂਜੀ, ਓਕੇ ਜੀ, I heard any more questions I can answer, otherwise I'm going to say goodbye. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Thank you for it. Thank you. Take care. Thank you ji, thank you.